परम सत्कारयोग उपस्थित साध संगत जी, सब अपनी अपनी रसना ਨੂੰ ਪਵਿੱਤਰ ਕਰੀਏ। ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਇੱਕ ਵਾਰੀ ਫੇਰ ਯਾਦ ਕਰੋ ਨਾਮਧਾਰੀ ਹਿਰਦੇ ਸਮਰਾਟ ਸਤਿਗੁਰੂ ਨੂੰ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਵਕਤ ਦੇ ਮਾਲਕ ਨੂੰ ਯਾਦ ਕਰੀਏ। ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਆਪ ਜੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਇਤਿਹਾਸ ਲੜੀਬੱਧ ਸਰਵਣ ਕਰ ਰਹੇ ਸੀ। ਕੱਲ੍ਹ ਇਤਿਹਾਸ ਇੱਥੇ ਪਹੁੰਚ ਗਿਆ ਸੀ। ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖਾਂ ਨੇ ਅੰਮ੍ਰਿਤਸਰ ਵਿਖੇ, ਰਾਏਕੋਟ ਵਿਖੇ ਬੁੱਚੜਾਂ ਨੂੰ ਮਾਰ ਕੇ ਸਜ਼ਾ ਦੇ ਕੇ ਅਤੇ ਗਾਵਾਂ ਨੂੰ ਛੁਡਾਇਆ ਸੀ ਅਤੇ ਸਿੱਖਾਂ ਨੂੰ ਫਾਂਸੀ ਲਾਇਆ ਗਿਆ ਸੀ। ਸਾਧ ਸੰਗਤ ਜੀ, ਸਿੱਖ ਸ਼ਹੀਦ ਹੋ ਜਾਂਦੇ ਨੇ। ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬ ਆਉਂਦੇ ਨੇ। ਸੱਚ ਪਾਤਸ਼ਾਹ ਜੀ ਤਿਆਰੀ ਕਰਦੇ ਨੇ ਦੁਸਹਿਰੇ ਤੋਂ ਬਾਅਦ ਦੀਵਾਲੀ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਦੀ। ਜਦੋਂ ਸੱਚ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਜਾਣ ਦੀ ਤਿਆਰੀ ਕਰਦੇ ਨੇ, ਜਾਣ ਲੱਗਿਆਂ ਮਾਤਾ ਜੱਸਾਂ ਜੀ ਸਤਿਗੁਰੂ ਰਾਮ ਸਿੰਘ ਜੀ ਦੇ ਮਹਿਲ ਉਹਨਾਂ ਨੂੰ ਹੁਕਮ ਕਰਦੇ ਨੇ, ਜੱਸਾਂ ਤੂੰ ਇੱਥੇ ਹੀ ਰਹਿ ਅਤੇ ਠੰਡਾ ਪਾਣੀ ਪੀ, ਘਰ ਵਿੱਚ ਰਹਿ। ਇਸ ਤਰ੍ਹਾਂ ਦਾ ਬਚਨ ਕੀਤਾ। ਮਾਤਾ ਜੱਸਾਂ ਜੀ ਅੱਗੋਂ ਅਰਜ਼ ਕਰਦੇ ਨੇ, ਪਾਤਸ਼ਾਹ ਤੁਸੀਂ ਜਿੱਥੇ ਵੀ ਜਾਓ, ਮੈਨੂੰ ਛੱਪੜਾਂ ਦਾ ਪਾਣੀ ਮਨਜ਼ੂਰ ਹੈ ਪੀਣਾ, ਪਰ ਤੁਹਾਡੇ ਨਾਲ ਰਹਿਣ ਨੂੰ ਮਨ ਕਰਦਾ, ਇਕੱਲਿਆਂ ਮਨ ਨਹੀਂ ਕਰਦਾ ਰਹਿਣ ਨੂੰ। ਪਰ ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਤੂੰ ਘਰ ਸੁਖੀ ਬੈਠੀ ਹੈ, ਠੰਡਾ ਜਲ ਛਕਦੀ ਹੈ, ਤੂੰ ਘਰੇ ਹੀ ਰਹਿ। ਜਦੋਂ ਸਤਿਗੁਰੂ ਰਾਮ ਸਿੰਘ ਜੀ ਚਲੇ ਗਏ, ਬਹੁਤ ਵਾਰ ਇਹੀ ਹੁੰਦਾ ਸੀ ਕਿ ਸੱਚ ਪਾਤਸ਼ਾਹ ਜੀ ਸਦਾ ਆਪਣੇ ਨਾਲ ਲੈ ਕੇ ਜਾਂਦੇ ਸਨ। ਪਰ ਐਤਕੀ ਜਾਂ ਕਈ ਵਾਰ ਅੱਗੇ ਵੀ ਹੋਇਆ ਕਿ ਕਈ ਵਾਰ ਸਤਿਗੁਰੂ ਰਾਮ ਸਿੰਘ ਜੀ ਬਚਨ ਕਰਨਾ, ਜੱਸਾਂ ਤੁਸੀਂ ਨਹੀਂ ਜਾਣਾ ਨਾਲ, ਭੈਣੀ ਸਾਹਿਬ ਹੀ ਰਹੋ। ਮਾਤਾ ਜੱਸਾਂ ਜੀ ਭੈਣੀ ਸਾਹਿਬ ਰਹਿਣਾ। ਜਦੋਂ ਸੱਚ ਪਾਤਸ਼ਾਹ ਜੀ ਨੇ ਚਲੇ ਜਾਣਾ, ਮਗਰੋਂ ਮਨ ਵਿਰਾਗਮਈ ਹੋ ਜਾਣਾ, ਅੰਦਰ ਪਏ ਰਹਿਣਾ, ਬੋਲਣਾ ਨਹੀਂ, ਕੁਝ ਛਕਣਾ ਨਹੀਂ, ਭਜਨ ਹੀ ਕਰਦੇ ਰਹਿਣਾ। ਇਸ ਤਰ੍ਹਾਂ ਦਾ ਉਹਨਾਂ ਦੇ ਸੁਭਾਅ ਜਿਹੜਾ ਸੀ ਉਹ ਹੋ ਗਿਆ ਸੀ। ਸੱਚ ਪਾਤਸ਼ਾਹ ਜੀ ਦੇ ਦਰਸ਼ਨਾਂ ਬਿਨਾਂ ਸ਼ਾਂਤੀ ਨਹੀਂ ਸੀ ਆਉਂਦੀ ਉਹਨਾਂ ਦੇ ਮਨ ਨੂੰ। ਅੰਨ ਨਹੀਂ ਸੀ ਛਕਦੇ, ਕਿਸੇ ਨਾਲ ਖੁਸ਼ੀ ਨਾਲ ਬੋਲਦੇ ਨਹੀਂ ਸੀ। ਸੱਚ ਪਾਤਸ਼ਾਹ ਜੀ ਦਾ ਬਹੁਤ ਅਦਬ ਕਰਦੇ ਸਨ ਮਾਤਾ ਜੀ। ਸਦਾ ਸਤਬਚਨ ਹੀ ਕਹਿਣਾ ਉਹਨਾਂ ਨੇ। ਜਦੋਂ ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਚਲੇ ਗਏ, ਮਗਰੋਂ ਫਿਰ ਮਨ ਇਸੇ ਤਰ੍ਹਾਂ ਵਿਰਾਗਮਈ ਹੋ ਗਿਆ। ਸਤਿਗੁਰੂ ਰਾਮ ਸਿੰਘ ਜੀ ਮਠੱਡੇ ਜਾ ਕੇ ਪੜਾਅ ਕੀਤਾ, ਰਾਤ ਮਠੱਡੇ ਰਹੇ। ਅੰਮ੍ਰਿਤ ਵੇਲੇ ਸਵੇਰੇ ਆਸਾ ਦੀ ਵਾਰ ਲੱਗੀ। ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਰਾਗੀਆਂ ਨੂੰ ਬਚਨ ਕੀਤਾ, ਮਾਰੂ ਰਾਗ ਪੜ੍ਹੋ। ਜਦੋਂ ਮਾਰੂ ਰਾਗ ਰਾਗੀਆਂ ਨੇ ਪੜ੍ਹਿਆ, ਉੱਧਰੋਂ ਭੈਣੀ ਸਾਹਿਬ ਤੋਂ, ਰਾਮਦਾਸਪੁਰੇ ਤੋਂ ਇੱਕ ਸਿੱਖ ਆਇਆ। ਉਹਨੇ ਆਣ ਕੇ ਅਰਜ਼ ਕੀਤੀ, ਪਾਤਸ਼ਾਹ ਮਾਤਾ ਜੱਸਾਂ ਜੀ ਚੜ੍ਹਾਈ ਕਰ ਗਏ ਨੇ। ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਜਾਓ ਅੰਮ੍ਰਿਤਸਰ ਵਿਖੇ ਦੀਵਾਲੀ 'ਤੇ, ਅਸੀਂ ਤੁਹਾਨੂੰ ਉੱਥੇ ਆਣ ਕੇ ਮਿਲਾਂਗੇ। ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬ ਆਉਂਦੇ ਨੇ। ਮਾਤਾ ਜੱਸਾਂ ਜੀ ਦੇ ਬਾਰੇ ਬੀਬੀ ਨੰਦਾ ਜੀ ਅਰਜ਼ ਕਰਦੇ ਨੇ ਕਿ ਤੁਹਾਡੀ ਮੂਰਤੀ ਨਾਲ ਬਹੁਤ ਪ੍ਰੇਮ ਕਰਦੇ ਸਨ। ਜਦੋਂ ਵੀ ਤੁਸੀਂ ਚਲੇ ਜਾਂਦੇ ਸੀ, ਮਗਰੋਂ ਇਸ ਤਰ੍ਹਾਂ ਵਿਰਾਗ ਕਰਨਾ, ਲੋਕ ਵੀ, ਸਾਧ ਸੰਗਤ ਵੀ ਮਾਤਾ ਜੀ ਨੂੰ ਸੀਤਾ ਦਾ ਰੂਪ ਹੀ ਸਮਝਦੀ ਸੀ, ਜਿਸ ਤਰ੍ਹਾਂ ਮਾਤਾ ਸੀਤਾ ਜੀ ਵਿਰਲਾਪ ਕਰਦੇ ਸਨ ਵਿਜੋਗ ਵਿੱਚ, ਵਿਛੋੜੇ ਵਿੱਚ। ਇਸੇ ਤਰ੍ਹਾਂ ਹੀ ਮਾਤਾ ਜੱਸਾਂ ਜੀ ਕਰਦੇ ਸਨ। ਪਰ ਬੀਬੀ ਨੰਦਾ ਨੇ ਅਰਜ਼ ਕੀਤੀ ਕਿ ਜਦੋਂ ਤੁਸੀਂ ਚਲੇ ਗਏ, ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ, ਸਾਰੀ ਰਾਤ ਨੀਂਦ ਨਹੀਂ ਆਈ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਫਿਰ ਬੈਠ ਕੇ ਨਾਮ ਜਪਣ ਵਾਸਤੇ ਸਰੀਰ ਹੋਰ ਢਿੱਲਾ ਹੋ ਗਿਆ। ਅਖੀਰ ਵਿੱਚ ਔਖੇ ਜਿਹੇ 4-5 ਸਾਹ ਲਏ ਅਤੇ ਮਾਤਾ ਜੱਸਾਂ ਜੀ ਭਜਨ ਦਾ ਨਾਮ ਲਿਆ ਅਤੇ ਪ੍ਰਾਣ ਤਿਆਗ ਦਿੱਤੇ। ਪਰ
ਅਖੀਰਲੇ ਸਮੇਂ ਤੁਹਾਡੇ ਚਰਨਾਂ ਦੇ ਨਾਲ ਉਹਨਾਂ ਦੀ ਪ੍ਰੀਤ ਨਹੀਂ ਸੀ, ਭਾਵ ਤੁਹਾਨੂੰ ਯਾਦ ਕਰਕੇ ਵਿਰਲਾਪ ਨਹੀਂ ਸਨ ਕਰਦੇ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਕਿ ਮੇਰੀਆਂ ਦੋ ਦੇਹਾਂ ਨੇ, ਦੋ ਮੂਰਤੀਆਂ ਨੇ, ਇੱਕ ਇਸ ਸੰਸਾਰ ਵਿੱਚ ਹੈ, ਇੱਕ ਉਸ ਦਰਗਾਹ ਵਿੱਚ ਹੈ। ਜਿਹੜੀ ਮੇਰੀ ਦਰਗਾਹ ਵਾਲੀ ਮੂਰਤੀ ਸੀ ਉਹ ਮਾਤਾ ਜੱਸਾ ਨੂੰ, ਭਾਵ ਜੱਸਾ ਨੂੰ ਮੈਂ ਆਪ ਲੈਣ ਆਇਆ ਸੀ। ਉਹ ਮੂਰਤੀ ਉਸ ਦੇ ਕੋਲ ਸੀ, ਇਸ ਕਰਕੇ ਮੈਨੂੰ ਉਹਨੇ ਯਾਦ ਨਹੀਂ ਕੀਤਾ, ਮੈਂ ਤਾਂ ਆਪ ਲੈਣ ਆਇਆ ਸੀ ਜੱਸਾ ਨੂੰ। ਰਾਈਏ ਪਿੰਡ ਦਾ ਇੱਕ ਸਾਧੂ ਸਿੰਘ ਸੀਗਾ, ਉਹਨੂੰ ਉਸ ਸਮੇਂ ਸੁਪਨੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਕੀਤੇ ਕਿ ਹੁਣ ਜੱਸਾਂ ਦੀ ਚੜ੍ਹਾਈ ਏ, ਭਾਵ ਉਹ ਅਕਾਲ ਚਲਾਣਾ ਕਰ ਚੱਲੀਏ ਅਤੇ ਮੈਂ ਉਹਨੂੰ ਲੈਣ ਚੱਲਿਆ ਵਾਂ, ਮੈਂ ਉਹਨੂੰ ਲੈਣ ਆਇਆ ਵਾਂ। ਇਸ ਤਰ੍ਹਾਂ ਉਸ ਸਾਧੂ ਸਿੰਘ ਨੂੰ ਸੁਪਨੇ ਵਿੱਚ ਵੀ ਦਰਸ਼ਨ ਦਿੱਤੇ ਸਤਿਗੁਰੂ ਰਾਮ ਸਿੰਘ ਜੀ। ਸਤਿਗੁਰੂ ਰਾਮ ਸਿੰਘ ਜੀ ਦੇ ਆਉਣ ਤੋਂ ਪਹਿਲਾਂ ਹੀ ਸਿੱਖਾਂ ਨੇ ਸੰਸਕਾਰ ਕਰ ਦਿੱਤਾ ਸੀ ਮਾਤਾ ਜੱਸਾਂ ਜੀ ਦਾ। ਸਤਿਗੁਰੂ ਰਾਮ ਸਿੰਘ ਜੀ ਜਦੋਂ ਉਸ ਸੰਸਕਾਰ ਵਾਲੀ ਥਾਂ ਦੇ ਕੋਲ ਗਏ, ਕੋਲੋਂ ਇੱਕ ਸਿੱਖ ਨੇ ਅਰਜ਼ ਕੀਤੀ, ਜੇ ਆਗਿਆ ਹੋਵੇ ਥੜਾ ਬਣਾ ਦਈਏ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ, ਥੜਿਆਂ 'ਤੇ ਕੁੱਤੇ ਮੂਤ ਜਾਂਦੇ ਨੇ, ਥੜੇ ਨਹੀਂ ਬਣਾਉਣੇ। ਗੋਪਾਲ ਸਿੰਘ ਹਕੀਮ ਕੋਲ ਖੜਾ ਸੀ। ਸਤਿਗੁਰੂ ਰਾਮ ਸਿੰਘ ਜੀ ਉਸ ਹਕੀਮ ਨੂੰ ਬਚਨ ਕੀਤਾ, ਜੇ ਤੂੰ ਦਵਾਈ ਦੇਣ ਦੀ ਬਜਾਏ ਪਾਠ ਤੋਰ ਦਿੰਦਾ ਤੇ ਜੱਸਾਂ ਬਚ ਜਾਣੀ ਸੀ। ਸ਼ਤਾਬੀ ਕੀਤੀ ਏ, ਤੂੰ ਹੱਲੇ ਉਹਦੀ ਉਮਰ ਬਹੁਤ ਪਈ ਸੀ, ਘੱਟੋ ਘੱਟ ਮੇਰੇ ਆਉਣ ਤੋਂ ਪਹਿਲਾਂ ਉਹਦਾ ਸੰਸਕਾਰ ਹੀ ਨਾ ਕਰਦੇ। ਇਸ ਤਰ੍ਹਾਂ ਦੇ ਬਚਨ ਸੱਚ ਪਾਤਸ਼ਾਹ ਜੀ ਕੀਤੇ ਗੋਪਾਲ ਸਿੰਘ ਨਾਲ। ਫਿਰ ਸਤਿਗੁਰੂ ਰਾਮ ਸਿੰਘ ਜੀ, ਕਿਉਂਕਿ ਮਾਤਾ ਜੱਸਾਂ ਜੀ ਆਪਣੇ ਜਾਣ ਤੋਂ 12 ਸਾਲ ਪਹਿਲਾਂ ਹੀ ਆਪਣਾ ਖੱਫਣ ਬਣਾ ਕੇ ਰੱਖ ਛੱਡਿਆ ਸੀ ਅਤੇ ਨਾਲ ਇਹ ਤਾਕੀਦ ਕੀਤੀ ਸੀ ਕਿ ਜਦੋਂ ਮੈਂ ਚੜ੍ਹਾਈ ਕਰਾਂ ਤਾਂ ਇਹ ਖੱਫਣ ਮੇਰੇ ਵਾਸਤੇ ਰਹੇ। ਪਰ ਜਦੋਂ ਬੀਬੀ ਦਇਆ ਕੌਰ ਚੜ੍ਹਾਈ ਕੀਤੀ, ਉਹ ਖੱਫਣ ਬੀਬੀ ਦਇਆ ਕੌਰ ਵਾਸਤੇ ਵਰਤਿਆ ਗਿਆ, ਆਪਣੇ ਵਾਸਤੇ ਉਹਨਾਂ ਨੇ ਫੇਰ ਸਿਉਂ ਲਿਆ ਨਵਾਂ, ਆਪ ਸੀਤਾ। ਸਾਧ ਸੰਗਤ ਜੀ, ਜਿਹੜੇ ਪਹਿਲਾਂ ਸਿੱਖਾਂ ਦੇ ਜਿਹੜੇ ਮਨ ਸਨ ਉਹ ਇਸੇ ਤਰ੍ਹਾਂ ਦੇ ਸਨ। ਇੱਕ ਦਿਨ ਭੈਣੀ ਸਾਹਿਬ ਵੀ ਇੱਕ ਸਿੱਖ ਆਇਆ, ਉਹਨੇ ਆਪਣਾ ਭੋਗ ਆਪਣੇ ਹੁੰਦਿਆਂ ਹੀ ਪਵਾ ਲਿਆ। ਕਹਿੰਦਾ ਜੀ ਮੈਂ ਆਪਣਾ ਸੱਚ ਪਾਤਸ਼ਾਹ ਨੂੰ ਅਰਜ਼ ਕੀਤੀ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ 'ਚ। ਉਸ ਤੋਂ ਬਾਅਦ ਭੋਗ ਪਵਾ ਕੇ 10 ਸਾਲ ਉਹ ਸਰੀਰ ਜਿੰਦਾ ਰਿਹਾ। ਫਿਰ ਇਸੇ ਤਰ੍ਹਾਂ ਕਈਆਂ ਦੀ ਬਿਰਤੀ ਹੁੰਦੀ ਹੈ ਕਿ ਉਹ ਆਪਣੇ ਅੰਤਲੇ ਸਮੇਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਕਿ ਇਹ ਅੰਤਲਾ ਸਮਾਂ ਆਉਣਾ ਹੀ ਹੈ। ਖੱਫਣ ਬਣਾਇਆ ਪਿਆ ਹੈ, ਕਿਤੇ ਵੀ ਘਰ ਵਿੱਚ ਕੱਪੜੇ ਲੱਭਦੇ ਆ, ਕਿਤੇ ਵੀ ਜਦੋਂ ਤੁਸੀਂ ਹੱਥ ਮਾਰਦੇ ਹੋ ਤੁਹਾਡੇ ਸਾਹਮਣੇ ਉਹ ਆ ਜਾਂਦਾ ਹੈ। ਫਿਰ ਬੰਦੇ ਨੂੰ ਯਾਦ ਹੁੰਦਾ ਹੈ ਕਿ ਇਹ ਮੈਂ ਆਪਣੇ ਵਾਸਤੇ ਬਣਾਇਆ, ਮੈਂ ਚਲੇ ਜਾਣਾ ਕਿਸੇ ਦਿਨ। ਅਤੇ ਫਿਰ ਮਨ ਜਿਹੜਾ ਅਚਾਟ ਹੋ ਜਾਂਦਾ ਹੈ, ਇੱਧਰ ਉੱਧਰ ਭੜਕਦਾ ਹੈ, ਉਹ ਭੜਕਣੋਂ ਹਟ ਕੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਲੱਗ ਜਾਂਦਾ ਹੈ। ਸਤਿਗੁਰੂ ਰਾਮ ਸਿੰਘ ਜੀ ਦੀਵਾਲੀ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਦਿੱਤੇ ਸੰਗਤਾਂ ਨੂੰ। ਸੰਗਤ ਦਰਸ਼ਨ ਕਰਦੀ ਏ। ਦੀਵਾਲੀ 'ਤੇ ਹੁਕਮ ਕਰ ਦਿੱਤਾ ਸਤਿਗੁਰੂ ਰਾਮ ਸਿੰਘ ਜੀ ਨੇ ਕਿ ਮਾਘੀ 'ਤੇ ਮੇਲਾ ਕਰਾਂਗੇ ਰਾਮਦਾਸਪੁਰੇ ਭੈਣੀ ਸਾਹਿਬ ਵਿੱਚ। ਸਾਰੀ ਸੰਗਤ ਨੂੰ ਹੁਕਮ ਹੋਇਆ ਕਿ ਤੁਸੀਂ ਉਸ ਮੇਲੇ ਵਿੱਚ ਆਵੋ, ਉਸ ਤੋਂ ਬਾਅਦ ਪਤਾ ਨਹੀਂ ਕਦੋਂ ਦਰਸ਼ਨ ਹੋਣਗੇ। ਇਹ ਇੱਕ ਬਚਨ ਨਾਲ ਭਵਿੱਖਤ ਵਾਕ ਵੀ ਕੀਤਾ। ਕੋਸ਼ਿਸ਼ ਕਰੋ ਜਿੰਨੇ ਸਿੱਖ ਵੱਧ ਤੋਂ ਵੱਧ ਆ ਸਕਦੇ ਨੇ ਉਹ ਸਿੱਖ ਇਸ ਮਾਘੀ 'ਤੇ ਜ਼ਰੂਰ ਦਰਸ਼ਨ ਦੇਣ। ਮਾਘੀ 'ਤੇ ਅਸੀਂ ਨਾਲੇ ਜੱਸਾਂ ਦਾ ਭੋਗ ਪਾਵਾਂਗੇ। 101 ਪਾਠਾਂ ਦਾ ਭੋਗ ਪਾਇਆ ਗਿਆ, 25 ਬੀੜਾਂ ਪ੍ਰਕਾਸ਼ ਕੀਤੀਆਂ ਗਈਆਂ, ਜਿਹਦੇ ਵਿੱਚ ਮਾਤਾ ਜੱਸਾਂ ਦੀ ਯਾਦ ਵਿੱਚ ਮੇਲਾ ਸੀ, ਰਾਏਕੋਟ ਦੇ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਸੀ, ਜਿਹਦੇ ਵਿੱਚ ਅੰਮ੍ਰਿਤਸਰ ਦੇ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਸੀ। ਇਹ ਸਾਰੇ ਮੇਲੇ, ਇਹਨਾਂ ਸਾਰੇ ਸਿੱਖਾਂ ਦੇ ਸ਼ਹੀਦ ਸਿੱਖਾਂ ਦੇ ਭੋਗ ਪਾਏ ਗਏ, ਮਾਤਾ ਜੱਸਾਂ ਜੀ ਦਾ ਭੋਗ ਪਾਇਆ ਗਿਆ। ਇੱਥੇ ਬਾਬਾ ਸਨਮੁਖ ਸਿੰਘ ਨੇ ਆਣ ਕੇ ਅਰਜ਼ ਕੀਤੀ, ਪਾਤਸ਼ਾਹ ਕਈ ਸਿੱਖ ਸਦ ਪੜ੍ਹਦੇ ਨੇ ਜਦੋਂ ਪ੍ਰਾਣੀ ਦਾ ਭੋਗ ਪਾਉਂਦੇ ਆ, ਅਤੇ ਕਈ ਸਿੱਖ ਸਦ ਪੜ੍ਹਦੇ ਨੇ, ਕਈ ਨਹੀਂ ਪੜ੍ਹਦੇ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਕਿ ਸਦ ਪੜ੍ਹਨਾ ਚਾਹੀਦਾ ਆ। ਹਰ ਸਿੱਖ ਜਦੋਂ ਪ੍ਰਾਣੀ ਦਾ ਸਰੀਰ ਛੱਡ ਜਾਵੇ, ਉਹਦਾ ਭੋਗ ਪਾਇਆ ਜਾਵੇ, ਤਾਂ ਉਸ ਦੇ ਪਿੱਛੋਂ ਸਦ ਜ਼ਰੂਰ ਪੜ੍ਹਨਾ। ਇਹ ਸਤਿਗੁਰੂ ਰਾਮ ਸਿੰਘ ਜੀ ਇੱਥੇ ਸਖਤੀ ਨਾਲ ਹੁਕਮ ਕੀਤਾ ਇਸ ਮਰਜ਼ਾਦਾ ਬਾਰੇ। ਸਾਧ ਸੰਗਤ ਜੀ, ਇਸ ਮਾਘੀ ਦੇ ਮੇਲੇ 'ਤੇ ਗੁਰਮੁਖ ਸਿੰਘ ਜੀ ਫਰਵਾਈ ਦੇ ਉਹ ਨੰਬਰਦਾਰ ਸਨ। ਉਹਨਾਂ ਨੇ ਆਪਣਾ ਮਾਮਲਾ ਗਰਾਉਣਾ ਸੀ। ਉਹ ਮਾਮਲਾ ਲੈ ਕੇ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਨੂੰ ਇੱਕ ਰਾਈ ਮਿਲਿਆ। ਉਹਨੇ
ਮੂਲੀਆਂ ਲੱਦੀਆਂ ਹੋਈਆਂ ਸਨ ਆਪਣੇ ਬੈਲ ਦੇ ਉੱਤੇ, ਅਤੇ ਬੈਲ ਦੇ ਉੱਤੇ ਆਪ ਵੀ ਚੜ੍ਹਿਆ ਹੋਇਆ ਸੀ। ਜਦੋਂ ਗੁਰਮੁਖ ਸਿੰਘ ਜੀ ਨੇ ਆਖਿਆ ਉਸ ਰਾਈ ਨੂੰ ਕਿ ਮੂਲੀਆਂ ਦਾ ਤਾਂ ਅੱਗੇ ਹੀ ਬਹੁਤ ਭਾਰ ਆ ਬੈਲ ਦੇ ਉੱਤੇ, ਤੂੰ ਉੱਤਰ ਜਾ, ਘੱਟੋ ਘੱਟ ਬਜ਼ੁਰਗ ਬੈਲ ਆ, ਬਿਰਧ ਆ, ਉਹ ਪ੍ਰਾਣੀ ਮਾਤਰ ਆ, ਉੱਤੇ ਵੀ ਕੋਈ ਦਇਆ ਕਰ। ਉਹਨਾਂ ਦਾ ਸਿਰਫ ਇਸ ਗੱਲ ਤੋਂ ਝਗੜਾ ਵੱਧ ਗਿਆ। ਝਗੜਾ ਵੱਧਦਾ ਵੱਧਦਾ ਕੋਤਵਾਲ ਚਲਾ ਗਿਆ। ਨਾਲ ਹੀ ਮਲੇਰਕੋਟਲੇ ਦੇ ਵਿੱਚ ਜਿਹੜਾ ਕੋਤਵਾਲ ਸੀ, ਕਾਜੀ ਸੀ, ਉਹ ਕਾਜੀ ਨੇ ਉਸ ਰਾਈ ਨੂੰ, ਉਸ ਬਲਦ ਦੇ ਮਾਲਕ ਨੂੰ ਪੈਸੇ ਦੇ ਦਿੱਤੇ ਵੀ ਤੇਰਾ ਬਲਦ ਕਿੰਨੇ ਦਾ? ਉਹਨੇ ਦੱਸਿਆ ਇੰਨੇ ਦਾ। ਉਹਨੇ ਪੈਸੇ ਦੇ ਕੇ ਕਾਜੀ ਨੇ ਗੁਰਮੁਖ ਸਿੰਘ ਨੂੰ ਆਖਿਆ, ਉਹ ਸਿਖੜਿਆ, ਤੂੰ ਕੀ ਲੱਗਦਾ ਇਸ ਬੈਲ ਦਾ? ਤੇਰੇ ਸਾਹਮਣੇ ਜ਼ਬਾ ਕਰਾਂਗਾ ਮੈਂ। ਫਿਰ ਉਹਦੇ ਸਾਹਮਣੇ, ਗੁਰਮੁਖ ਸਿੰਘ ਜੀ ਦੇ ਸਾਹਮਣੇ ਉਸ ਬੈਲ ਨੂੰ ਜ਼ਬਾ ਕੀਤਾ, ਉਹਦਾ ਗਲ ਵੱਢਿਆ ਗਿਆ। ਗੁਰਮੁਖ ਸਿੰਘ ਜੀ ਦਾ ਬੜਾ ਮਨ ਜਿਹੜਾ ਸੀ ਉਹ ਇਸ ਗੱਲੋਂ ਪਰੇਸ਼ਾਨ ਹੋਇਆ ਕਿ ਇਹ ਜਿਹੜੇ ਬੇਦੋਸ਼ੇ ਜੀਵ ਮਾਰੇ ਜਾਂਦੇ ਨੇ, ਜਿਨ੍ਹਾਂ ਵਾਸਤੇ ਅਸੀਂ ਕੁਝ ਨਹੀਂ ਕਰ ਪਾ ਰਹੇ ਅਤੇ ਸਾਨੂੰ ਕੁਝ ਕਰਨਾ ਚਾਹੀਦਾ, ਉਹ ਇਹ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਕੇ ਉਹ ਭੈਣੀ ਸਾਹਿਬ ਆਉਂਦੇ ਨੇ ਮਾਘੀ ਦੇ ਮੇਲੇ 'ਤੇ। ਇੱਥੇ ਜਿਹੜੇ ਸਰਦਾਰ ਹੀਰਾ ਸਿੰਘ ਜੀ ਸਨ, ਉਹ ਮਸਤਾਨਿਆਂ ਦਾ ਜਥਾ ਇੱਥੇ ਇਕੱਤਰ ਹੋਇਆ ਸੀ। ਸਾਧ ਸੰਗਤ ਜੀ, ਮੈਂ ਪ੍ਰਸੰਗ ਨੂੰ ਇਸ ਤੋਂ ਅੱਗੇ ਲਿਜਾਣ ਤੋਂ ਪਹਿਲਾਂ ਥੋੜ੍ਹਾ ਜਿਹਾ ਅਰਜ਼ ਬੇਨਤੀ ਕਰਦਾ ਕਿ ਸਰਦਾਰ ਹੀਰਾ ਸਿੰਘ ਜੀ ਜਿਹੜੇ ਸਨ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਜਿਹੜੇ ਇਸ ਮਲੇਰਕੋਟਲੇ ਸ਼ਹੀਦੀ ਸਾਕੇ ਦੇ ਸਿਰਮੌਰ ਸ਼ਹੀਦਾਂ ਵਿੱਚ ਗਿਣੇ ਜਾਂਦੇ ਨੇ। ਉਹਨਾਂ ਦਾ ਜਨਮ 1844 ਵਿੱਚ ਹੋਇਆ। ਪਿਤਾ ਕਾਹਨ ਸਿੰਘ, ਮਾਤਾ ਮਹਿਤਾਬ ਕੌਰ। ਜਦੋਂ ਇਹ ਸ਼ਹੀਦ ਹੁੰਦੇ ਨੇ ਉਸ ਸਮੇਂ ਇਹਨਾਂ ਦੀ ਉਮਰ ਤਕਰੀਬਨ 28 ਕੁ ਸਾਲ ਦੀ ਸੀ। ਹੀਰਾ ਸਿੰਘ ਪਿੰਡ ਸਕਰੌਦੀ ਗੌਤ ਗਰੇਵਾਲ। ਪਿਤਾ ਕਾਹਨ ਸਿੰਘ ਦਾ ਭੁਜੰਗੀ ਬਲਕਾਰੀ ਸੀ। ਉਮਰ 28 ਸਾਲ। ਮਾਤਾ ਜੀ ਮਹਿਤਾਬ ਕੌਰ। ਮਾਤਾ ਸੀ ਮਹਿਤਾਬ ਕੌਰ, ਮੋਢੀ ਜਹੇਦਾਰ ਹੋ ਸ਼ਹੀਦ ਜਿੰਦ ਵਾਰੀ ਸੀ। ਇਹਨਾਂ ਵਾਸਤੇ ਇਸ ਤਰ੍ਹਾਂ ਵੀ ਇਤਿਹਾਸ ਵਿੱਚ ਲਿਖਿਆ ਮਿਲਦਾ, ਕਵੀ ਲਿਖਦਾ। ਇਹਨਾਂ ਦੇ ਪਿਤਾ ਜੀ ਜਿਹੜੇ ਸਨ ਉਹ ਪਟਿਆਲੇ ਵਾਲੇ ਰਾਜੇ ਦੇ ਬਸਤਰ ਲੱਸੀ ਖਾਨੇ ਵਿੱਚ, ਭਾਵ ਜਿਹੜਾ ਜਿੱਥੇ ਦੁੱਧ ਦਾ ਖਾਨਾ ਸੀ, ਉਹਦੇ ਵਿੱਚ ਸਨ, ਨੌਕਰੀ ਕਰਦੇ। ਉਹਨਾਂ ਨੇ ਹੀਰਾ ਸਿੰਘ ਨੂੰ ਜਦੋਂ ਵੱਢਿਆ ਹੋਇਆ, ਹੀਰਾ ਸਿੰਘ ਨੂੰ ਵੀ ਉੱਥੇ ਮਹਾਰਾਜਾ ਪਟਿਆਲਾ ਜਿਹੜਾ ਸੀ ਮਹਿੰਦਰ ਸਿੰਘ, ਉਹਦੇ ਬਸਤਰ ਪਹਿਨਾਉਣ ਵਾਲਿਆਂ ਵਿੱਚ ਲਵਾ ਦਿੱਤਾ ਨੌਕਰੀ। ਹੁਣ ਹੀਰਾ ਸਿੰਘ ਜੀ ਇੱਥੇ ਨੌਕਰੀ ਕਰਦੇ ਨੇ। 1868 ਨੂੰ, ਮੈਂ ਇੱਕ ਦਿਨ ਅੱਗੇ ਵੀ ਪ੍ਰਸੰਗ ਸੁਣਾਇਆ ਸੀ ਮਾੜਾ ਜਿਹਾ, ਪਰ ਮੈਂ ਹੁਣ ਛੇਤੀ ਸੁਣਾ ਕੇ ਗਾਂਹ ਜਾਵਾਂਗਾ। 1868 ਨੂੰ ਕਾਹਨ ਸਿੰਘ ਜੀ, ਹੀਰਾ ਸਿੰਘ ਜੀ ਦੇ ਪਿਤਾ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਭੈਣੀ ਸਾਹਿਬ ਆਣ ਕੇ ਅਰਜ਼ ਕੀਤੀ, ਕਿਰਪਾ ਕਰੋ ਸਾਡੇ ਪਿੰਡ ਉੱਥੇ ਪਟਿਆਲੇ ਆਣ ਕੇ ਪਾਠ ਕਰੋ, ਅਸੀਂ ਪਾਠ ਕਰਨਾ ਚਾਹੁੰਦੇ ਹਾਂ। ਸਤਿਗੁਰੂ ਰਾਮ ਸਿੰਘ ਜੀ 25 ਸਿੱਖ ਨਾਲ ਭੇਜੇ, ਪਾਠੀ ਵੀ, ਰਾਗੀ ਵੀ, ਸੂਬਾਦਾਰ ਜਿਹੜੇ ਕਾਹਨ ਸਿੰਘ ਜੀ ਸਨ, ਨਿਹੰਗ ਜਿਹੜੇ ਸਤਿਗੁਰੂ ਰਾਮ ਸਿੰਘ ਦੇ ਨਾਲ ਫੌਜ ਵਿੱਚ ਸਨ, ਉਹਨਾਂ ਨੂੰ ਨਾਲ ਭੇਜ ਕੇ, ਉਹਨਾਂ ਦੀ ਕਮਾਨ ਹੇਠ ਇਹ ਸਾਰੇ ਜਥੇ ਨੂੰ ਭੇਜ ਕੇ ਵੀ ਜਾ ਕੇ ਪਾਠ ਕਰੋ ਪਟਿਆਲੇ ਵਿੱਚ। ਉਹਨਾਂ ਦਾ ਬਾਗ ਵਿੱਚ ਡੇਰਾ ਲਵਾਇਆ ਗਿਆ। ਉੱਥੇ ਉਹਨਾਂ ਨੇ ਪਾਠ ਆਰੰਭ ਕਰ ਦਿੱਤਾ। ਦੂਰੋਂ ਦੂਰੋਂ ਸਿੱਖ ਆਣ ਕੇ ਸੋਭਾ ਸੁਣ ਕੇ ਭਜਨ ਪੁੱਛ ਰਹੇ ਨੇ। ਪਟਿਆਲੇ ਵਾਲੇ ਨਾਭੇ ਨੇ ਸੁਣਿਆ ਮਹਿੰਦਰ ਸਿੰਘ ਨੇ ਕਿ ਸਿੱਖ ਜਿਹੜੇ ਨੇ ਉਹ ਭਜਨ ਦੇ ਰਹੇ ਨੇ। ਮੈਂ ਸੁਣਾ ਇਹ ਕਿਹੜੀ ਕਲਾਮ ਦਿੰਦੇ ਨੇ, ਕਿਉਂਕਿ ਉਸ ਸਮੇਂ ਇਹ ਗੱਲ ਬਹੁਤ ਮਸ਼ਹੂਰ ਸੀ ਕਿ ਕੂਕੇ ਕਲਾਮ ਦਿੰਦੇ ਨੇ, ਜਿਹਦੇ ਮੰਤਰ ਵਿੱਚ ਜਿਹਦੇ ਕੰਨ ਵਿੱਚ ਮੰਤਰ ਦੇ ਦਿੰਦੇ ਨੇ ਉਹ ਆਪਣੀ ਸੁੱਧ ਬੁੱਧ ਭੁੱਲ ਜਾਂਦਾ ਹੈ, ਕਿਉਂਕਿ ਇਹ ਕਲਾਮ ਦਿੰਦੇ ਨੇ। ਉਹਨੇ ਆਪਣੇ ਦੂਲਾ ਸਿੰਘ ਜਿਹੜਾ ਸੀ ਉਹਦਾ ਸਿਪਾਹੀ ਸੀ, ਉਹਨੂੰ ਭੇਜਿਆ ਵੀ ਤੂੰ ਜਾ ਕੇ ਉਹਨਾਂ ਕੋਲੋਂ ਨਾਮ ਪੁੱਛ ਕੇ ਆ, ਫਿਰ ਮੈਨੂੰ ਦੱਸੀ, ਜੇ ਕੋਈ ਚੰਗੀ ਗੱਲ ਹੋਈ ਤਾਂ ਮੈਂ ਲੈ ਲਵਾਂਗਾ, ਨਹੀਂ ਤਾਂ ਰਹਿਣ ਦੇਵਾਂਗਾ। ਦੂਲਾ ਸਿੰਘ ਆਉਂਦਾ ਹੈ, ਉਹ ਆਣ ਕੇ ਸਿੱਖਾਂ ਨੂੰ ਸੱਚੀ ਗੱਲ ਦੱਸ ਦਿੰਦਾ ਕਿ ਮੈਨੂੰ ਪਟਿਆਲੇ ਵਾਲੇ ਰਾਜੇ ਨੇ, ਮਹਿੰਦਰ ਸਿੰਘ ਨੇ ਇਸ ਕਰਕੇ ਭੇਜਿਆ ਤੁਹਾਡੇ ਕੋਲ ਵੀ ਤੁਹਾਡੇ ਕੋਲੋਂ ਨਾਮ ਜਿਹੜਾ ਤੁਸੀਂ ਦੱਸਦੇ ਹੋ, ਕੰਨ ਵਿੱਚ ਮੰਤਰ ਦੱਸਦੇ ਹੋ, ਉਹ ਮੈਂ ਜਾ ਕੇ ਪਟਿਆਲੇ ਵਾਲੇ ਰਾਜੇ ਨੂੰ ਦੇਣਾ। ਸਿੱਖਾਂ ਨੇ ਆਖਿਆ ਕੋਈ ਗੱਲ ਨਹੀਂ। ਸੂਬੇਦਾਰ ਕਾਹਨ ਸਿੰਘ ਜੀ ਨੇ, ਸੂਬਾ ਕਾਹਨ ਸਿੰਘ ਜੀ ਉਸ ਸਮੇਂ ਉਹਨਾਂ ਨੂੰ ਥਾਪ ਦਿੱਤਾ ਗਿਆ ਸੀਗਾ, ਉਹਨਾਂ ਨੇ ਦੂਲੇ ਸਿੰਘ ਦੇ ਕੰਨ ਵਿੱਚ ਭਜਨ ਦਿੱਤਾ ਅਤੇ ਨਾਲ ਬਚਨ ਕਰ ਦਿੱਤਾ ਕਿ ਤੂੰ ਕਿਸੇ ਨੂੰ ਦੱਸਣਾ ਨਹੀਂ। ਭਜਨ ਦੇਣ ਦੀ ਦੇਰ ਹੀ ਸੀ ਕਿ ਉਹ ਇੱਕਦਮ ਮਨ ਜਿਹੜਾ ਸੀ ਉਹਦਾ ਸਤਿਗੁਰ ਦੇ ਚਰਨਾਂ ਨਾਲ ਜੁੜ ਗਿਆ। ਜਿਹੜੀ ਮਨ ਦੇ ਵਿੱਚ ਵਿਕਾਰ ਸਨ, ਉਹ ਮਾੜੀਆਂ ਹਰਕਤਾਂ ਕਰਦਾ ਸੀ, ਉਹ ਸ਼ਰਾਰਤੀ ਸੀ ਬਹੁਤ, ਜਾਣ ਕੇ ਮਖੌਲ ਕਰਦਾ ਸੀ, ਧਾਰਮਿਕ ਬੰਦਿਆਂ ਦਾ ਮਖੌਲ ਉਡਾਉਂਦਾ ਸੀ। ਇਸ ਕਰਕੇ ਉਹਨੂੰ ਦੂਲਾ ਸਿੰਘ ਨੂੰ ਭੇਜਿਆ ਸੀ।
ਮਨ ਸ਼ਾਂਤ ਹੋ ਗਿਆ। ਉਹਨੇ ਜਾ ਕੇ ਪਟਿਆਲੇ ਵਾਲੇ ਰਾਜੇ ਨੂੰ ਆਖਿਆ ਕਿ ਮੈਂ ਤੈਨੂੰ ਭਜਨ ਨਹੀਂ ਦੇ ਸਕਦਾ, ਮੈਨੂੰ ਹੁਕਮ ਨਹੀਂ। ਉਹਨੇ ਆਣ ਕੇ ਫਿਰ ਦੱਸਿਆ ਸਿੱਖਾਂ ਨੂੰ ਕਿ ਮੈਂ ਭਜਨ ਨਹੀਂ ਦਿੱਤਾ। ਸਿੱਖਾਂ ਨੇ ਆਖਿਆ ਕੋਈ ਗੱਲ ਨਹੀਂ, ਜੇ ਤੇਰੇ ਤੋਂ ਦੁਬਾਰਾ ਰਾਜਾ ਪੁੱਛੇ ਭਜਨ ਦੇ ਦੇਵੀਂ। ਉਹਨੇ ਜਾ ਕੇ ਭਜਨ ਦਿੱਤਾ। ਪਟਿਆਲੇ ਵਾਲਾ ਰਾਜਾ ਬੜਾ ਖੁਸ਼ ਹੋਇਆ ਕਿ ਇਹ ਤੇ ਉਹੀ ਨਾਮ ਹੈ ਜਿਹੜਾ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੈ, ਕੋਈ ਵੱਖਰਾ ਨਾਮ ਨਹੀਂ। ਲੋਕੀ ਝੂਠ ਬੋਲਦੇ ਨੇ। ਮਨ ਦਾ ਸ਼ੰਕਾ ਦੂਰ ਹੋ ਗਿਆ। ਉਹਨੇ ਵੀ ਸਿੱਖਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ, ਪਰ ਦੂਰ ਰਹਿ ਕੇ, ਨੇੜੇ ਜਾ ਕੇ ਨਹੀਂ, ਤਾਂ ਕਿ ਜੇ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਤੇ ਕਿਉਂਕਿ ਇਹਨਾਂ ਸਾਰਿਆਂ ਨੇ ਅਹਿਦਨਾਮੇ ਲਿਖ ਕੇ ਦਿੱਤੇ ਸਨ, ਭਾਵ ਪੇਪਰਾਂ 'ਤੇ ਸਾਈਨ ਕੀਤੇ ਹੋਏ ਸਨ, ਜਿੰਨੇ ਵੀ ਪਟਿਆਲੇ ਵਾਲੇ ਸਨ, ਰਾਜੇ ਜਿੰਨੇ ਸਨ, ਕਿ ਅਸੀਂ ਸਾਡੀ ਜਿਹੜੀ ਰਾਜਗੱਦੀ ਹੈ ਇਹਨੂੰ ਬਰਕਰਾਰ ਰਹਿਣ ਦਿੱਤਾ ਜਾਵੇ। ਅਸੀਂ ਤੁਹਾਡੇ ਕਿਸੇ ਵੀ ਗੱਲ ਦੇ ਵਿੱਚ ਅੜਿੱਚਣ ਨਹੀਂ ਬਣਾਂਗੇ, ਅੜਿੱਕਾ ਨਹੀਂ ਬਣਾਂਗੇ। ਜਦੋਂ 1849 ਵਿੱਚ ਅੰਗਰੇਜ਼ ਪੰਜਾਬ 'ਤੇ ਕਾਬਜ਼ ਹੋਇਆ ਸੀ, ਇਸ ਕਰਕੇ ਕੋਈ ਵੀ ਰਾਜੇ ਆਪਣੀਆਂ ਸਰਦਾਰੀਆਂ, ਜ਼ਿਮੀਂਦਾਰ ਵੱਡੇ ਵੱਡੇ ਸਨ, ਉਹਨਾਂ ਨੇ ਗੌਰਮੈਂਟ ਦੇ ਨਾਲ, ਬ੍ਰਿਟਿਸ਼ ਗੌਰਮੈਂਟ ਨਾਲ ਸੰਧੀ ਕਰ ਲਈ ਸੀ, ਅਸੀਂ ਤੁਹਾਡੇ ਖਿਲਾਫ ਨਹੀਂ ਬੋਲਾਂਗੇ। ਇਸ ਕਰਕੇ ਉਹ ਸਾਹਮਣੇ ਤੌਰ 'ਤੇ ਪੱਖ ਰੂਪ ਵਿੱਚ ਪ੍ਰਤੱਖ ਸਾਹਮਣੇ ਨਹੀਂ ਸੀ ਆਉਣਾ ਚਾਹੁੰਦਾ ਕਿ ਮੈਂ ਵੀ ਭਜਨ ਪੁੱਛ ਲਿਆ, ਮੈਂ ਵੀ ਕੂਕਾ ਸੱਜ ਗਿਆ। ਜਦੋਂ ਪਾਠ ਦਾ ਭੋਗ ਪੈ ਗਿਆ, ਸਿੱਖਾਂ ਨੂੰ ਉਹਨੇ ਆਖਿਆ ਕਿ ਤੁਸੀਂ ਮੇਰੇ ਲੰਗਰ ਕਰੋ। ਸਿੱਖਾਂ ਨੇ ਆਖਿਆ ਕਿ ਭਜਨ ਸਾਡੇ ਕੋਲ ਪੁੱਛੇਗਾ ਤਾਂ ਲੰਗਰ ਕਰਾਂਗੇ। ਇੱਥੇ ਥੋੜ੍ਹਾ ਜਿਹਾ ਵਾਦ ਵਿਵਾਦ ਹੁੰਦਾ ਹੈ। ਪਰ ਜਿਹੜੀ ਗੱਲ ਮੇਨ ਇਹ ਸੀਗੀ ਕਿ ਜਦੋਂ ਭਜਨ ਪੁੱਛ ਲਿਆ, ਸਿੱਖਾਂ ਨੇ ਉਹਦੇ ਰਾਜ ਵਿੱਚ ਜਾ ਕੇ, ਮਹੱਲਾਂ ਵਿੱਚ ਜਾ ਕੇ, ਉਹਦੇ ਬਾਗ ਵਿੱਚ ਬੈਠ ਕੇ ਪਾਠ ਕੀਤਾ ਸੀ। ਉਸ ਸਮੇਂ ਇਹ ਗੱਲ ਬਹੁਤ ਘੁੰਮ ਗਈ ਸੀ ਸਾਰੇ ਕਿ ਪਟਿਆਲੇ ਵਾਲੇ ਰਾਜੇ ਨੇ ਭਜਨ ਪੁੱਛ ਕੇ ਕੂਕਾ ਬਣ ਗਿਆ। ਕੂਕਾ ਬਣਨ ਤੋਂ ਬਾਅਦ ਉਹਨੇ 4 ਲੱਖ ਰੁਪਈਆ ਸਤਿਗੁਰੂ ਰਾਮ ਸਿੰਘ ਜੀ ਨੂੰ ਦਿੱਤਾ ਹੈ ਕਿ ਤੁਹਾਨੂੰ ਜਿੱਥੇ ਵੀ ਲੋੜ ਪਵੇ ਤੁਸੀਂ ਇਹਨਾਂ ਅੰਗਰੇਜ਼ਾਂ ਦੇ ਖਿਲਾਫ ਵਰਤੋ। ਜੇ ਹੋਰ ਲੋੜ ਪਈ ਮੈਂ ਆਪਣੀ ਸੈਨਾ ਵੀ ਮੈਂ ਦੇਵਾਂਗਾ ਤੁਹਾਨੂੰ। ਇਹ ਗੱਲ ਬਹੁਤ ਆਮ ਧੁੰਮ ਗਈ ਸੀ ਕਿ ਪਟਿਆਲੇ ਵਾਲਾ ਰਾਜਾ ਜਿਹੜਾ ਕੂਕਾ ਬਣ ਗਿਆ। ਨਾਭੇ ਵਾਲਾ ਰਾਜਾ ਉਹ ਵੀ ਕੂਕਾ ਬਣ ਗਿਆ, ਕਿਉਂਕਿ ਪਟਿਆਲਾ, ਨਾਭਾ, ਇਹ ਜਿਹੜੇ ਸਾਰੇ ਸਨ, ਇਹਨਾਂ 2-3 ਰਾਜਿਆਂ ਦਾ ਇਸ ਤਰ੍ਹਾਂ ਨਾਂ ਆਉਣ ਲੱਗ ਗਿਆ। 1868 ਦੀ ਇਹ ਗੱਲ ਹੈ। 1868 ਨੂੰ ਡੋਨੋਵਨ ਇੱਕ ਅੰਗਰੇਜ਼ ਅਫਸਰ ਸੀਗਾ, ਜਿਹੜਾ ਰੇਲ ਅਫਸਰ ਸੀਗਾ ਲੁਧਰਾਏ ਵਿਖੇ, ਜਿਹੜੀ ਲੁਧਿਆਣਾ ਦਰਾਹਾ ਦਿੱਲੀ ਰੋਡ ਟ੍ਰੇਨ ਟਰੈਕ ਸੀਗਾ ਮੇਨ, ਉਹ ਇਹਦੇ ਵਿੱਚ ਇੰਚਾਰਜ ਸੀ ਦੁਰਾਹੇ ਵਿਖੇ। ਉਹਨੇ 1868 ਨੂੰ ਹਿੰਦੁਸਤਾਨ ਦੇ ਗਵਰਨਰ ਨੂੰ, ਇੰਡੀਆ ਦੇ ਗਵਰਨਰ ਨੂੰ ਇਹ ਲਿਖ ਕੇ ਚਿੱਠੀ ਭੇਜੀ ਕਿ ਜੇ ਨਾਮਧਾਰੀ ਕੂਕਿਆਂ ਨੂੰ ਅੱਜ ਅਸੀਂ ਨਾ ਫੜਿਆ ਤੇ ਪਟਿਆਲੇ ਵਾਲਾ ਰਾਜਾ ਵੀ ਉਹਦੇ ਨਾਲ ਰਲ ਗਿਆ ਹੈ, ਉਹਦੇ ਨਾਲ ਸੰਗਤ, ਉਹਦੇ ਨਾਲ ਲੋਕ ਜਿਹੜੇ ਨੇ ਬਹੁਤ ਇਕੱਠੇ ਹੋ ਰਹੇ ਨੇ, ਉਹ ਬਹੁਤ ਜਸ਼ੀਲੇ ਨੇ, ਉਹਨਾਂ ਦੇ ਉੱਤੇ ਬਿਨਾਂ ਕਿਸੇ ਕਾਰਵਾਈ ਤੋਂ, ਬਿਨਾਂ ਕਿਸੇ ਕਾਨੂੰਨ ਵਿੱਚ ਲਿਆਉਣ ਤੋਂ ਉਹਨਾਂ ਨੂੰ ਤੋਪਾਂ ਨਾਲ ਉਡਾ ਦਿਓ, ਤਾਂ ਕਿ ਉਹਨਾਂ ਦੇ ਲੋਕਾਂ ਦੇ ਮਨਾਂ ਵਿੱਚ ਐਸੀ ਦਹਿਸ਼ਤ ਪੈ ਜਾਵੇ ਤਾਂ ਕਿ ਉਹ ਗੁਰੂ ਰਾਮ ਸਿੰਘ ਦੇ ਇਸ ਕਾਫਲੇ ਨਾਲ ਹੋਰ ਲੋਕ ਨਾ ਇਕੱਠੇ ਹੋਣ। ਇਹ ਸਾਨੂੰ ਕਦਮ ਚੁੱਕਣਾ ਪਏਗਾ। ਜੇ ਅਸੀਂ ਕਦਮ ਨਾ ਇਸ ਤਰ੍ਹਾਂ ਦਾ ਚੁੱਕਿਆ, ਇੱਕ ਟਾਈਮ ਉਹ ਆਏਗਾ ਕਿ ਜਿਹਦੇ ਨਾਲ ਜਿੰਨੇ ਵੀ ਫੌਜੀ ਸਿੱਖ ਨੇ, ਚਾਹੇ ਉਹ ਪਟਿਆਲੇ ਵਾਲਿਆਂ ਕੋਲ ਨੇ ਜਾਂ ਜਿੰਨਾ ਵੀ ਆਪਣੀਆਂ ਰਿਆਸਤਾਂ ਨੇ, ਵੱਡੇ ਜ਼ਿਮੀਂਦਾਰ ਨੇ, ਉਹ ਸਾਰੇ ਕੂਕੇ ਬਣ ਜਾਣਗੇ ਤੇ ਸਾਨੂੰ ਪੰਜਾਬ 'ਚੋਂ ਬਾਹਰ ਕੱਢਣਗੇ ਪਹਿਲਾਂ, ਬਾਅਦ ਵਿੱਚ ਸਾਨੂੰ ਹਿੰਦੁਸਤਾਨ ਆਪਣੇ ਹੱਥ ਤੋਂ ਗਵਾਉਣਾ ਪਏਗਾ। ਬਹੁਤ ਲੰਮੀ ਰਿਪੋਰਟ ਬਣਾ ਕੇ ਉਹਨੇ ਗਵਰਨਰ ਨੂੰ ਲਿਖੀ। ਇਸ ਕਰਕੇ ਜੇ ਬਾਕੀ ਕਾਰਵਾਈ ਹੱਲੇ ਨਾ ਹੋ ਸਕੇ, ਤੁਸੀਂ ਓਨੀ ਦੇਰ ਲਈ ਪੰਜਾਬ ਵਿੱਚ ਘੱਟੋ ਘੱਟ ਯੂਰਪੀਅਨ ਫੌਜ ਦੀ ਗਿਣਤੀ ਵਧਾ ਦੇਵੋ ਅਤੇ ਸਿੱਖ ਫੌਜ ਜਾਂ ਹੋਰ ਜਿਹੜੀਆਂ ਫੌਜਾਂ ਨੇ ਉਹਨਾਂ ਦੀ ਗਿਣਤੀ ਘਟਾਵੋ। ਘੱਟੋ ਘੱਟ ਸਾਡਾ ਬਹੁਤਾਤ ਜਿਹੜੀ ਹੈ ਪੰਜਾਬ ਵਿੱਚ ਹੋਣੀ ਬਹੁਤ ਜ਼ਰੂਰੀ ਹੈ, ਤਾਂ ਅਸੀਂ ਪੰਜਾਬ 'ਤੇ ਕਾਬਜ਼ ਰਹਿ ਸਕਦੇ ਹਾਂ। ਇਹ ਬਹੁਤ ਲੰਮੀ ਚਿੱਠੀ ਲਿਖੀ ਉਹਨੇ, ਭਾਵ ਕਿ 1868 ਤੋਂ ਹੀ ਅੰਗਰੇਜ਼ਾਂ ਨੂੰ ਨਾਮਧਾਰੀਆਂ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਸੀ ਅੰਦਰ ਖਾਤੇ। ਉਹ ਬਹੁਤਾ ਬਾਹਰ ਰੂਪ ਵਿੱਚ ਬੋਲਦੇ ਨਹੀਂ ਸਨ, ਉਹ ਵੀ ਸੋਚਦੇ ਸਨ ਵੀ ਜਦੋਂ ਸਮਾਂ ਆਏਗਾ ਫਿਰ ਗੱਲ ਕਰਾਂਗੇ। ਹੁਣ 1868 ਵਿੱਚ ਪਟਿਆਲੇ ਵਾਲੇ ਰਾਜੇ ਦੇ ਰਾਜ ਵਿੱਚ ਉਹ ਸਿੱਖ ਭਜਨ ਦਿੰਦੇ ਨੇ। 1869 ਵਿੱਚ 1869 ਵਿੱਚ ਜਿਹੜੇ ਸਤਿਗੁਰੂ ਰਾਮ ਸਿੰਘ ਜੀ ਕੋਲ ਮਹਿਤਾਬ ਕੌਰ, ਹੀਰਾ ਸਿੰਘ ਦੀ ਮਾਤਾ ਨੇ ਅਰਜ਼ ਕੀਤੀ ਵੀ ਸਾਡੇ ਘਰੇ ਆਣ ਕੇ ਸਕਰੌਦੀ ਪਿੰਡ ਵਿਖੇ ਤੁਸੀਂ ਕਿਰਪਾ ਕਰੋ ਅਤੇ ਮੇਲਾ ਕਰੋ। ਉਹ ਮੇਲੇ ਵਿੱਚ ਹੀਰਾ ਸਿੰਘ ਨੂੰ, ਮਾਤਾ ਪੁੱਤਰ ਨੂੰ ਵੀ ਸੱਦ ਲੈਂਦੀ ਹੈ ਕਿ ਤੂੰ ਮੇਲੇ 'ਚ ਘਰੇ ਪਹੁੰਚ, ਆਪਣੇ ਘਰੇ ਪ੍ਰੋਗਰਾਮ ਆ। ਹੁਣ ਹੀਰਾ ਸਿੰਘ ਜੀ ਆਉਂਦੇ ਨੇ, ਮਾਤਾ ਕਹਿ ਕੇ ਸਤਿਗੁਰੂ ਰਾਮ ਸਿੰਘ ਜੀ ਤੋਂ ਹੀਰਾ ਸਿੰਘ ਨੂੰ ਭਜਨ ਦਿਵਾਉਂਦੀ ਹੈ। ਸਤਿਗੁਰੂ ਰਾਮ ਸਿੰਘ ਜੀ ਹੀਰਾ ਸਿੰਘ ਨੂੰ ਭਜਨ ਦਿੰਦੇ ਨੇ। ਉਸ ਤੋਂ ਬਾਅਦ ਮਨ ਜਿਹੜਾ ਸੀ ਉਹ ਐਸਾ ਗੁਰਚਰਨਾਂ ਦੇ ਨਾਲ ਜੁੜ ਗਿਆ, ਉਹਨਾਂ ਨੇ ਨੌਕਰੀ ਛੱਡ ਦਿੱਤੀ, ਘਰੇ ਰਹਿ ਕੇ ਭਜਨ ਕਰਨਾ ਹੀ ਸ਼ੁਰੂ ਕਰ ਦਿੱਤਾ। ਛੁੱਟੀ ਲੈ ਕੇ ਭਜਨ ਕਰਨ ਲੱਗ ਗਏ। ਭਜਨ ਕਰਦਿਆਂ ਕਰਦਿਆਂ ਮਨ ਦੀ ਬਿਰਤੀ ਜਿਹੜੀ ਸੀ ਉਹ ਬਹੁਤ ਹੀ ਬਦਲ ਗਈ। ਘਰ ਦੇ ਵਿੱਚੋਂ ਸਾਜੋ ਸਮਾਨ ਵੇਚ ਕੇ ਉਹ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਜਾ ਕੇ ਭੈਣੀ ਸਾਹਿਬ ਆਣ ਕੇ ਬਿਰਾਜਮਾਨ ਹੋਏ।
ਜਿੰਨਾ ਵੱਧ ਤੋਂ ਵੱਧ ਉਹਨਾਂ ਕੋਲ ਧਨ ਸੀ ਉਹ ਲਿਆ ਕੇ ਉਹਨਾਂ ਨੇ ਸਚਪਾ ਦੇ ਆਪਣੀ ਜੇਬ 'ਚ ਲਿਖਿਆ ਹੁੰਦਾ ਕਿ ਆਣ ਕੇ ਅਕਾਲ ਬੂੰਗੇ ਸੌਂ ਜਾਂਦੇ ਨੇ, ਸੁੱਤਿਆਂ ਨੂੰ ਸੁਪਨਾ ਆਉਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਮੇਰੇ ਸਰਾਣੇ ਬੈਠੇ ਨੇ। ਇਹ ਸਰਦੀਆਂ ਦੇ ਦਿਨ ਨੇ। ਸਤਿਗੁਰੂ ਰਾਮ ਸਿੰਘ ਜੀ ਉਹ ਭਾਈ ਹੀਰਾ ਸਿੰਘ ਦੀ ਅੱਖ ਖੁੱਲ੍ਹਦੀ ਹੈ, ਦੇਖਦੇ ਨੇ ਵਾਕਈ ਸਤਿਗੁਰੂ ਰਾਮ ਸਿੰਘ ਜੀ ਉਹਨਾਂ ਦੇ ਸਰਾਣੇ ਬੈਠੇ ਸਨ। ਜਦੋਂ ਇਸ ਤਰ੍ਹਾਂ ਦਾ ਕੌਤਕ ਦੇਖਿਆ ਕਿ ਸੁਪਨਾ ਵੀ ਉਹੀ ਚੱਲ ਰਿਹਾ, ਅੱਖਾਂ ਖੋਲ੍ਹ ਕੇ ਵੇਖਦੇ ਨੇ ਸਤਿਗੁਰੂ ਰਾਮ ਸਿੰਘ ਜੀ ਵੀ ਉਸੇ ਤਰ੍ਹਾਂ ਉਹਨਾਂ ਦੇ ਸਰਾਣੇ ਬੈਠੇ ਸਨ। ਬੜਾ ਮਨ ਖੁਸ਼ ਹੋਇਆ ਦਰਸ਼ਨ ਕਰਕੇ। ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ, ਠੰਡ ਵਿੱਚ ਸੁੱਤੇ ਹੋ ਅਤੇ ਮੇਰਾ ਜੀਅ ਕਰਦਾ ਤੁਹਾਨੂੰ ਰਜਾਈਆਂ ਲੈ ਕੇ ਦਈਏ, ਠੰਡ ਵਿੱਚ ਕਿਉਂ ਸੋਵੋ। ਅਰਜ਼ ਕਰਦਾ ਭਾਈ ਹੀਰਾ ਸਿੰਘ ਅੱਗੋਂ, ਅਕਾਲ ਪੁਰਖ ਜੀ ਠੰਡ ਵੀ ਆਪ ਜੀ ਦੀ, ਅਸੀਂ ਸਿੱਖ ਵੀ ਆਪ ਜੀ ਦੇ ਹਾਂ, ਇਸ ਕਰਕੇ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦੀ ਅਗਲੇ ਦਿਨ ਮਾਤਾ ਆਉਂਦੀ ਹੈ ਮਗਰ, ਉਹ ਰਾਮ ਸਿੰਘ ਨੂੰ ਅਰਜ਼ ਕਰਦੀ ਹੈ ਕਿ ਘਰ ਵਿੱਚ ਜਿੰਨਾ ਵੀ ਪੈਸਾ ਸੀ ਹੀਰਾ ਸਿੰਘ ਨਾਲ ਪਾ ਕੇ ਜੇਬ ਵਿੱਚ ਲੈ ਆਇਆ। 300 ਰੁਪਈਆ ਉਹਨਾਂ ਦੀ ਜੇਬ 'ਚ ਉਸ ਸਮੇਂ ਸੀ। ਉਹਨਾਂ ਦੀ ਮਾਤਾ ਨੇ ਆਖਿਆ ਕਿ ਇਹ ਪੈਸੇ ਮੈਨੂੰ ਦੇ ਦਿਓ। ਸਤਿਗੁਰੂ ਰਾਮ ਸਿੰਘ ਜੀ ਹੀਰਾ ਸਿੰਘ ਨੂੰ ਆਖਿਆ ਦੇ ਦੇ। ਹੀਰਾ ਸਿੰਘ ਨੇ ਆਖਿਆ ਮਾਤਾ ਨੂੰ ਕਿ ਜੇ ਤੇ ਪੁੱਤ ਗਵਾਉਣਾ ਹੈ ਤੇ ਪੈਸੇ ਲੈ ਜਾ, ਤੂੰ ਦੇਖ ਲੈ ਤੈਨੂੰ ਪੁੱਤ ਚਾਹੀਦਾ ਕਿ ਪੈਸੇ ਚਾਹੀਦੇ ਨੇ। ਉਹ ਕਹਿੰਦੀ ਇਸ ਟਾਈਮ ਘਰ ਵਿੱਚ ਤੰਗੀ ਹੈ, ਮੈਨੂੰ ਪੈਸੇ ਦੇ ਦੇ। ਪੈਸੇ ਦੇ ਲੈ ਕੇ ਮਾਤਾ ਵਾਪਸ ਘਰ ਵਿੱਚ ਆ ਗਈ। ਆਨੰਦਪੁਰ ਦੇ 1870 ਦੇ ਹੋਲੇ 'ਤੇ ਭਾਈ ਹੀਰਾ ਸਿੰਘ ਜੀ ਜਾਂਦੇ ਨੇ, ਕਿਉਂਕਿ ਇੱਥੇ ਆਣ ਕੇ ਫਿਰ ਉਹਨਾਂ ਦੀ ਜਿਹੜੀ ਸਿੰਘਣੀ ਸੀ, ਮਾਤਾ ਸੀ, ਉਹ ਵੀ ਨਾਲ ਸਨ। ਇਸ ਹੋਲੇ ਤੋਂ ਫਿਰ ਵਾਪਸ ਭੈਣੀ ਸਾਹਿਬ ਆ ਜਾਂਦੇ ਨੇ। ਮਾਤਾ ਨੇ ਅਰਜ਼ ਕੀਤੀ ਸਤਿਗੁਰੂ ਰਾਮ ਸਿੰਘ ਜੀ ਨੂੰ, ਹੀਰਾ ਸਿੰਘ ਨੂੰ ਆਖੋ ਵੀ ਘਰੇ ਆਣ ਕੇ ਕੰਮ ਕਾਜ ਕਰੇ, ਇਹ ਘਰ ਹੀ ਨਹੀਂ ਜਾਂਦਾ। ਫਿਰ ਸਤਿਗੁਰੂ ਰਾਮ ਸਿੰਘ ਜੀ ਨੇ ਹੀਰਾ ਸਿੰਘ ਨੂੰ ਸੱਦਿਆ ਅਤੇ ਸੱਦ ਕੇ ਹੁਕਮ ਕੀਤਾ ਕਿ ਹੀਰਾ ਸਿੰਘ ਨੂੰ ਤੁਸੀਂ ਘਰੇ ਜਾਓ, ਜਾ ਕੇ ਆਪਣੇ ਕੰਮ ਕਾਜ ਕਰੋ। ਹੀਰਾ ਸਿੰਘ ਨੇ ਅਰਜ਼ ਕੀਤੀ ਮੈਂ ਤਾਂ ਆਪਣਾ ਹਲ ਫੂਕ ਦਿੱਤਾ ਹੈ, ਮੈਂ ਘਰ ਜਾ ਕੇ ਕੀ ਕਰਾਂਗਾ। ਲਹਿਣਾ ਸਿੰਘ ਨੂੰ ਹੁਕਮ ਹੋਇਆ, ਉਹ ਵੀ ਕਹਿੰਦਾ ਜੀ ਮੈਂ ਵੀ ਆਪਣਾ ਘਰ ਹਲ ਫੂਕ ਆਇਆ, ਮੈਂ ਘਰ ਨਹੀਂ ਜਾਣਾ। ਅਨੂਪ ਸਿੰਘ, ਨੰਦ ਸਿੰਘ, ਇਹ ਇਸ ਤਰ੍ਹਾਂ ਦੇ 4-5 ਜਿਹੜੇ ਸਰੀਰ ਸਨ, ਮਸਤਾਨਿਆਂ ਦੇ ਜਥਾ ਜਿਨ੍ਹਾਂ ਨੂੰ ਆਖਿਆ ਜਾਣ ਲੱਗ ਗਿਆ ਸੀ। ਮਸਤਾਨੀ ਬਿਰਤੀ ਵਿੱਚ ਰਹਿੰਦੇ ਸਨ, ਕਿਸੇ ਦੀ ਪਰਵਾਹ ਨਹੀਂ ਸਨ ਕਰਦੇ, ਸਿਰਫ ਸਤਿਗੁਰੂ ਜੀ ਦੇ ਹੁਕਮ ਦੀ ਹੀ ਪਰਵਾਹ ਕਰਦੇ ਸਨ। ਉਹਨਾਂ ਨੇ ਸਾਰਿਆਂ ਨੇ ਅਰਜ਼ ਕੀਤੀ ਅਸੀਂ ਤਾਂ ਆਪਣੇ ਹਲ ਫੂਕ ਆਏ ਹਾਂ। ਸਤਿਗੁਰੂ ਰਾਮ ਸਿੰਘ ਜੀ ਤੇਜ਼ੀ ਵਿੱਚ ਹੋ ਕੇ ਹੁਕਮ ਕੀਤਾ ਕਿ ਜਾਓ ਹੁਣੀ ਆਪਣੇ ਘਰਾਂ ਵਿੱਚ ਜਾ ਕੇ ਖੇਤੀਬਾੜੀ ਕਰੋ, ਇੱਕ ਵਾਰੀ ਜਾਓ। ਇਹ ਫਿਰ ਸਾਰੇ ਸਿੱਖ ਆਪਣੇ ਘਰੇ ਆਉਂਦੇ ਨੇ। ਸਰਦਾਰ ਹੀਰਾ ਸਿੰਘ ਜੀ ਘਰੇ ਆਣ ਕੇ ਅਖੰਡ ਪਾਠ ਰੱਖਦੇ ਨੇ, ਪਾਠ ਕਰਨਾ ਸ਼ੁਰੂ ਕਰ ਦਿੰਦੇ ਨੇ, ਆਈ ਹੋਈ ਸਾਧ ਸੰਗਤ ਦੀ ਸੇਵਾ ਕਰਦੇ ਨੇ। ਇੱਥੇ ਜਦੋਂ ਸਾਧ ਸੰਗਤ ਦੀ ਸੇਵਾ ਕਰਦੇ ਨੇ, ਆਪਣੀ ਸਿੰਘਣੀ ਨੂੰ ਆਂਦੇ ਨੇ ਕਿ ਸਾਧ ਸੰਗਤ ਦੇ ਭਾਂਡੇ ਮਾਂਜ, ਇਹਨਾਂ ਦੀ ਸੇਵਾ ਕਰ ਘਰ ਆਇਆ ਸਿੱਖਾਂ ਦੀ। ਉਹ ਭਾਂਡੇ ਨਹੀਂ ਮਾਂਜਦੀ, ਉਹ ਕਹਿੰਦੀ ਕਿ ਮੈਂ ਸਰਦਾਰਾਂ ਦੀ ਧੀ ਹਾਂ, ਮੈਂ ਭਾਂਡੇ ਨਹੀਂ ਮਾਂਜਣੇ। ਫਿਰ ਸਰਦਾਰ ਹੀਰਾ ਸਿੰਘ ਜੀ ਨਾਲ ਆਪਣੇ ਚਾਚੇ ਤਾਏ ਦਾ ਪੁੱਤ ਭਰਾ ਸੀ ਲਹਿਣਾ ਸਿੰਘ, ਉਹਨੂੰ ਨਾਲ ਲੈ ਕੇ ਤੇ ਹੁਕਮ ਕਰਦੇ ਨੇ ਕਿ ਤੈਨੂੰ ਆਖਿਆ ਸੀ ਗੁੱਤ ਖੋਲ੍ਹ ਦੇ, ਸਿਰ 'ਚ ਪਾਣੀ ਪਾਇਆ ਕਰ, ਤੂੰ ਗੁੱਤ ਨਹੀਂ ਖੋਲ੍ਹਦੀ ਕਿਉਂਕਿ ਸਤਿਗੁਰੂ ਰਾਮ ਸਿੰਘ ਦਾ ਗੁੱਤ ਕਰਨ ਦਾ ਹੁਕਮ ਨਹੀਂ, ਜੂੜਾ ਕਰਨ ਦਾ ਹੁਕਮ ਹੈ। ਤੂੰ ਕੇਸਾਂ ਵਿੱਚ ਪਾਣੀ ਨਹੀਂ ਪਾਉਂਦੀ, ਆਏ ਹੋਏ ਘਰਾਂ ਦੀ ਸੇਵਾ ਨਹੀਂ ਕਰਦੀ। ਉਹਨਾਂ ਨੇ ਇੱਥੇ ਫੜ ਕੇ ਉਹਦੀ ਗੁੱਤ ਵੱਢ ਦਿੱਤੀ। ਗੁੱਤ ਵੱਢ ਕੇ ਅਤੇ ਡਾਂਗ 'ਤੇ ਬੰਨ੍ਹ ਕੇ ਉਹ ਫਿਰ ਵਾਪਸ ਭੈਣੀ ਸਾਹਿਬ ਵੱਲ ਨੂੰ ਆਉਂਦੇ ਨੇ। ਉਦੋਂ ਸਤਿਗੁਰੂ ਰਾਮ ਸਿੰਘ ਜੀ ਕੋਲ ਇੱਥੇ ਵਿਸਾਖੀ ਦੇ ਮੇਲੇ 'ਤੇ ਆਉਂਦੇ ਨੇ। ਉਹ ਆਣ ਕੇ ਉਹਨਾਂ ਦੀ ਡਾਂਗ ਦੇ ਉੱਤੇ ਉਹ ਗੁੱਤ ਬੰਨ੍ਹੀ ਹੋਈ ਸੀ ਅਤੇ ਉਹ ਇਹੀ ਹੋਕਾ ਦਿੰਦੇ ਨੇ ਕਿ ਜਿਹੜੀ ਸਿੱਖਣੀ ਸਿੱਖ ਦਾ ਹੁਕਮ ਨਹੀਂ ਮੰਨੇਗੀ ਉਹਦੇ ਨਾਲ ਇਸੇ ਤਰ੍ਹਾਂ ਹੋਏਗੀ। ਇਹ 1871 ਦੀ ਮਾਘੀ ਆਨੰਦਪੁਰ ਸਾਹਿਬ ਸੀ ਜਿੱਥੇ ਇਹ ਲੈ ਕੇ ਆਏ। ਬਾਬਾ ਜਵਾਹਰ ਸਿੰਘ ਜੀ ਨੇ ਇਸ ਗੱਲ ਦਾ ਬਹੁਤ ਰੋਸ ਕੀਤਾ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਉਹ ਜਿਹੜੀ ਡਾਂਗ ਸੋਟੀ ਦੇ ਉੱਤੇ ਬੰਨ੍ਹੀ ਹੋਈ ਸੀ ਗੁੱਤ, ਉਹ ਇੱਕ ਸਿੱਖ ਕੋਲ ਸੀ, ਬਾਕੀ ਸਿੱਖ ਥੋੜ੍ਹੇ ਜਿਹੇ ਪੜ੍ਹੇ ਸਨ। ਉਹਨਾਂ ਨੇ ਉਹਦੇ ਕੋਲੋਂ ਖੋਹ ਕੇ ਉਹਨੂੰ ਛੱਪੜ ਵਿੱਚ ਦੱਬ ਦਿੱਤਾ ਅਤੇ ਇਸ ਗੱਲੋਂ ਭਾਈ ਹੀਰਾ ਸਿੰਘ ਜੀ ਬਹੁਤ ਨਾਰਾਜ਼ ਹੋਏ। ਹੁਣ ਸੂਬਿਆਂ ਦੀ ਅਤੇ ਹੀਰਾ ਸਿੰਘ ਹੁਣਾਂ ਦੀ ਆਪਸੀ ਥੋੜ੍ਹੀ ਜਿਹੀ ਨਾਰਾਜ਼ਗੀ ਵੱਧ ਗਈ। ਨਾਰਾਜ਼ਗੀ ਵਧਣ ਤੋਂ ਬਾਅਦ ਹੀਰਾ ਸਿੰਘ ਦਾ ਥੋੜ੍ਹਾ ਜਿਹਾ ਬੋਲ ਕਬੋਲ ਹੋਇਆ ਬਾਬਾ ਜਵਾਹਰ ਸਿੰਘ ਜੀ ਨਾਲ। ਹੀਰਾ ਸਿੰਘ ਜੀ ਫਿਰ ਵਾਪਸ ਭੈਣੀ ਸਾਹਿਬ ਆ ਜਾਂਦੇ ਨੇ। ਖੁਸ਼ਹਾਲ ਸਿੰਘ ਜੀ 1871 'ਚ ਵਿਸਾਖੀ ਦਾ ਮੇਲਾ ਮੰਗਦੇ ਨੇ ਦਮਦਮੇ ਸਾਹਿਬ। ਉਹ ਅਰਜ਼ ਕਰਦੇ ਨੇ ਕਿਰਪਾ ਕਰੋ ਕਿ ਸਾਨੂੰ ਦਰਸ਼ਨ ਦਿਓ ਇੱਥੇ। ਸਤਿਗੁਰੂ ਰਾਮ ਸਿੰਘ ਜੀ ਜਾਂਦੇ ਨੇ, ਨਾਲ ਸਿੱਖ ਜਾਂਦੇ ਨੇ, ਸੂਬਾ ਗਿਆਨੀ ਸਿੰਘ ਜੀ, ਉਹਨਾਂ ਦਾ ਭਰਾ ਜਿਹੜਾ ਸੀਗਾ ਉਹ ਵੀ ਜਾਂਦਾ ਹੈ। ਸਾਰੇ ਸੂਬੇ ਮਸਤਾਨੇ ਸਿੱਖ ਜਾਂਦੇ ਨੇ। ਜਦੋਂ ਉੱਥੋਂ ਵਾਪਸ ਆਉਂਦੇ ਨੇ, ਵਾਪਸ ਆਉਣ ਲੱਗਿਆਂ ਜਿਹੜਾ ਸੂਬਾ ਗਿਆਨੀ ਸਿੰਘ ਦਾ ਭਰਾ ਹਰਨਾਮ ਸਿੰਘ ਸੀ, ਉਹ ਰਸਤੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਦੇ ਵਿਦੇਸ਼ ਵਿੱਚ ਆਉਂਦਾ ਹੈ ਕਿ ਉਹ ਬੀਬੀਆਂ ਦੇ ਨਾਲ ਤੁਰਿਆ ਆ ਰਿਹਾ ਸੀ, ਕਿਉਂਕਿ ਸਿੱਖ ਅੱਗੇ ਸਨ, ਬੀਬੀਆਂ ਪਿੱਛੇ ਚੱਲੀਆਂ ਆ ਰਹੀਆਂ ਸਨ। ਅਤੇ ਮਸਤਾਨਿਆਂ ਨੇ ਵੇਖਿਆ ਕਿ ਉਹਨੇ ਥੋੜ੍ਹੀ ਜਿਹੀ ਛੇੜਖਾਨੀ ਕੀਤੀ ਬੀਬੀਆਂ ਨਾਲ। ਭਾਈ ਹੀਰਾ ਸਿੰਘ ਨੇ ਆਖਿਆ ਵੀ ਇਹ ਕੀ ਕੀਤਾ ਹੈ, ਤੂੰ ਬਹੁਤ ਮਾੜਾ ਕੰਮ ਕੀਤਾ ਹੈ, ਇਸ ਤਰ੍ਹਾਂ ਨਹੀਂ ਕਰਨਾ। ਉਹਨੇ ਅੱਗੋਂ ਥੋੜ੍ਹਾ ਸਾ ਆਖਿਆ, ਮਸ਼ਕਰਨੀ ਕੀਤੀ, ਅੱਗੋਂ ਮਜ਼ਾਕ ਕੀਤਾ ਕਿ ਇਹ ਤਾਂ ਸਾਡੇ ਵਾਸਤੇ ਹੀ ਨੇ। ਜਦੋਂ ਇਸ ਤਰ੍ਹਾਂ ਕੀਤਾ ਤਾਂ ਹੀਰਾ ਸਿੰਘ ਜੀ ਨੇ ਉਹਨੂੰ ਘੋੜੇ ਤੋਂ ਲਾਹ ਲਿਆ ਅਤੇ ਮਸਤਾਨਿਆਂ ਨੇ ਬਹੁਤ ਕੁੱਟਿਆ। ਜਦੋਂ ਇਸ ਗੱਲ ਇੱਕ ਸਿੱਖ ਨੇ ਜਾ ਕੇ ਗਿਆਨੀ ਸਿੰਘ ਨੂੰ ਦੱਸੀ ਕਿ ਤੇਰੇ ਭਰਾ ਨੂੰ ਸਿੱਖਾਂ ਨੇ, ਮਸਤਾਨਿਆਂ ਨੇ ਮਾਰ ਦਿੱਤਾ ਹੈ।
ਗਿਆਨੀ ਸਿੰਘ ਨੂੰ ਗੁੱਸੇ ਵਿੱਚ ਆ ਕੇ ਉਹਨੇ ਪ੍ਰਣ ਕੀਤਾ ਕਿ ਲੋਥ ਦੇ ਨਾਲ ਲੋਥ ਰੱਖਾਂਗਾ, ਜੇ ਮੇਰਾ ਭਰਾ ਮਾਰਿਆ, ਜਿਹਨੇ ਮਾਰਿਆ ਮੈਂ ਉਹਨੂੰ ਮਾਰਾਂਗਾ। ਇਸ ਤਰ੍ਹਾਂ ਦਾ ਜਦੋਂ ਇਹਨਾਂ ਦਾ ਜ਼ਿਆਦਾ ਵਿਵਾਦ ਹੋਇਆ, ਆਣ ਕੇ ਦੇਖਿਆ, ਸਾਗੂ ਰਾਮ ਸਿੰਘ ਜੀ ਆਏ, ਉਹਨਾਂ ਨੇ ਇਸ ਗੱਲ ਨੂੰ ਖਤਮ ਕਰਾਇਆ, ਪਰ ਉਹਨਾਂ ਦਾ ਭਰਾ ਜਿਹੜਾ ਸੀ ਸਿਰਫ ਬੇਹੋਸ਼ ਹੋਇਆ ਸੀ, ਬਾਅਦ ਵਿੱਚ ਉਹ ਠੀਕ ਹੋ ਗਿਆ। ਭਾਵ ਮਸਤਾਨਿਆਂ ਦੀ ਅਤੇ ਸੂਬਿਆਂ ਦੀ ਬਹੁਤ ਜ਼ਿਆਦਾ ਬੇਸਵਾਦੀ ਵੱਧ ਗਈ ਅਤੇ ਜਾ ਕੇ ਉਹਨਾਂ ਨੇ ਅਰਜ਼ ਕੀਤੀ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਕਿ ਤੁਸੀਂ ਮਸਤਾਨਿਆਂ ਨੂੰ ਰੋਕਦੇ ਨਹੀਂ। ਇਹ ਬਹੁਤ ਜ਼ਿਆਦਾ ਇਹਨਾਂ ਨੇ ਇਸ ਤਰ੍ਹਾਂ ਕੀਤਾ। ਮਸਤਾਨਿਆਂ ਨੇ ਪ੍ਰਵਾਹ ਨਹੀਂ ਕੀਤੀ, ਸੂਬੇ ਦੇ ਭਰਾ ਨੂੰ ਕੁੱਟਿਆ, ਸੂਬਾ ਬਾਬਾ ਜਵਾਹਰ ਸਿੰਘ ਜੀ ਦੇ ਮੁੱਕੀ ਮਾਰੀ ਹੈ ਭਾਈ ਹੀਰਾ ਸਿੰਘ ਨੇ। ਕਾਫੀ ਗੱਲਾਂ ਹੋਈਆਂ। ਸਾਗੂ ਰਾਮ ਸਿੰਘ ਜੀ ਨੰਗਲੇ ਦੀ ਢਾਬ 'ਤੇ ਮਸਤਾਨਿਆਂ ਨੂੰ ਸੱਦ ਲਿਆ, ਸੱਦ ਕੇ ਹੁਕਮ ਕੀਤਾ ਸੋਟੀ ਲਿਆਓ। ਸੋਟੀ ਮੰਗਵਾ ਕੇ ਧਰਤੀ 'ਤੇ ਮਾਰੀ, ਉਹ ਟੁੱਟ ਗਈ। ਇੱਕ ਹੋਰ ਮਾਰੀ, ਉਹ ਵੀ ਟੁੱਟ ਗਈ। ਜਦੋਂ ਚੌਥੀ ਵਾਰੀ ਇੱਕ ਐਸੀ ਸੋਟਾ ਆਇਆ ਕਿ ਥੱਲੇ ਮਾਰਿਆ ਨਾ ਟੁੱਟਿਆ, ਅਤੇ ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਮਸਤਾਨਿਆਂ ਨੂੰ ਸਾਰੇ ਇੱਕ ਲਾਈਨ 'ਚ ਲੱਗ ਜਾਓ। ਮਸਤਾਨਿਆਂ ਨੂੰ ਇੱਕ ਲਾਈਨ 'ਤੇ ਲਾ ਕੇ ਅਤੇ ਇੱਕ ਪਾਸੇ ਸੱਚ ਪਾਤਸ਼ਾਹ ਜੀ ਸਾਰਿਆਂ ਦੇ ਮਾਰੀ ਗਏ ਸੋਟਾ। ਜਦੋਂ ਇੱਕ ਪਾਸੇ ਮਾਰੇ ਅਤੇ ਮਸਤਾਨਿਆਂ ਨੇ ਅੱਗੋਂ ਅਰਜ਼ ਕੀਤੀ ਪਾਤਸ਼ਾਹ ਤੁਸੀਂ ਇੱਕ ਪਾਸੇ ਦੇ ਪਾਪ ਝਾੜਤੇ ਨੇ, ਦੂਜੇ ਪਾਸੇ ਦੇ ਹੱਲੇ ਵੀ ਰਹਿੰਦੇ ਨੇ। ਫਿਰ ਸਾਗੂ ਰਾਮ ਸਿੰਘ ਜੀ ਨੇ ਦੂਜੇ ਪਾਸੇ ਸਾਰਿਆਂ ਦੇ ਸੋਟੀਆਂ ਮਾਰਨੀਆਂ ਸ਼ੁਰੂ ਕੀਤੀਆਂ। ਅਖੀਰ ਵਿੱਚ ਭਾਈ ਹੀਰਾ ਸਿੰਘ ਜੀ ਖੜ੍ਹੇ ਸਨ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਜ਼ੋਰ ਦੀ ਸੋਟਾ ਉਸ ਹੀਰਾ ਸਿੰਘ ਦੇ ਸਿਰ ਵਿੱਚ ਮਾਰਿਆ ਅਤੇ ਖੂਨ ਵਗਣ ਲੱਗ ਗਿਆ, ਸੋਟਾ ਟੁੱਟ ਗਿਆ। ਸਾਗੂ ਰਾਮ ਸਿੰਘ ਜੀ ਹੁਕਮ ਦਿੱਤਾ ਜਾਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ, ਕੋਈ ਵੀ ਸਿੱਖ ਇਹਨਾਂ ਨੂੰ ਪ੍ਰਸ਼ਾਦ ਨਾ ਛਕਾਵੇ। ਇਸ ਤਰ੍ਹਾਂ ਦਾ ਜਦੋਂ ਮਸਤਾਨਿਆਂ 'ਤੇ ਰੋਸ ਵਿਖਾਇਆ ਸੱਚ ਪਾਤਸ਼ਾਹ ਜੀ, ਅਤੇ 3 ਦਿਨ ਮਸਤਾਨੇ ਭੁੱਖੇ ਰਹੇ, ਰੀਠਿਆਂ ਦੀ ਸ਼ਰਦਾਈ ਰਗੜ ਕੇ ਪੀਂਦੇ ਰਹੇ। ਸਿੱਖ ਸਤਿਗੁਰੂ ਰਾਮ ਸਿੰਘ ਜੀ ਦੇ ਕਾਫਲੇ ਤੋਂ ਥੋੜ੍ਹੀ ਜਿਹੀ ਦੂਰ ਰਹਿੰਦੇ ਸਨ। ਸਾਗੂ ਰਾਮ ਸਿੰਘ ਜੀ ਕਰਤਾਰਗੜ੍ਹ ਗਏ, ਉੱਥੇ ਸਰਦਾਰ ਗੁਰਦਿੱਤ ਸਿੰਘ ਨੇ ਆਣ ਕੇ ਅਰਜ਼ ਕੀਤੀ ਪਾਤਸ਼ਾਹ ਕਿਰਪਾ ਕਰੋ, ਮੇਰਾ ਲੰਗਰ ਤਾਂ ਸੰਪੂਰਨ ਹੁੰਦਾ ਜੇ ਮਸਤਾਨਿਆਂ ਨੂੰ ਛਕਾਵਾਂ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਕਿ ਜਾ ਕੇ ਮਸਤਾਨਿਆਂ ਨੂੰ ਲੈ ਆ। 3 ਦਿਨ ਮਸਤਾਨਿਆਂ ਨੇ ਵੀ ਕੁਝ ਨਹੀਂ ਛਕਿਆ, ਅਤੇ ਸਤਿਗੁਰੂ ਰਾਮ ਸਿੰਘ ਜੀ ਵੀ ਹੁਕਮ ਕਰਦੇ ਨੇ ਮੇਰੇ ਗਲ ਵਿੱਚ ਵੀ ਪੱਤੀਆਂ ਪਈਆਂ ਨੇ, ਰੋਟੀ ਮੇਰੇ ਅੰਦਰ ਵੀ ਨਹੀਂ ਲੰਘਦੀ। ਸਤਿਗੁਰੂ ਰਾਮ ਸਿੰਘ ਜੀ ਵੀ ਪ੍ਰਸ਼ਾਦਾ ਨਹੀਂ ਛਕਿਆ। ਫਿਰ ਜਾ ਕੇ ਸਿੱਖਾਂ ਨੇ, ਉਹ ਗੁਰਦਿੱਤ ਸਿੰਘ ਨੇ ਜਾ ਕੇ ਮਸਤਾਨਿਆਂ ਨੂੰ ਆਖਿਆ, ਉਹਨਾਂ ਨੇ ਆਖਿਆ ਨਾ ਭਾਈ ਤੂੰ ਤਾਂ ਲੰਗਰ ਛਕਾਉਣ ਦੀ ਮਾਰੇ ਸਾਨੂੰ ਇਹ ਗੱਲ ਆਖਦਾ, ਅਸੀਂ ਇਸ ਤਰ੍ਹਾਂ ਲੰਗਰ ਨਹੀਂ ਛਕਣਾ, ਤੂੰ ਫਿਰ ਉਹ ਆਂਦੇ ਸਾਡਾ ਸਿੱਖ ਲੈ ਕੇ ਜਾ। ਇੱਕ ਮਸਤਾਨਾ ਫਿਰ ਜਾਂਦਾ ਹੈ, ਉਹ ਜਾ ਕੇ ਸਾਗੂ ਰਾਮ ਸਿੰਘ ਨੂੰ ਅਰਜ਼ ਕਰਦਾ ਵੀ ਸਾਨੂੰ ਕੀ ਹੁਕਮ ਹੈ, ਲੰਗਰ ਛਕ ਲਈਏ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਲੰਗਰ ਛਕ ਲਵੋ। ਫਿਰ ਉਹ ਸਿੱਖਾਂ ਨੇ ਸੰਗਤ ਵਿੱਚ ਆਏ, ਆਣ ਕੇ ਲੰਗਰ ਛਕਿਆ। ਇਸ ਤਰ੍ਹਾਂ ਦੇ ਸਿੱਦਕੀ ਸਿੱਖ ਸਨ। ਸਾਗੂ ਰਾਮ ਸਿੰਘ ਜੀ ਬਖਤੌਰ ਜਾਂਦੇ ਨੇ, ਬਖਤੌਰ ਜਾ ਕੇ ਸੱਜੇ ਪੱਟ 'ਤੇ ਹੀਰਾ ਸਿੰਘ ਨੂੰ ਬਿਠਾਉਂਦੇ ਨੇ, ਖੱਬੇ ਪੱਟ 'ਤੇ ਲਹਿਣਾ ਸਿੰਘ ਨੂੰ ਬਿਠਾਉਂਦੇ ਨੇ, ਬਿਠਾ ਕੇ ਬਚਨ ਕਰਦੇ ਨੇ ਜਿਸ ਤਰ੍ਹਾਂ ਦੀ ਮੈਂ ਇਹਨਾਂ ਨਾਲ ਕੀਤੀ ਸਰਦਾਰਾਂ ਦੇ ਪੁੱਤਾਂ ਨਾਲ, ਜੇ ਇਸ ਤਰ੍ਹਾਂ ਕਿਸੇ ਸੀਰੀ ਨਾਲ ਕੀਤੀ ਹੋਵੇ, ਭਾਵ ਜਿੰਨਾ ਵੀ ਮਾੜੇ ਤੋਂ ਮਾੜਾ ਕੋਈ ਹੋਵੇ, ਨੌਕਰ ਹੋਵੇ, ਉਹਦੇ ਨਾਲ ਕੀਤੀ ਹੋਵੇ, ਉਹ ਵੀ ਨਹੀਂ ਰਹਿੰਦਾ। ਇਹਨਾਂ ਦੇ ਤੇ ਗੁਨਾਹ ਵੀ ਕੋਈ ਨਹੀਂ ਸੀ, ਇਹਨਾਂ ਨੇ ਤੇ ਗਲਤੀ ਵੀ ਕੋਈ ਨਹੀਂ ਸੀ ਕੀਤੀ, ਪਰ ਇਹ ਮੇਰੇ ਉਹ ਸਿੱਦਕੀ ਸਿੱਖ ਨੇ ਜਿਹੜੇ ਧਰਮ ਦਾ ਡੰਡ ਸਿੰਦੇ ਨੇ। ਇਹ ਵਿਰਲੇ ਸਿੱਖ ਇਸ ਤਰ੍ਹਾਂ ਦੇ ਹੁੰਦੇ ਨੇ। ਇੰਨੀਆਂ ਖੁਸ਼ੀਆਂ ਵਿੱਚ ਸਾਗੂ ਰਾਮ ਸਿੰਘ ਜੀ ਬਖਸ਼ਿਸ਼ ਕੀਤੀ ਦੋਵਾਂ ਨੂੰ ਆਪਣੇ ਪੱਟਾਂ 'ਤੇ ਬਿਠਾ ਕੇ। ਤੁਸੀਂ ਦੇਖ ਲਓ ਵੀ ਇਸ ਤੋਂ ਵੱਡਾ ਉਹ ਸਿੱਖਾਂ ਵਾਸਤੇ ਕੀ ਸਮਾਂ ਹੋ ਸਕਦਾ ਕਿ ਗੁਰੂ ਦੇ ਗੋਦ ਵਿੱਚ ਬੈਠੇ ਹੋਣ, ਥਾਪੜਾ ਮਿਲਦਾ ਹੋਵੇ। ਸਤਿਗੁਰ ਇਸ ਤਰ੍ਹਾਂ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਨਿਵਾਜ ਰਹੇ ਨੇ। ਇਹ ਹੀ ਜਿਹੜਾ ਮਸਤਾਨਿਆਂ ਦਾ ਜਥਾ ਸੀ, ਇਹ ਹੁਣ ਭੈਣੀ ਸਾਹਿਬ ਆਇਆ ਹੋਇਆ। ਹੁਣ ਇਹਨਾਂ ਨੇ ਆਣ ਕੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਅਰਜ਼ ਕੀਤੀ, ਕਿਉਂਕਿ ਇਹ ਅਕਾਲ ਬੂੰਗੇ ਬੈਠੇ ਨੇ ਮਸਤਾਨੇ, ਸਰਦਾਰ ਹੀਰਾ ਸਿੰਘ ਜੀ, ਉਹਨਾਂ ਦੇ ਨਾਲ ਜਿੰਨੇ ਵੀ ਮਸਤਾਨੇ ਸਨ, ਇਹ 13 ਸਿੱਖ ਸਨ ਜਿਨ੍ਹਾਂ ਨੂੰ ਮਸਤਾਨੇ ਕਹਿ ਕੇ ਬੁਲਾਇਆ ਜਾਂਦਾ ਸੀ। ਉਹ 13 ਦੇ 13 ਸਿੱਖ ਉਹ ਅਕਾਲ ਬੂੰਗੇ ਬੈਠੇ ਨੇ, ਉੱਥੇ ਇੱਕੋ ਹੀ ਗੱਲ ਕਰੀ ਜਾਂਦੇ ਨੇ ਕਿ ਸਾਡੇ ਸੀਸ ਜਿਹੜੇ ਨੇ ਉਹ ਧਰਮ ਦੀ ਹੇਠ ਚੱਲਣਗੇ। ਇੱਕ ਸਿੱਖ ਨੇ ਉੱਠ ਕੇ ਹੋਕਾ ਦਿੱਤਾ ਕਿ ਧਰਮ ਜਹਾਜ਼ ਛੁੱਟਣ ਲੱਗਾ ਹੈ, ਆਓ ਜਿੰਨੇ ਧਰਮ ਜਹਾਜ਼ ਵਿੱਚ ਚੜ੍ਹਨਾ ਆ 1 ਕਰੋੜ ਪਾਠ ਕੀਤੇ ਦਾ ਫਲ ਮਿਲੇਗਾ ਇਹਦੇ ਵਿੱਚ ਸੀਸ ਦੇਣ ਨਾਲ। ਉਹਨਾਂ ਨੇ ਬੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਜਾ ਕੇ ਸਿੱਖਾਂ ਨੇ ਅਰਜ਼ ਕੀਤੀ ਜਿਹੜੇ ਮਸਤਾਨੇ ਨੇ ਇਹ ਮਾਰਾ ਪਕਾਰਾ ਕਰਦੇ ਨੇ, ਕੁਝ ਅਪਾਦ ਕਿਰਪਾ ਕਰੋ ਕਿ ਇਹਨਾਂ ਨੂੰ ਰੋਕਿਆ ਜਾਵੇ ਕਿਸੇ ਤਰੀਕੇ। ਸਾਗੂ ਰਾਮ ਸਿੰਘ ਜੀ ਪਹਿਲਾਂ ਬਾਬਾ ਜਵਾਹਰ ਸਿੰਘ ਨੂੰ ਭੇਜਿਆ, ਉਹਨਾਂ ਨੇ ਆਣ ਕੇ ਸਮਝਾਇਆ ਵੀ ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਇਸ ਤਰ੍ਹਾਂ ਦਾ ਕੁਝ ਨਾ ਕਰੋ, ਤੁਸੀਂ ਇੰਤਜ਼ਾਰ ਕਰੋ। ਪਰ ਉਹ ਬਾਬਾ ਜਵਾਹਰ ਸਿੰਘ ਜੀ ਨਾਲ ਲੜੇ ਅਤੇ ਉਹਨਾਂ ਨੂੰ ਵੀ ਭੇਜ ਦਿੱਤਾ। ਫਿਰ ਬਾਬਾ ਲੱਖਾ ਸਿੰਘ ਨੂੰ ਭੇਜਦੇ ਨੇ, ਲੱਖਾ ਸਿੰਘ ਨੂੰ ਵੀ ਉਹਨਾਂ ਨੇ ਸਿੱਖ ਮਸਤਾਨਿਆਂ ਨੇ ਭੇਜਤਾ ਕਿ ਤੇਰੀ ਗੱਲ ਨਹੀਂ ਮੰਨਣੀ। ਫਿਰ ਬਾਬਾ ਸੂਬਾ ਸਾਹਿਬ ਸਿੰਘ ਨੂੰ ਭੇਜਿਆ, ਉਹਨਾਂ ਦੀ ਵੀ ਸਿੱਖ ਮਸਤਾਨਿਆਂ ਨੇ ਗੱਲ ਨਾ ਮੰਨੀ। ਫਿਰ ਸਾਗੂ ਰਾਮ ਸਿੰਘ ਜੀ ਆਪ ਜਾਂਦੇ ਨੇ, ਸਮਝਾਉਂਦੇ ਨੇ ਕਿ ਹਲੇ ਪਨੀਰੀ ਛੋਟੀ ਹੈ, ਮੈਂ 1 ਸਾਲ ਵਿੱਚ ਹੀ ਸਾਰਾ ਕੁਝ ਕਰ ਦਿਆਂਗਾ ਜੋ ਤੁਸੀਂ ਕਰਨਾ ਚਾਹੁੰਦੇ ਹੋ। ਹੀਰਾ ਸਿੰਘ ਨੇ ਹੱਥ ਜੋੜ ਕੇ ਅੱਗੇ ਅਰਜ਼ ਕੀਤੀ, ਕਹਿੰਦਾ ਪਾਤਸ਼ਾਹ ਉੱਧਰ ਰਾਤ ਸੌਣਾ ਨਹੀਂ ਮਿਲਦਾ
ਤੇ ਇੱਧਰ ਰਾਤ ਜਦੋਂ ਜਾਗਦੇ ਆ ਤੇ ਫਿਰ ਵੀ ਸਾਨੂੰ ਸੌਣਾ ਨਹੀਂ ਮਿਲਦਾ, ਸਾਨੂੰ ਉਹ ਸੀਨ ਚੇਤੇ ਆਉਂਦਾ, ਉਹ ਦ੍ਰਿਸ਼ ਚੇਤੇ ਆਉਂਦਾ। ਸਤਿਗੁਰੂ ਰਾਮ ਸਿੰਘ ਜੀ ਨੂੰ ਅਰਜ਼ ਕਰਦਾ ਹੈ ਕਿ 3 ਵਾਰੀ ਮੈਨੂੰ ਦਰਸ਼ਨ ਹੋਇਆ ਤੇ ਹੁਕਮ ਕਰਦੇ ਨੇ ਕਿ ਜਾਓ ਜਾ ਕੇ ਮਲੇਰਕੋਟਲੇ ਸ਼ਹੀਦੀ ਦਿਓ, ਧਰਮ ਹੇਤ ਸੀਸ ਦਿਓ, ਅਸੀਂ ਤੁਹਾਡੇ ਨਾਲ ਆ। ਮੈਨੂੰ ਦੱਸੋ ਮੈਂ ਕੀ ਕਰਾਂ, ਰਾਤ ਤੇ ਸੌਣਾ ਨਹੀਂ ਮਿਲਦਾ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਕਿ ਤੈਨੂੰ ਇਹ ਗੱਲ ਕੌਣ ਆਖਦਾ ਕਿ ਧਰਮ ਹੇਤ ਸੀਸ ਦੇ? ਉਹ ਕਹਿੰਦੇ ਜੀ ਮੈਨੂੰ ਸਤਿਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਹੁੰਦਾ ਹੈ ਤੇ ਮੈਨੂੰ 3 ਵਾਰੀ ਦਰਸ਼ਨ ਹੋਇਆ, ਮੈਂ 2 ਵਾਰੀ ਨਾ ਕੀਤੀ ਹੈ, ਤੀਜੀ ਵਾਰੀ ਮੈਂ ਉੱਥੇ ਹਾਂ ਕਰ ਦਿੱਤੀ ਹੈ ਤੇ ਮੈਂ ਹੁਣ ਧਰਮ ਹੇਤ ਸੀਸ ਦੇਵਾਂਗਾ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਅਸੀਂ ਫਰੰਗੀਆਂ ਦੀ ਨਾਰਾਜ਼ਗੀ ਝੱਲ ਲਵਾਂਗੇ ਪਰ ਉਸ ਅਕਾਲ ਪੁਰਖ ਦੀ ਨਾਰਾਜ਼ਗੀ ਨਹੀਂ ਚੱਲ ਸਕਦੇ, ਇਸ ਕਰਕੇ ਜਾਓ ਸੀਸ ਦਿਓ ਧਰਮ ਹੇਤ ਜਾ ਕੇ ਆਪਣਾ। ਫਿਰ ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ ਕਿ ਤੁਸੀਂ ਇੱਥੋਂ ਚਲੇ ਜਾਓ। ਸਿੱਖ ਅਰਜ਼ ਕਰਦੇ ਨੇ, ਪਾਤਸ਼ਾਹ ਸੱਚ ਪਾਤਸ਼ਾਹ ਨੂੰ ਕਰਦੇ ਨੇ ਰਸਤ ਲੈ ਜਾਓ ਭੈਣੀ ਸਾਹਿਬੋਂ ਤੇ ਅੱਗੇ ਜਾ ਕੇ ਤੁਸੀਂ ਠਹਿਰਿਓ ਤੇ ਰਸਤੇ ਵਿੱਚ ਜਾ ਕੇ ਇੰਤਜ਼ਾਮ ਕਰੋ, ਖਾ ਲਿਓ, ਲੰਗਰ ਛਕ ਕਰ ਲਿਓ। ਭਾਈ ਲਹਿਣਾ ਹੀਰਾ ਸਿੰਘ ਜੀ ਆਖਦੇ ਨੇ ਅੱਗੇ ਕਿਹੜਾ ਸਾਡੀ ਮਾਂ ਬੈਠੀ ਹੈ ਜਿਹੜੀ ਸਾਨੂੰ ਪਕਾ ਕੇ ਦੇਗੀ, ਅੱਜ ਇੱਥੋਂ ਛਕ ਕੇ ਜਾਣਾ ਹੈ, ਪਤਾ ਨਹੀਂ ਫਿਰ ਅਸੀਂ ਆਉਣਾ ਕਿ ਨਹੀਂ ਆਉਣਾ, ਕਿਰਪਾ ਕਰੋ ਆਪਣੇ ਹੱਥੀਂ ਪ੍ਰਸ਼ਾਦ ਛਕਾਓ। ਫਿਰ ਸਤਿਗੁਰੂ ਰਾਮ ਸਿੰਘ ਜੀ ਸੂਬਾ ਲਹਿਣਾ ਸਾਹਿਬ ਸਿੰਘ ਨੂੰ ਹੁਕਮ ਕਰਦੇ ਨੇ ਪ੍ਰਸ਼ਾਦ ਤਿਆਰ ਕਰੋ, ਆਪਣੇ ਹੱਥੀਂ ਪ੍ਰਸ਼ਾਦ ਛਕਾਵਾਂਗੇ ਇਹਨਾਂ ਮਸਤਾਨਿਆਂ ਨੂੰ। ਸਤਿਗੁਰੂ ਰਾਮ ਸਿੰਘ ਜੀ ਆਪਣੇ ਹੱਥੀਂ ਪ੍ਰਸ਼ਾਦ ਤਿਆਰ ਕਰਕੇ ਇਹਨਾਂ ਮਸਤਾਨਿਆਂ ਨੂੰ ਛਕਾਉਂਦੇ ਨੇ। ਇਹ ਅਕਾਲ ਬੁੰਗੇ ਮਸਤਾਨੇ ਜਿਹੜੇ ਸਨ ਉਹ ਬੈਠੇ ਹੋਏ ਸਨ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਕਿ ਧਰਮ ਜਹਾਜ਼ ਛੁੱਟੇਗਾ, ਜਿੰਨੇ ਜਾਣਾ ਹੈ ਉਹ ਚੜ੍ਹੋ। ਸੂਬਿਆਂ ਨੇ ਅਰਜ਼ ਕੀਤੀ, 2 ਸਿੱਖ ਆਏ, ਚੜ੍ਹਤ ਸਿੰਘ ਤੇ ਅਤਰ ਸਿੰਘ, ਉਹ ਲੰਗਰ ਵਿੱਚ ਆਟਾ ਗੁੰਨਦੇ ਸੀ, ਉਹ ਆਣ ਕੇ ਲਿਬੜੇ ਹੱਥਾਂ ਵਿੱਚ ਹੀ ਆਣ ਕੇ ਅਰਜ਼ ਕਰਦੇ ਨੇ ਪਾਤਸ਼ਾਹ ਕਿਰਪਾ ਕਰੋ ਅਸੀਂ ਵੀ ਇਸ ਧਰਮ ਜਹਾਜ਼ ਵਿੱਚ ਜਾਣਾ ਚਾਹੁੰਦੇ ਹਾਂ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਜਾਓ ਤੁਸੀਂ ਦੋਵੇਂ ਬੈਠ ਜਾਓ। 2 ਸਿੱਖ ਹੋਰ ਆਏ, ਉਹਨਾਂ ਨੇ ਅਰਜ਼ ਕੀਤੀ ਜੀ ਅਸੀਂ ਵੀ ਬਹਿਣਾ ਚਾਹੁੰਦੇ ਹਾਂ। ਸਤਿਗੁਰੂ ਰਾਮ ਸਿੰਘ ਜੀ ਮਨਾ ਕੀਤਾ ਕਿ ਨਹੀਂ, ਤੁਹਾਡੇ ਸੀਸ ਕਿਤੇ ਹੋਰ ਲੋੜ ਹੈ। ਫਿਰ ਸੂਬਿਆਂ ਨੇ ਆਣ ਕੇ ਅਰਜ਼ ਕੀਤੀ ਜੀ ਸਾਡਾ ਵੀ ਜੀਜ ਕਰਦਾ ਕਿ ਅਸੀਂ ਵੀ ਧਰਮ ਹੇਤ ਆਪਣਾ ਸੀਸ ਦਈਏ, ਸਾਨੂੰ ਵੀ ਆਗਿਆ ਦਿਓ, ਅਸੀਂ ਵੀ ਇਹਨਾਂ ਦੇ ਨਾਲ ਜਾਈਏ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਨਹੀਂ, ਤੁਹਾਡੇ ਸੀਸ ਕਿਤੇ ਹੋਰ ਚਾਹੀਦੇ ਨੇ, ਇੱਥੇ ਇਹਨਾਂ ਦੇ ਹੀ ਸੀਸ ਲੱਗਣਗੇ, ਤੁਹਾਡੀ ਮੈਨੂੰ ਕਿਤੇ ਹੋਰ ਲੋੜ ਆ। ਇਸ ਤਰ੍ਹਾਂ ਬਚਨ ਕਰਕੇ ਜਿਨ੍ਹਾਂ ਨੂੰ ਸਿੱਖਾਂ ਨੂੰ ਨਾਲ ਵੇਚਣਾ ਸੀ ਸਿਰਫ ਉਹਨਾਂ ਨੂੰ ਹੀ ਆਗਿਆ ਦੇ ਰਹੇ ਨੇ। ਨਾਲ ਸੂਬਾ ਲੱਖਾ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਜੀ ਸੂਬਾ ਲੱਖਾ ਸਿੰਘ ਨੂੰ ਹੁਕਮ ਕੀਤਾ ਕਿ ਜਾਓ ਜਾ ਕੇ ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਦੇ ਦੇਸ਼ ਵਿੱਚ ਹੁੰਦਾ, ਮੈਂ ਭੁੱਲ ਗਿਆ, ਬਾਬਾ ਦਰਬਾਰਾ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਜਾ ਕੇ ਪਹਿਲਾਂ ਸਾਹਨੇਵਾਲ ਜਾਣਾ ਹੈ, ਫਿਰ ਲੁਧਿਆਣੇ ਜਾ ਕੇ ਰਿਪੋਰਟ ਲਿਖਾਉਣੀ ਹੈ ਕਿ ਇਹ 13 ਸਿੱਖ ਸਾਡੇ ਤੋਂ ਬਾਹਰੂ ਹੋ ਗਏ ਨੇ, ਤੁਸੀਂ ਇਹਨਾਂ ਨੂੰ ਸਾਂਭ ਲਵੋ। ਕਿਉਂਕਿ ਜਿਹੜਾ ਸਾਹਨੇਵਾਲ ਦਾ ਥਾਣੇਦਾਰ ਸੀ ਸਰਫਰਾਜ਼ ਖਾਂ, ਉਹਨੂੰ ਜਾ ਕੇ ਸਤਿਗੁਰੂ, ਉਹ ਵੀ ਭੈਣੀ ਸਾਹਿਬ ਸੀ ਉਸ ਸਮੇਂ, ਉਹਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਆਖਿਆ ਵੀ ਆਹ 13 ਸਿੱਖ ਜਿਹੜੇ ਨੇ ਨਾ ਇਹ ਸਾਡੇ ਤੋਂ ਬਾਹਰੂ ਹੋ ਗਏ ਨੇ, ਕੱਲ੍ਹ ਨੂੰ ਇਹਨਾਂ ਨੇ ਕੁਝ ਕੀਤਾ ਮਾਰਾ ਪਕਾਰਾ ਕਰਨ ਨੂੰ ਫਿਰਦੇ ਨੇ, ਜੇ ਇਹਨਾਂ ਨੇ ਕੁਝ ਕੀਤਾ ਤਾਂ ਅਸੀਂ ਕੋਈ ਜ਼ਿੰਮੇਵਾਰ ਨਹੀਂ। ਉਹਨੇ ਆਖਿਆ ਜੀ ਇਹ ਤਾਂ ਸੁੱਖਾ ਪੀ ਕੇ ਮਸਤਾਨੇ ਨੇ, ਇਹਨਾਂ ਨੇ ਕੀ ਕਰਨਾ, ਇਹਨਾਂ ਨੇ ਕੁਝ ਨਹੀਂ ਕਰ ਸਕਣਾ, ਇਹਨਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ। ਉਹਨੇ ਵੀ ਇਸ ਗੱਲ ਨੂੰ ਇਗਨੋਰ ਕਰ ਦਿੱਤਾ, ਉਸ 'ਤੇ ਕੋਈ ਪੈਰਵਾਈ ਨਾ ਕੀਤੀ। ਫਿਰ ਸੂਬਾ ਬਾਬਾ ਦਰਬਾਰਾ ਸਿੰਘ ਜੀ ਜਦੋਂ ਜਾਂਦੇ ਨੇ ਲੁਧਿਆਣੇ, ਉੱਥੇ ਜਾ ਕੇ ਉੱਥੇ DC ਦੇ ਦਫ਼ਤਰ ਜਾ ਕੇ ਉਹ ਦੱਸਦੇ ਨੇ ਕਿ ਇਸ ਤਰ੍ਹਾਂ 13 ਸਿੱਖ ਸਾਡੇ ਤੋਂ ਆਪੋ 'ਚੋਂ ਬਾਹਰ ਹੋ ਗਏ ਨੇ, ਉਹਨਾਂ ਨੂੰ ਤੁਸੀਂ ਰੋਕ ਲਵੋ, ਕੱਲ੍ਹ ਨੂੰ ਉਹ ਕੁਝ ਕਰਨਗੇ ਮਲੇਰਕੋਟਲੇ ਜਾ ਕੇ ਹਮਲਾ ਕਰਨ 'ਤੇ ਅਸੀਂ ਜ਼ਿੰਮੇਵਾਰ ਨਹੀਂ ਇਸ ਗੱਲ ਦੇ। ਮੈਂ ਸਤਿਗੁਰੂ ਰਾਮ ਸਿੰਘ ਦਾ ਸੁਨੇਹਾ ਲੈ ਕੇ ਆਇਆ। ਉਹਨਾਂ ਨੇ ਬਾਬਾ ਦਰਬਾਰਾ ਸਿੰਘ ਨੂੰ ਹੀ ਅੰਦਰ ਕਰ ਦਿੱਤਾ ਹੋਰ ਕਾਰਵਾਈ ਕਰਨ ਦੀ ਬਜਾਏ। ਹੁਣ ਇਹ ਸਿੱਖ ਜਿਹੜੇ ਨੇ ਉਹ ਤਿਆਰ ਹੁੰਦੇ ਨੇ, 2 ਬੀਬੀਆਂ ਖੇਮ ਕੌਰ ਅਤੇ ਇੰਦ ਕੌਰ, 2-3 ਬੀਬੀਆਂ ਇੱਥੋਂ ਨਾਲ ਇਹਨਾਂ ਦੇ ਸਿੱਖਾਂ ਦੇ ਤਿਆਰ ਹੋ ਜਾਂਦੀਆਂ ਨੇ ਜਾਣ ਵਾਸਤੇ। 250 ਸਿੱਖ ਤਿਆਰ ਹੁੰਦਾ ਹੈ। ਭਾਈ ਹੀਰਾ ਸਿੰਘ ਜੀ ਕਾਲਬੁੰਗੇ ਦੇ ਕੋਲ ਖਲੋ ਕੇ ਲੀਕ ਖਿੱਚ ਦਿੰਦੇ ਨੇ ਆਪਣੀ ਤਲਵਾਰ ਨਾਲ ਕਿ ਸਾਡੇ ਨਾਲ ਜਿਸ ਸਿੱਖ ਨੇ ਸੀਸ ਦੇਣਾ ਸਿਰਫ ਉਹ ਹੀ ਜਾਵੇ, ਦੂਸਰਾ ਇੱਥੇ ਸਿਰਫ ਰੌਲਾ ਪਾਉਣ ਵਾਸਤੇ ਨਾ ਸਾਡੇ ਨਾਲ ਕੋਈ ਆਵੇ। ਫਿਰ ਇੱਥੋਂ ਸਤਿਗੁਰੂ ਰਾਮ ਸਿੰਘ ਜੀ ਤੋਂ ਆਗਿਆ ਲੈ ਕੇ ਇਹ 140 ਸਿੱਖ ਜਿਹੜੇ ਸਨ ਉਸ ਲੀਕ ਨੂੰ ਪਾਰ ਕਰਕੇ ਭੈਣੀ ਸਾਹਿਬੋਂ ਚੱਲਦੇ ਨੇ ਅਤੇ ਸਰਦਾਰ ਹੀਰਾ ਸਿੰਘ ਜੀ ਅਰਜ਼ ਕਰਦੇ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਕਿ ਅਸੀਂ ਕਿੱਥੇ ਜਾ ਕੇ ਪੜਾਅ ਕਰੀਏ। ਸਤਿਗੁਰੂ ਰਾਮ ਸਿੰਘ ਜੀ ਇਸ਼ਾਰਾ ਕਰਦੇ ਕਿ ਤੁਸੀਂ ਰੱਬੋਂ ਪਿੰਡ ਜਾ ਕੇ ਪਹਿਲਾ ਪੜਾਅ ਕਰਿਓ। ਭਾਈ ਹੀਰਾ ਸਿੰਘ ਜੀ ਭੈਣੀ ਸਾਹਿਬ ਤੋਂ ਲਾਟੋਂ, ਕਟਾਣੀ, ਰਾਮਪੁਰੇ ਤੋਂ ਪਾਇਲ ਹੁੰਦੇ ਹੋਏ ਰੱਬੋਂ ਪਿੰਡ ਵਿੱਚ ਜਾ ਕੇ ਨਿਵਾਸ ਕਰਦੇ ਨੇ। ਉੱਥੇ ਆਪਣੇ ਨਾਮਧਰੀ ਦਾ ਘਰ ਸੀ, ਰਾਤ ਉੱਥੇ ਠਹਿਰਦੇ ਨੇ। ਸਵੇਰੇ ਲੰਗਰ ਤਿਆਰ ਕੀਤਾ ਜਾਂਦਾ ਹੈ, ਲੰਗਰ ਤਿਆਰ ਕਰਕੇ ਛਕ ਕੇ ਇੱਥੋਂ ਦੁਪਹਿਰੇ ਚੱਲਦੇ ਨੇ।
ਜਦੋਂ ਇਹ 13 ਤਰੀਕ ਨੂੰ ਭੈਣੀ ਸਾਹਿਬੋਂ ਚੱਲਦੇ ਨੇ, 14 ਤਰੀਕ ਨੂੰ ਲੰਗਰ ਛਕ ਕੇ ਉਹ ਮਲੌਦ ਦੇ ਸਰਦਾਰ ਨੂੰ ਮਿਲਦੇ ਨੇ ਜਾ ਕੇ, ਬਦਨ ਸਿੰਘ ਨੂੰ। ਮਲੌਦ ਦਾ ਜਿਹੜਾ ਸਰਦਾਰ ਬਦਨ ਸਿੰਘ ਸੀ ਉਹ ਭੈਣੀ ਸਾਹਿਬ ਆਇਆ ਸੀ। ਉਹਨੇ ਆਣ ਕੇ ਇੱਕ ਦਿਨ ਅਰਜ਼ ਕੀਤੀ ਸੀ ਸੱਚ ਪਾਤਸ਼ਾਹ ਜੀ ਨੂੰ ਕਿ ਕਿਰਪਾ ਕਰੋ, ਜੇ ਕਿਸੇ ਲੋੜ ਕਿਸੇ ਚੀਜ਼ ਦੀ ਮੈਨੂੰ ਹੁਕਮ ਹੋਵੇ, ਮੈਂ ਸੇਵਾ ਕਰਨ ਨੂੰ ਤਿਆਰ ਹਾਂ, ਕੋਈ ਹੁਕਮ ਕਰੋ। ਸਤਿਗੁਰੂ ਰਾਮ ਸਿੰਘ ਜੀ ਕੋਈ ਬਚਨ ਨਾ ਕੀਤਾ ਤੇ ਭਾਈ ਹੀਰਾ ਸਿੰਘ ਜੀ ਕੋਲ ਖੜੇ ਸਨ। ਇਹਨਾਂ ਨੇ ਆਖਿਆ ਵੀ ਕੋਈ ਗੱਲ ਨਹੀਂ ਸਰਦਾਰ ਜੀ, ਜਦੋਂ ਸਮਾਂ ਆਇਆ ਤੇ ਫਿਰ ਤੁਹਾਨੂੰ ਅਸੀਂ ਦੱਸਾਂਗੇ। ਹੁਣ ਸਰਦਾਰ ਹੀਰਾ ਸਿੰਘ ਜੀ ਉਸ ਸਰਦਾਰ ਮਲੌਦ ਵਾਲੇ ਕੋਲ ਜਾਂਦੇ ਨੇ, ਉਹਨੂੰ ਜਾ ਕੇ ਕਹਿੰਦੇ ਨੇ ਕਿ ਸਾਨੂੰ ਇਸ ਤਰ੍ਹਾਂ ਹਥਿਆਰ ਚਾਹੀਦੇ ਨੇ। ਸਰਦਾਰ ਬਦਨ ਸਿੰਘ ਦੇਖਦਾ ਕਿ ਸਤਿਗੁਰੂ ਰਾਮ ਸਿੰਘ ਜੀ ਨਾਲ ਨਹੀਂ, ਸਿਰਫ ਇਕੱਲੇ ਸਿੱਖ ਆਏ ਨੇ। ਕੱਲ੍ਹ ਨੂੰ ਅੰਗਰੇਜ਼ਾਂ ਨੂੰ ਪਤਾ ਲੱਗਿਆ ਤੇ ਅੰਗਰੇਜ਼ ਮੇਰੇ ਖਿਲਾਫ ਹੋ ਜਾਣਗੇ, ਜਿਹੜੀ ਮੇਰੇ ਕੋਲ ਸਰਦਾਰੀ ਏ ਉਹ ਮੇਰੇ ਕੋਲੋਂ ਖੋਹ ਲਈ ਜਾਏਗੀ। ਬਦਨ ਸਿੰਘ ਜੀ ਇਸ ਗੱਲ ਤੋਂ ਮਨਾ ਕਰ ਦਿੰਦੇ ਨੇ। ਹੀਰਾ ਸਿੰਘ ਜੀ ਉਹਨੂੰ ਕੇਸਾਂ ਤੋਂ ਫੜ ਲੈਂਦੇ ਨੇ ਕਿ ਆਹ ਕੇਸ ਕੰਘਾ ਕਸ਼ਹਿਰਾ ਕਿਸ ਵਾਸਤੇ ਰੱਖਿਆ ਜੇ ਤੂੰ ਸਿੱਖੀ ਦੇ ਕੰਮ ਨਹੀਂ ਆਉਣਾ। ਤੇ ਜਦੋਂ ਇੰਨਾ ਕਰਦੇ ਨੇ ਤੇ ਕੋਲ ਮਾਈ ਇੰਦ ਕੌਰ ਸੀ, ਮਾਈ ਇੰਦ ਕੌਰ ਉਹਦੇ ਟਕੂਆ ਮਾਰਦੀ ਇੱਥੇ ਨੱਕ ਤੇ ਵੱਜਦਾ ਹੈ ਤੇ ਹੱਲੇ ਉਹ ਅੱਗੋਂ ਮਨਾ ਹੀ ਕਰਦਾ ਸੀ ਕਿ ਨਹੀਂ, ਫਿਰ ਉਹ ਇੱਕ ਹੋਰ ਟਕੂਆ ਮਾਰਦੀ ਏ, ਉਹ ਉਹਦੇ ਪਿੱਠ ਵਿੱਚ ਲੱਕ ਵਿੱਚ ਵੱਜਦਾ ਹੈ। ਜਦੋਂ ਇਸ ਤਰ੍ਹਾਂ ਹੁੰਦਾ ਤੇ ਉਹ ਸਰਦਾਰ ਜਿਹੜਾ ਸੀ ਆਪਣੇ ਕੇਸ ਛੁਡਾ ਕੇ ਭਾਈ ਹੀਰਾ ਸਿੰਘ ਕੋਲ ਭੱਜ ਕੇ ਅੰਦਰ ਵੜ ਕੇ ਕੁੰਡੀ ਲਾ ਲੈਂਦਾ ਕਮਰੇ 'ਚ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਮੈਂ ਉਸ ਸਰਦਾਰ ਬਦਨ ਸਿੰਘ ਨੂੰ ਵੇਖਿਆ, ਮੈਨੂੰ ਉਹ ਮਿਲਿਆ ਸੀ ਤੇ ਉਹਦੇ ਇੱਥੇ ਨੱਕ ਤੇ ਉਹ ਵਾਲਾ ਜਿਹੜਾ ਮਾਈ ਇੰਦ ਕੌਰ ਨੇ ਟਕੂਆ ਮਾਰਿਆ ਸੀ ਉਹਦਾ ਟੱਕ, ਉਹਦਾ ਨਿਸ਼ਾਨ ਹੈਗਾ ਸੀ। ਸੱਚ ਪਾਤਸ਼ਾਹ ਜੀ ਉਹਨੂੰ ਮਿਲੇ ਸਨ ਸਰਦਾਰ ਬਦਨ ਸਿੰਘ ਨੂੰ ਵੀ। ਹੁਣ ਫਿਰ ਸਿੱਖ ਸੋਚਦੇ ਨੇ ਕਿ ਸਾਨੂੰ ਇੱਥੋਂ ਕੁਝ ਸਮਾਨ ਮਿਲੇ। ਸਿੱਖਾਂ ਨੇ ਉੱਥੇ ਜਿਹੜੇ ਪਿੰਡ ਦੇ ਲੋਕ ਸਨ, ਮਲੌਦ ਸ਼ਹਿਰ ਦੇ ਕਾਜੀ ਆਇਆ, ਉਹਨਾਂ ਨੇ ਆਣ ਕੇ ਸਿੱਖਾਂ ਦੇ ਨਾਲ ਲੜਾਈ ਕੀਤੀ। ਇੱਥੇ 2 ਸਿੱਖ ਸ਼ਹੀਦ ਹੁੰਦੇ ਨੇ, ਨੰਦ ਸਿੰਘ ਤੇ ਅਤਰ ਸਿੰਘ, ਉਹ ਇੱਥੇ ਮਲੌਦ ਵਿੱਚ ਸ਼ਹੀਦ ਹੋ ਜਾਂਦੇ ਨੇ। ਬਦਨ ਸਿੰਘ ਦੇ 2 ਨੌਕਰ ਮਾਰੇ ਜਾਂਦੇ ਨੇ, ਬੂਟਾ ਕੋਚਵਾਨ ਤੇ ਮੁਨਸ਼ੀ ਨਬੀ ਬਖਸ਼। ਕਿਉਂਕਿ ਮੁਨਸ਼ੀ ਨਬੀ ਬਖਸ਼ ਕੋਲ ਜਾ ਕੇ ਸਿੱਖ ਉਹਨੂੰ ਪੁੱਛਦੇ ਨੇ ਕਿ ਸਾਨੂੰ ਹਥਿਆਰ ਚਾਹੀਦੇ ਨੇ। ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਨੌਕਰ ਹਾਂ। ਉਹ ਵੀ ਅੱਗੋਂ ਅੜਦਾ ਸਿੱਖਾਂ ਦੇ ਨਾਲ, ਉੱਥੇ ਹੱਥਾਪਾਰੀ ਵਿੱਚ ਉਹ ਵੀ ਮਾਰਿਆ ਜਾਂਦਾ ਹੈ। 2 ਸਿੱਖ ਸ਼ਹੀਦ ਹੁੰਦੇ ਨੇ, 2 ਬਦਨ ਸਿੰਘ ਦੇ ਮਾਰੇ ਜਾਂਦੇ ਨੇ, 6-7 4-5 ਸਿੱਖ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ। ਇੱਥੇ ਸਿੱਖਾਂ ਨੂੰ ਇੱਥੋਂ 3 ਤਲਵਾਰਾਂ, 1 ਦੁਨਾਲੀ ਬੰਦੂਕ ਜਿਹੜੀ ਸੀਗੀ, 2 ਘੋੜੇ ਤੇ 1 ਘੋੜੀ ਇੱਥੋਂ ਸਿੱਖਾਂ ਨੂੰ ਮਿਲਦੇ ਨੇ। ਸਿੱਖ ਲੈ ਕੇ ਇੱਥੋਂ ਦਵਾ ਦਵ ਚੜ੍ਹਦੇ ਨੇ। ਉਹਨੇ ਚਿਰ ਨੂੰ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਸਿੱਖਾਂ ਨੇ ਆਣ ਕੇ ਹਮਲਾ ਕਰ ਦਿੱਤਾ ਹੈ। ਉਹ ਵੱਟੇ ਮਾਰਦੇ ਨੇ ਛੱਤਾਂ 'ਤੇ ਚੜ੍ਹ ਕੇ। ਅੰਦਰੋਂ ਬਦਨ ਸਿੰਘ ਉਹਨਾਂ ਨੂੰ ਗਾਈਡ ਕਰ ਰਿਹਾ, ਸਿੱਖਾਂ ਨੂੰ ਕਹਿੰਦਾ, ਲੋਕਾਂ ਨੂੰ ਆਖ ਰਿਹਾ ਕਿ ਵੱਟੇ ਮਾਰੋ, ਬਾਹਰਲਾ ਦਰਵਾਜ਼ਾ ਬੰਦ ਕਰ ਦਿਓ, ਸਿੱਖਾਂ ਨੂੰ ਭੱਜਣ ਨਾ ਦਿਓ, ਇੱਥੋਂ ਜਾਣ ਨਾ ਦਿਓ। ਪਰ ਫਿਰ ਵੀ ਸਿੱਖ ਜਿਹੜੇ ਨੇ ਬਹੁਤ ਹੱਲਾ ਕਰਕੇ ਇੱਥੋਂ ਨਿਕਲਦੇ ਨੇ ਤੇ ਨਿਕਲ ਕੇ ਉਹ ਪਿੰਡ 'ਚੋਂ ਬਾਹਰ ਚਲੇ ਜਾਂਦੇ ਨੇ। ਬਦਨ ਸਿੰਘ ਦਾ ਪਿਤਾ ਮਿੱਤ ਸਿੰਘ, ਉਹਨੇ ਰਾਤ ਉਸੇ ਵੇਲੇ ਹੀ, ਕਿਉਂਕਿ ਇਹ ਸ਼ਾਮਾਂ ਦਾ ਟਾਈਮ ਸੀ ਜਦੋਂ ਇੱਥੇ ਮਲੌਦ ਸਿੱਖਾਂ ਦੀ ਇੱਥੇ ਸਰਦਾਰ ਬਦਨ ਸਿੰਘ ਦੇ ਨਾਲ ਝੜਪ ਹੁੰਦੀ ਹੈ, ਇੱਥੇ ਲੜਾਈ ਹੁੰਦੀ ਹੈ। ਉਹ ਰਾਤ ਨੂੰ ਡੇਲੋਂ ਦੇ ਥਾਣੇ ਵਿੱਚ ਆਪਣੇ ਇੱਕ ਨੌਕਰ ਨੂੰ ਭੇਜਦਾ ਹੈ ਕਿ ਜਾ ਕੇ ਸਾਰੀ ਗੱਲ ਦੱਸ, ਡੇਲੋ ਦੇ ਇੰਸਪੈਕਟਰ ਨੂੰ ਜਾ ਕੇ। ਉਹ ਇੰਸਪੈਕਟਰ ਜਿਹੜਾ ਸੀ ਉਸੇ ਵੇਲੇ ਇੱਕ ਹਵਲਦਾਰ ਨੂੰ ਭੇਜਦਾ ਲੁਧਿਆਣੇ DC ਕੋਲ, ਕਮਿਸ਼ਨਰ ਕੋਲ ਭੇਜਦਾ ਹੈ ਤੇ ਉਹਨੂੰ ਜਾ ਕੇ ਖਬਰ ਦਿੰਦਾ ਕਿ ਜਿਹੜੇ ਸਿੱਖ ਬਾਰੇ ਰਿਪੋਰਟ ਸੀਗੀ ਉਹ ਸਿੱਖ ਆਏ ਨੇ ਮਲੌਦ ਵਿੱਚ, ਉਹਨਾਂ ਨੇ ਹਮਲਾ ਕੀਤਾ ਹੈ, ਕਿ ਇੱਥੋਂ ਹਥਿਆਰ ਲੈ ਕੇ ਗਏ ਨੇ, ਲੱਗਦਾ ਕਿ ਉਹ ਇੱਦੋਂ ਅੱਗੇ ਉਹ ਮਲੇਰਕੋਟਲੇ ਵੱਲ ਨੂੰ ਜਾਣਗੇ। ਉਸੇ ਵੇਲੇ DC ਜਿਹੜਾ ਕਾਮਨ ਸੀ, ਕਿਉਂਕਿ ਜਿਹੜਾ ਮਲੇਰਕੋਟਲੇ ਦਾ ਨਵਾਬ ਸੀ ਉਹ ਚੜ੍ਹਾਈ ਕਰ ਗਿਆ ਸੀ, ਉਹਦਾ ਬੱਚਾ ਨਾਬਾਲਗ ਸੀ, ਇਸ ਕਰਕੇ ਮਲੇਰਕੋਟਲੇ ਦਾ ਜਿਹੜਾ ਰਾਜ ਸੀ, ਜਿਹੜਾ ਉਹਦਾ ਪ੍ਰਬੰਧ ਸੀ, ਉਹ ਕੌਂਸਲ ਦੇ ਅਧੀਨ ਸੀ। ਉਹ ਕੌਂਸਲ ਜਿਹੜੀ ਸੀ ਉਹ ਲੁਧਿਆਣੇ ਦੇ DC ਦੇ ਅੰਡਰ ਆਉਂਦੀ ਸੀ, ਭਾਵ DC ਦਾ ਹੀ ਮਲੇਰਕੋਟਲੇ 'ਤੇ ਹੁਕਮ ਚੱਲਦਾ ਸੀ, ਉਹਦੇ ਰਾਹੀਂ ਹੀ ਸਾਰੇ ਕਾਰਜ ਹੁੰਦੇ ਸਨ ਮਲੇਰਕੋਟਲੇ ਸ਼ਹਿਰ ਦੇ। ਇਸ ਕਰਕੇ DC ਜਿਹੜਾ ਸੀ ਉਹਨੇ ਤਾਰ ਪਾਈ ਉੱਥੇ ਥਾਣੇ ਵਿੱਚ ਕਿ ਤੁਸੀਂ ਦਵਾ ਦਾ ਬੰਦੋਬਸਤ ਕਰੋ ਕਿ ਸਿੱਖ ਜਿਹੜੇ ਨੇ ਉਹ ਮਾਰਾ ਪਕਾਰਾ ਕਰਦੇ ਤੁਹਾਡੇ ਕੋਲ ਆਉਣਗੇ, ਤੁਹਾਡੇ 'ਤੇ ਹਮਲਾ ਕਰਨਗੇ। ਹੁਣ ਮਲੇਰਕੋਟਲੇ ਦੇ ਲੋਕਾਂ ਨੂੰ, ਮਲੇਰਕੋਟਲੇ ਦੇ ਸਿਪਾਹੀਆਂ ਨੂੰ, ਫੋਰਸ ਨੂੰ ਪਤਾ ਲੱਗ ਗਿਆ ਕਿ ਸਿੱਖ ਕਿਸੇ ਵੀ ਟਾਈਮ ਇੱਥੇ ਆਣ ਕੇ ਸਾਡੇ 'ਤੇ ਹਮਲਾ ਕਰ ਸਕਦੇ ਨੇ। ਮਲੌਦ ਤੋਂ ਸਿਰਫ 6-7 ਮੀਲ 'ਤੇ ਦੂਰ ਆ ਮਲੇਰਕੋਟਲਾ, ਪਰ ਸਿੱਖ ਜਿਹੜੇ ਨੇ ਉੱਥੋਂ ਚੱਲਦੇ ਨੇ ਮਲੌਦ ਤੋਂ ਮਲੇਰਕੋਟਲੇ ਵੱਲ ਨੂੰ। ਰਾਤ ਜਾ ਕੇ ਉਹ 15 ਤਰੀਕ ਰਾਤ ਰੁਕ ਜਾਂਦੇ ਨੇ, ਥੱਕੇ ਹੋਣ ਕਰਕੇ ਵੀ ਰੁਕ ਜਾਂਦੇ ਨੇ। ਕੋਲੋਂ ਸਿੱਖ ਨੇ ਭਾਈ ਹੀਰਾ ਸਿੰਘ ਨੂੰ ਆਖਿਆ ਇੱਕ ਨੇ ਕਿ ਹੁਣ ਰਾਤ ਦਾ ਸਮਾਂ ਤੇ ਆਪਾਂ ਹਮਲਾ ਕਰੀਏ। ਭਾਈ ਹੀਰਾ ਸਿੰਘ ਨੇ ਆਖਿਆ ਕਿ ਅਸੀਂ ਕੋਈ ਚੋਰ ਨਹੀਂ ਗੇ ਜਿਹੜੇ ਰਾਤ ਨੂੰ ਹਮਲਾ ਕਰੀਏ, ਅਸੀਂ ਦਿਨੇ ਹਮਲਾ ਕਰਾਂਗੇ। ਰਾਤ ਨੂੰ ਸਾਰੇ ਨਗਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ, ਨਗਰ ਤੇ ਪੁਲਿਸ ਦਾ ਪਹਿਰਾ ਖਿਲਾਰਿਆ ਜਾਂਦਾ ਹੈ ਤੇ ਗਾਰਦ ਜਿਹੜੀ ਸੀ ਉਹ ਪਹਿਰਾ ਦੇਣ ਲੱਗ ਜਾਂਦੀ ਹੈ ਰਾਤ ਨੂੰ। ਤੇ
ਜਿਹੜੇ ਸਿੱਖ ਨੇ ਉਹ 1 ਮੀਲ ਉਰਾਂ ਮਲੇਰਕੋਟਲੇ ਤੋਂ ਬਾਗ ਵਿੱਚ ਆਪਣਾ ਡੇਰਾ ਕਰਕੇ ਬਾਗ ਵਿੱਚ ਰਹਿੰਦੇ ਨੇ। ਇੱਕ ਰਾਤ ਇੱਥੇ ਬਤੀਤ ਕਰਦੇ ਨੇ। ਸਵੇਰੇ ਅੰਮ੍ਰਿਤ ਵੇਲਾ ਹਲੇ ਹੁੰਦਾ ਆ, ਮੂੰਹ ਹਨੇਰਾ ਹੀ ਸੀ, ਹਲੇ ਚੰਗੀ ਤਰ੍ਹਾਂ ਚਾਨਣ ਨਹੀਂ ਸੀ ਹੋਇਆ ਪੂਰਾ, ਪਰ ਚਾਨਣ ਸੂਰਜ ਚੜ੍ਹਨਾ ਸ਼ੁਰੂ ਹੋ ਗਿਆ ਸੀ। ਸਿੱਖ ਦਵਾ ਦਵ ਜਾਂਦੇ ਨੇ। ਜਾ ਕੇ ਉਹ ਇੱਕ ਸਿੱਖ ਦੱਸਦਾ ਹੈ, ਲਹਿਣਾ ਸਿੰਘ, ਕਿ ਮਲੇਰਕੋਟਲੇ ਦੀ ਜਿਹੜੀ ਕੰਧ ਆ ਬਾਉਂਡਰੀ ਦੀ, ਉਹ ਇੱਕ ਥਾਂ ਤੋਂ ਟੁੱਟੀ ਹੋਈ ਹੈ। ਉੱਥੋਂ ਦੀ ਜਾ ਕੇ ਸਿੱਖ ਅੰਦਰ ਵੜਦਾ ਹੈ। ਅੰਦਰ ਜਾ ਕੇ ਜਿਹੜਾ ਅੰਦਰ ਉੱਥੇ ਸਿਪਾਹੀ ਖੜਾ ਸੀ ਉਹਦੇ ਨਾਲ ਹੱਥੋਂ ਪਾਈ ਹੁੰਦਾ, ਦਰਵਾਜ਼ਾ ਖੋਲ੍ਹ ਦਿੰਦਾ। ਜਿੰਨੇ ਸਿੱਖ ਸਨ ਉਹ ਸਾਰੇ ਅੰਦਰ ਵੜ ਕੇ ਮਲੇਰਕੋਟਲੇ 'ਤੇ ਹਮਲਾ ਕਰ ਦਿੰਦੇ ਨੇ। ਇੱਥੇ 7 ਬੁੱਚੜ ਮਾਰੇ ਜਾਂਦੇ ਨੇ, ਸਿਪਾਹੀ ਮਾਰੇ ਜਾਂਦੇ ਨੇ, ਜਿਹੜੇ ਭਾਈ ਹੀਰਾ ਸਿੰਘ ਜੀ ਦੇ ਨਾਲ ਸਿੱਖ ਸਨ। ਕਿਉਂਕਿ ਇਹਨਾਂ ਨੂੰ ਤਾਂ ਖਬਰ ਪਹਿਲਾਂ ਮਿਲ ਗਈ ਸੀ, ਉਹ ਪੂਰੀ ਤਿਆਰੀ ਵਿੱਚ ਖਲੋਤੇ ਸਨ ਸਿੱਖਾਂ ਦੇ ਵਾਸਤੇ। ਪਰ ਭਾਈ ਹੀਰਾ ਸਿੰਘ ਜੀ ਕੋਲ ਤਾਂ ਕੁਝ ਵੀ ਨਹੀਂ ਸਨ। ਸਿੱਖ ਜਿਹੜੇ ਸਨ ਉਹ ਸਧਾਰਨ ਸਿੱਖ ਸਨ, ਕੋਈ ਸ਼ਸਤਰੀ ਵਿੱਦਿਆ ਦਾ ਗਿਆਨ ਨਹੀਂ ਸੀ ਉਹਨਾਂ ਨੂੰ। ਪਰ ਜਿਹੜੇ ਅੰਦਰ ਸਿੱਖ ਸਨ, ਅੰਦਰ ਜਿਹੜੇ ਪੁਲਿਸ ਫੋਰਸ ਸੀ, ਉਹ ਤਾਂ ਪੂਰੇ ਟ੍ਰੇਨਡ ਸਨ। ਇਹਨਾਂ ਸਿੱਖਾਂ ਦਾ ਉਹਨਾਂ ਟ੍ਰੇਨਡ ਬੰਦਿਆਂ ਦੇ ਨਾਲ ਮੁਕਾਬਲਾ ਹੁੰਦਾ ਹੈ। 7 ਸਿੱਖ ਇੱਥੇ ਸ਼ਹੀਦ ਹੋ ਜਾਂਦੇ ਨੇ, 7 ਪਿੰਡ ਉਹਨਾਂ ਦੇ ਬੰਦੇ ਮਾਰੇ ਜਾਂਦੇ ਨੇ, ਹੋਰ ਬਹੁਤ ਜ਼ਖਮੀ ਹੁੰਦੇ ਨੇ। ਘੰਟਾ ਸਵਾ ਘੰਟਾ ਇੱਥੇ ਬਹੁਤ ਤੇਜ਼ੀ ਦੇ ਨਾਲ ਯੁੱਧ ਹੁੰਦਾ ਹੈ। 3 ਵਾਰੀ ਸਿੱਖ ਜਿਹੜੇ ਨੇ ਉਹ ਮਲੇਰਕੋਟਲੇ ਦੇ ਲੋਕਾਂ ਨੂੰ, ਪੁਲਿਸ ਫੋਰਸ ਨੂੰ ਧੱਕਾ ਲਾ ਕੇ ਅੰਦਰ ਭੇਜ ਦਿੰਦੇ ਨੇ, ਭਾਵ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦੇ ਨਾਲ ਲੜਾਈ ਹੁੰਦੀ ਹੈ। ਇੱਥੋਂ ਫਿਰ ਸਿੱਖ ਜਿਹੜੇ ਸੀ ਭਾਈ ਹੀਰਾ ਸਿੰਘ ਜੀ ਹੁਕਮ ਕਰਦੇ ਨੇ ਕਿ ਸਾਨੂੰ ਸਿਰਫ ਇੰਨਾ ਹੁਕਮ ਸੀ, ਚਲੋ ਖਾਲਸਾ ਜੀ ਆਪਾਂ ਮਲੇਰਕੋਟਲਾ ਸੋਧ ਲਿਆ, ਹੁਣ ਆਪਾਂ ਇੱਥੋਂ ਚੱਲੀਏ। ਹੁਣ ਉਹ ਇੱਥੋਂ ਚੱਲਦੇ ਨੇ। ਜਿਹੜਾ ਸੀਗਾ ਸਮੁੰਦ ਖਾਂ ਪਠਾਨ, ਉਹ ਉਸ ਸਮੇਂ ਮਲੇਰਕੋਟਲੇ ਵਿੱਚ ਨਹੀਂ ਸੀ, ਉਹ ਬਾਹਰ ਗਿਆ ਹੋਇਆ ਸੀ। ਉਹਨੂੰ ਪਤਾ ਲੱਗਦਾ, ਆਣ ਕੇ ਵੇਖਦਾ ਕਿ ਐਵੇਂ ਲਾਸ਼ਾਂ ਜਿਹੜੀਆਂ ਨੇ ਉਹ ਡਿੱਗੀਆਂ ਹੋਈਆਂ ਨੇ, ਲੋਕ ਮਰੇ ਹੋਏ ਨੇ ਅਤੇ ਖੂਨੋ ਖੂਨ ਹੋਈ ਪਈ ਹੈ ਮਲੇਰਕੋਟਲੇ ਦੀ ਧਰਤੀ। ਉਹ ਗੁੱਸੇ ਵਿੱਚ ਆਪਣੇ ਨਾਲ ਕੁਝ ਸਿਪਾਹੀ ਲੈ ਕੇ ਅਤੇ ਉਹ ਭਾਈ ਸਰਦਾਰ ਹੀਰਾ ਸਿੰਘ ਦੇ ਮਗਰ ਚੜ੍ਹਦਾ। ਉਹਨੂੰ ਪਤਾ ਲੱਗਦਾ ਕਿ ਉਹ ਇੱਧਰ ਨੂੰ ਗਏ ਨੇ। ਉਹ ਅੱਗੇ ਜਾ ਕੇ ਸਤਿਗੁਰੂ ਪ੍ਰਤਾਪ ਸਿੰਘ ਉਪਦੇਸ਼ ਆਉਂਦਾ ਕਿ ਅੱਗੇ ਜਾ ਕੇ ਉਹ 1 ਮੀਲ 'ਤੇ ਜਾ ਕੇ ਉਹਨਾਂ ਨੂੰ ਫੜ ਲੈਂਦਾ ਆ। ਸਮੁੰਦ ਖਾਂ ਪਠਾਨ ਆਵਾਜ਼ ਮਾਰਦਾ ਹੈ, ਉਹ ਆਖਦਾ ਕਿ ਤੁਹਾਡੇ 'ਚੋਂ ਕੌਣ ਆ ਹੀਰਾ ਸਿੰਘ, ਮੈਂ ਉਹਦੇ ਨਾਲ ਲੜਾਈ ਕਰਨੀ ਚਾਹਾਂਗਾ। ਆਪਾਂ ਦੂਸਰਿਆਂ ਨੂੰ ਕਿਉਂ ਮਰਵਾਉਂਦੇ ਆ? ਇੱਧਰੋਂ ਤੇਰੇ ਸਿੱਖਾਂ ਵੱਲੋਂ ਤੂੰ ਆ ਜਾਵਾ, ਅਤੇ ਇੱਧਰੋਂ ਮੇਰੇ ਵੱਲੋਂ ਮੈਂ ਆ ਜਾਂਦਾ, ਹੋਰ ਕੋਈ ਨਹੀਂ ਲੜੇਗਾ। ਜਿਹੜਾ ਆਪਣੇ ਦੋਨਾਂ 'ਚੋਂ ਜਿੱਤ ਗਿਆ ਉਹਦਾ ਪਾਸਾ ਜਿੱਤ ਗਿਆ, ਆਪਾਂ ਬਾਕੀ ਸਿੱਖ ਜਾਂ ਬਾਕੀ ਲੋਕ ਜਿਹੜੇ ਨੇ ਉਹ ਨਹੀਂ ਮਰਵਾਉਣੇ। ਇਹ ਭੁੱਦਨ ਦੇ ਟਿੱਬੇ ਦੇ ਕੋਲ ਇੱਥੇ ਭਾਈ ਹੀਰਾ ਸਿੰਘ ਅਤੇ ਸਮੁੰਦ ਖਾਂ ਪਠਾਨ ਦਾ ਹੁਣ ਯੁੱਧ ਹੋਣ ਲੱਗਦਾ, ਲੜਾਈ ਹੋਣ ਲੱਗਦੀ ਹੈ। ਸਿੱਖ ਸਮੁੰਦ ਖਾਂ ਨੂੰ ਆਖਦੇ ਨੇ, ਤੇਰੇ ਕੋਲ ਤਲਵਾਰ ਵੀ ਹੈ, ਢਾਲ ਵੀ ਹੈ, ਤੇਰੇ ਕੋਲ ਬਰਸ਼ੀ ਵੀ ਹੈ, ਨੇਜਾ ਵੀ ਹੈ। ਇਸ ਕਰਕੇ ਤੇਰੇ ਕੋਲ ਜ਼ਿਆਦਾ ਕੁਝ ਆ, ਭਾਈ ਹੀਰਾ ਸਿੰਘ ਕੋਲ ਇਕੱਲੀ ਤਲਵਾਰ ਆ। ਇਸ ਕਰਕੇ ਨੇਜੇ ਦੇ ਨਾਲ ਤੂੰ ਦੂਰੋਂ ਵਾਰ ਕਰ ਸਕਦਾ। ਇਸ ਕਰਕੇ ਨੇਜਾ ਸੁੱਟ ਦੇਵੇ, ਸੁੱਟ ਕੇ ਅਤੇ ਫਿਰ ਤੂੰ ਬਰਾਬਰ ਦਾ ਹੋ ਕੇ ਭਾਈ ਹੀਰਾ ਸਿੰਘ ਨਾਲ ਲੜ। ਉਹ ਨੇਜਾ ਸੁੱਟ ਦਿੰਦਾ ਹੈ। ਭਾਈ ਹੀਰਾ ਸਿੰਘ ਜੀ ਆਖਦੇ ਨੇ ਸਮੁੰਦ ਖਾਂ ਨੂੰ, ਸਮੁੰਦ ਖਾਂ ਵਾਰ ਪਹਿਲਾਂ ਤੂੰ ਕਰ ਲੈ, ਕਿਤੇ ਮਨ ਵਿੱਚ ਸ਼ੰਕਾ ਨਾ ਰਹਿ ਜਾਵੇ ਕਿ ਮੈਂ ਵਾਰ ਨਹੀਂ ਕੀਤਾ। ਹੁਣ ਜਿਹੜਾ ਇਹ ਸਮੁੰਦ ਖਾਂ ਸੀ ਉਹ ਵਾਰ ਕਰਦਾ। ਭਾਈ ਹੀਰਾ ਸਿੰਘ ਜੀ ਉਹ ਵਾਰ ਨੂੰ ਰੋਕਦੇ ਨੇ, ਆਪਣਾ ਹੱਥ ਅੱਗੇ ਕਰਕੇ, ਢਾਲ ਉਹਨਾਂ ਕੋਲ ਸੀ ਨਹੀਂ, ਉਹ ਉਹਨਾਂ ਦਾ ਗੁੱਟ ਕੱਟਿਆ ਜਾਂਦਾ ਹੈ। ਅਤੇ ਉਹ ਇੰਨੀ ਤੇਜ਼ੀ ਨਾਲ, ਫੁਰਤੀ ਨਾਲ ਦੁਬਾਰਾ ਇੱਕ ਨਵਾਂ ਪੈਂਤੜਾ ਖੇਡ ਕੇ ਉਸ ਸਮੁੰਦ ਖਾਂ ਪਠਾਨ ਦੇ ਉੱਤੇ ਵਾਰ ਕਰਦੇ ਨੇ। ਉਹਦਾ ਸਿਰ ਸੀ ਜਿਹੜਾ ਉਹਨੂੰ ਧੜ ਨਾਲੋਂ ਵੱਖ ਕਰ ਦਿੰਦੇ ਨੇ। ਕਿਉਂਕਿ ਸਮੁੰਦ ਖਾਂ ਪਠਾਨ ਬਹੁਤ ਬਹਾਦਰ ਸੀ। ਉਹ ਜਿਹੜੇ ਨਾਲ ਦੇ ਸਿਪਾਹੀ ਸਨ ਉਹ ਇਸ ਗੱਲੋਂ ਡਰ ਗਏ ਵੀ ਜੇ ਸਮੁੰਦ ਖਾਂ ਮਾਰਿਆ ਗਿਆ ਤਾਂ ਸਾਡੇ ਵਿੱਚ ਤਾਂ ਹਿੰਮਤ ਹੀ ਨਹੀਂ ਅਸੀਂ ਇਹਨਾਂ ਨਾਲ ਲੜ ਸਕੀਏ। ਉਹ ਵਾਪਸ ਚਲੇ ਜਾਂਦੇ ਨੇ। ਸਮੁੰਦ ਖਾਂ ਇੱਥੇ ਮਾਰਿਆ ਜਾਂਦਾ ਹੈ। ਸਿੱਖ ਭਾਈ ਹੀਰਾ ਸਿੰਘ ਜੀ ਆਣ ਕੇ ਰਾੜ ਪਿੰਡ ਵਿੱਚ ਆਪਣੇ ਸ਼ਸਤਰ ਰੱਖ ਦਿੰਦੇ ਨੇ ਅਤੇ ਹੁਕਮ ਕਰਦੇ ਨੇ ਸਾਰਿਆਂ ਨੂੰ ਕਿ ਸਾਨੂੰ ਸਿਰਫ ਬਾਪੂ ਜੀ ਦਾ ਇੰਨਾ ਹੀ ਹੁਕਮ ਸੀ ਕਾਰਜ ਕਰਨ ਦਾ, ਜਿੰਨਾ ਅਸੀਂ ਕਰ ਲਿਆ, ਇਸ ਤੋਂ ਅੱਗੇ ਅਸੀਂ ਇੱਕ ਕੱਖ ਨਹੀਂ ਭੰਨਣਾ, ਅਤੇ ਜਿਨ੍ਹਾਂ ਨੇ ਜਾਣਾ ਹੈ ਤੁਸੀਂ ਇੱਥੋਂ ਜਾ ਸਕਦੇ ਹੋ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਜਦੋਂ ਭੈਣੀ ਸਾਹਿਬ ਸਿੱਖ ਤਿਆਰ ਹੋਏ ਸਨ, ਇੱਕ ਸਿੱਖ ਆਇਆ, ਉਹਨੇ ਆਣ ਕੇ ਆਪਣੇ ਸਤਿਗੁਰੂ ਰਾਮ ਸਿੰਘ ਨੂੰ ਆਖਿਆ ਕਿ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਜਾਣਾ। ਸਤਿਗੁਰੂ ਰਾਮ ਸਿੰਘ ਜੀ ਉਹਨੂੰ ਹੁਕਮ ਕੀਤਾ ਕਿ ਇਹ ਮਲੇਰਕੋਟਲੇ ਜਾਣਗੇ, ਉੱਥੇ ਚੜ੍ਹਾਈ ਕਰਨਗੇ, ਉੱਥੋਂ ਤੋਂ ਨਾਲ ਲੈ ਜੀ। ਸਤਿਗੁਰੂ ਪ੍ਰਤਾਪ ਸਿੰਘ ਹੁਕਮ ਕਰਦੇ ਨੇ। ਫਿਰ ਅਸੀਂ ਉਹ ਜਿਹੜੇ ਮਲੇਰਕੋਟਲੇ ਸਿੱਖਾਂ ਦੇ ਨਾਲ ਜਿਨ੍ਹਾਂ ਨੇ ਇਹ ਹਮਲਾ ਕੀਤਾ ਸੀ, ਉਹ ਉਹਨਾਂ ਦਾ ਪਿਤਾ ਉਹਨਾਂ ਦੇ ਨਾਲ ਸੀ। ਸੱਚ ਭਾਵ ਕਰਦੇ ਨੇ ਮਮਤਾ ਦੇ ਮਾਰਿਆ ਉਸ ਪਿਤਾ ਨੇ ਆਪਣੇ ਪੁੱਤਰ ਨੂੰ, ਜਦੋਂ ਹੀਰਾ ਸਿੰਘ ਨੇ ਇਹ ਗੱਲ ਆਖ ਦਿੱਤੀ ਵੀ ਜਿੰਨੇ ਜਾਣਾ ਜਾਓ, ਇਹਦੋਂ ਅੱਗੇ ਸ਼ਹੀਦੀ ਹੈ, ਅਸੀਂ ਤਾਂ ਧਰਮ ਦੇ ਹੇਤ ਸੀਸ ਦੇਣਾ, ਸ਼ਹੀਦੀ ਦੇਣੀ ਹੈ, ਤੁਸੀਂ ਜਿਨ੍ਹਾਂ ਨੇ ਘਰੇ ਜਾਣਾ ਚਲੇ ਜਾਓ। ਕਿਉਂਕਿ ਨਾ ਕਿਸੇ ਦੇ ਲਿਖੇ ਨਹੀਂ ਸਨ,
140 ਭੈਣੀ ਸਾਹਿਬੋਂ ਚੱਲੇ ਸਨ। ਉੱਥੇ ਜਾ ਕੇ ਜਿਹੜੇ ਸਰੀਰ ਸਨ ਉਹ ਕੁਝ ਬਚ ਗਏ, ਬਹੁਤ ਸਾਰੇ ਘਰਾਂ ਨੂੰ ਚਲੇ ਗਏ। ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕਰਦੇ ਨੇ ਕਿ ਅਸੀਂ ਫਿਰ ਉਹ ਸਿੱਖਾਂ ਕੋਲੋਂ ਇਹ ਸਾਰਾ ਕਿਸ ਤਰ੍ਹਾਂ ਮਲੇਰਕੋਟਲੇ ਦਾ ਜਿਹੜਾ ਹੋਇਆ ਸੀ ਸਾਕਾ, ਇਹ ਕਿਸ ਤਰ੍ਹਾਂ ਹੋਇਆ, ਅਸੀਂ ਉਹਨਾਂ ਕੋਲੋਂ ਸੁਣਿਆ, ਜਿਹੜੇ ਉਹਨਾਂ ਦਾ ਪਿਤਾ ਉਹਨਾਂ ਨੂੰ ਵਾਪਸ ਲੈ ਕੇ ਆਇਆ ਸੀ। ਤੋ ਇੱਥੇ ਇਸ ਤਰ੍ਹਾਂ ਜਦੋਂ ਹੋ ਜਾਂਦਾ ਹੈ, ਕੰਮ ਨੂੰ ਖਬਰ ਪਹੁੰਚ ਜਾਂਦੀ, ਮਲੇਰਕੋਟਲੇ ਸਿੱਖਾਂ ਨੇ ਹਮਲਾ ਕਰ ਦਿੱਤਾ ਹੈ। ਉਹ ਸਿੱਖਾਂ ਦੇ ਕੋਲ ਫਿਰ ਸ਼ੇਖੂਪੁਰੇ ਥਾਣੇ 'ਚੋਂ ਸਿੱਖ ਅਗਲੇ ਦਿਨ ਜਾ ਕੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਨੇ। ਉਸ ਸਮੇਂ ਸਿਰਫ 72 ਸਿੱਖ ਸਨ ਜਿਹੜੇ ਉਹ ਸਰੈਂਡਰ ਕਰਦੇ ਨੇ। ਹੀਰਾ ਸਿੰਘ ਨੇ ਆਖਿਆ ਨਾਲ ਆਪਣੇ ਸਿੱਖ ਨੂੰ ਵੀ ਗਿਣਤੀ ਕਰ, ਕਿੰਨੇ ਸਿੱਖ ਨੇ? ਉਹਨੇ ਕਿਹਾ ਜੀ 70 ਨੇ। ਹੀਰਾ ਸਿੰਘ ਜੀ ਕਹਿੰਦੇ ਨਹੀਂ 72 ਹੋਣੇ ਚਾਹੀਦੇ ਸਨ। ਉਸੇ ਵੇਲੇ ਹੀ 2 ਖੇਤਾਂ ਵਿੱਚੋਂ ਜ਼ਿਮੀਂਦਾਰ ਆਣ ਕੇ ਉਹ ਵਾਹੀ ਕਰਦੇ ਆਪਣੇ, ਉਹ ਆਣ ਕੇ ਕੋਲ ਬਹਿ ਜਾਂਦੇ ਨੇ। ਉਹ ਕਹਿੰਦੇ ਜੀ ਅਸੀਂ ਵੀ ਆਪਣਾ ਧਰਮ ਹੇਤ ਸੀਸ ਦੇਵਾਂਗੇ। ਹੀਰਾ ਸਿੰਘ ਜੀ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ। ਉਹ ਕਹਿੰਦੇ ਨਹੀਂ ਜੀ ਅਸੀਂ ਆਪਣਾ ਧਰਮ ਹੇਤ ਸੀਸ ਦੇਵਾਂਗੇ, ਸਾਨੂੰ ਵੀ ਨਾਲ ਲਾ ਲਓ। ਉਹ ਇਸ ਤਰ੍ਹਾਂ ਉਹ ਵੀ 2 ਰਲ ਕੇ 72 ਹੋ ਜਾਂਦੇ ਨੇ। ਇੱਥੋਂ ਫਿਰ ਸਿੱਖ ਆਪਣੇ ਆਪ ਨੂੰ ਜਦੋਂ ਸ਼ੇਰਪੁਰ ਥਾਣੇ ਵਿੱਚ ਲਿਜਾਇਆ ਜਾਂਦਾ ਹੈ, ਸਿੱਖਾਂ ਦੇ ਕੋਲ 29 ਜਾਂ 30 ਸਿੱਖ ਇੰਨੇ ਜ਼ਖਮੀ ਸਨ ਜਿਹੜੇ ਤੁਰ ਨਹੀਂ ਸਨ ਸਕਦੇ। ਉਹਨਾਂ ਨੂੰ ਗੱਡਿਆਂ 'ਤੇ ਪਾ ਕੇ ਬਾਕੀਆਂ ਨੂੰ ਤੋਰ ਕੇ ਸ਼ੇਰਪੁਰ ਥਾਣੇ ਵਿੱਚ ਲਿਜਾਇਆ ਜਾਂਦਾ ਹੈ। ਸ਼ੇਰਪੁਰ ਥਾਣੇ ਵਿੱਚ DC ਕਾਮਨ ਜਿਹੜਾ ਸੀ ਉਹ ਵੀ ਆ ਜਾਂਦਾ ਹੈ। ਉਹ ਪਟਿਆਲੇ, ਨਾਭੇ ਅਤੇ ਜੀਂਦ ਇਹਨਾਂ ਦੀਆਂ ਤੋਪਾਂ ਮੰਗਾ ਕੇ ਉਹਨੇ ਪਹਿਲਾਂ ਪੂਰੀ ਤਿਆਰੀ ਕੀਤੀ ਹੋਈ ਸੀ। ਉਹ ਇੱਥੇ ਮਲੇਰਕੋਟਲੇ ਪਿੰਡ ਦੇ ਸ਼ਹਿਰ ਦੇ ਬਾਹਰੋਂ ਬਾਹਰ ਤੋਪਾਂ ਲਵਾ ਕੇ ਅਤੇ ਆਪਣੇ ਨਾਲ 740 750 ਫੌਜ ਲੈ ਕੇ ਆਉਂਦਾ ਹੈ। ਅਤੇ ਕੁਝ ਮਲੇਰਕੋਟਲੇ ਵੱਲੋਂ ਉਹ ਹੋਕਾ ਦਿੱਤਾ ਜਾਂਦਾ ਹੈ ਪਿੰਡ ਵਿੱਚ ਕਿ ਆਓ ਜਿਨ੍ਹਾਂ ਨੇ ਤੁਹਾਡੇ 'ਤੇ ਹਮਲਾ ਕੀਤਾ ਸੀ, ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਆਵਾਜ਼ ਉਠਾਈ ਸੀ, ਆਓ ਤੁਹਾਨੂੰ ਦਿਖਾਈਏ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਹੋਕਾ ਦੇ ਕੇ ਸਾਰੇ ਮਲੇਰਕੋਟਲੇ ਪਿੰਡ ਨੂੰ ਇਕੱਠਿਆਂ ਕੀਤਾ ਗਿਆ। 7 ਤੋਪਾਂ ਬੀੜੀਆਂ ਗਈਆਂ, 2 ਤੋਪਾਂ ਵੱਖਰੀਆਂ ਬੀੜੀਆਂ ਗਈਆਂ, ਜਿਨ੍ਹਾਂ ਦੇ ਵਿੱਚ ਜੇ ਕੋਈ ਬਾਹਰੋਂ ਹਮਲਾਵਰ ਹੋ ਕੇ ਇਹਨਾਂ ਦੇ ਉੱਤੇ ਆਵੇ, ਇਹਨਾਂ ਦੀ ਮਦਦ ਕਰਨ ਵਾਸਤੇ, ਇਹਨਾਂ ਨੂੰ ਛਡਾਉਣ ਵਾਸਤੇ, ਉਹ ਉਹਨਾਂ ਵਾਸਤੇ ਰੱਖੀਆਂ। 7 ਤੋਪਾਂ ਸਿੱਧੀਆਂ ਬੀੜ ਲਈਆਂ। ਹੁਣ ਸਾਰੇ ਸਿੱਖ ਇਕੱਠੇ ਹੋ ਗਏ ਇੱਥੇ ਸ਼ਹਾਦਤ ਦੇਣ ਦੇ ਵਾਸਤੇ। ਪਿੰਡ ਦੇ ਲੋਕ ਇਕੱਠੇ ਹੋ ਗਏ। ਗਿਆਨੀ ਗਿਆਨ ਸਿੰਘ ਜੀ ਇਸ ਇਤਿਹਾਸ ਨੂੰ ਲਿਖਦੇ ਨੇ। ਉਹ ਕਹਿੰਦੇ ਨੇ ਕਿ ਜਿੰਨਾ ਪਹਿਲਾਂ ਇਤਿਹਾਸ ਮੈਂ ਲਿਖਿਆ ਉਹ ਮੈਂ ਸਿਰਫ ਸੁਣਿਆ, ਪਰ ਜਿਹੜਾ ਇਹ ਮਲੇਰਕੋਟਲੇ ਦਾ ਸਾਕਾ ਆ ਮੈਂ ਉਹ ਆਪਣੀ ਅੱਖੀਂ ਵੇਖਿਆ। ਉਹ ਲਿਖਦੇ ਨੇ ਉਨ ਹਿਤ ਹੁਕਮ ਅੰਗਰੇਜ਼ੀ ਆਇਓ, ਇਨਕੋ ਤੋਪਣ ਸੰਗ ਉਡਾਇਓ, ਜਬ ਇਹ ਹੁਕਮ ਉਨ੍ਹਾਂ ਸੁਣ ਪਾਇਓ, ਖੁਸ਼ੀ ਪਏ ਅਤ ਹੀ ਹੁਲਸਾਇਓ, ਮੁਖ ਪਰ ਲਾਲੀ ਚੜੀ ਬਡੇਰੇ, ਗਾਵਤ ਗੁਰ ਕੇ ਸ਼ਬਦ ਉਚੇਰੇ, ਦੀਵੇ ਪਰ ਜਿਉ ਜਾਏ ਪਤੰਗੇ, ਤਿਉ ਤੋਪਣ ਦਿਸ ਜਾਏ ਨਸੰਗੇ। ਉਹ ਇਸ ਤਰ੍ਹਾਂ ਲਿਖਦੇ ਨੇ ਕਿ ਜਿਵੇਂ ਪਤੰਗਾ ਜਿਹੜਾ ਸੀ ਉਹ ਦੀਵੇ ਦੇ ਉੱਤੇ ਜਾਂਦਾ ਹੈ, ਪਤੰਗਾ ਪਰਵਾਨਾ ਜਿਵੇਂ ਦੀਵੇ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਸ਼ਹਾਦਤ ਕਰ ਦਿੰਦਾ ਹੈ। ਉਹਨੂੰ ਪਤਾ ਕਿ ਮੈਂ ਮਰ ਜਾਵਾਂਗਾ, ਉਹ ਪਰ ਫਿਰ ਵੀ ਜਾਣੋਂ ਨਹੀਂ ਹਟਦਾ। ਇਸ ਤਰ੍ਹਾਂ ਇਹ ਸਿੱਖ ਬੜੀ ਖੁਸ਼ੀ ਨਾਲ ਉੱਥੇ ਆਣ ਕੇ ਮਲੇਰਕੋਟਲੇ ਦੇ ਉਸ ਰੱਕੜ ਵਿੱਚ ਖੜ੍ਹੇ ਹੋ ਜਾਂਦੇ ਨੇ ਤੋਪਾਂ ਦੇ ਸਾਹਮਣੇ। ਹੁਣ 7 ਸਿੱਖ ਤੋਪਾਂ ਦੇ ਸਾਹਮਣੇ ਇਕੱਠੇ ਖੜ੍ਹੇ ਹੋ ਜਾਂਦੇ ਨੇ। ਭਾਈ ਹੀਰਾ ਸਿੰਘ ਨਾਲ ਜਿਹੜਾ DC ਸੀ, ਕਾਮਨ ਸੀ, ਉਹ ਆਣ ਕੇ ਭਾਈ ਹੀਰਾ ਸਿੰਘ ਨੂੰ ਇਹ ਗੱਲ ਆਖਦਾ ਹੈ ਕਿ ਤੁਮਨੇ ਗਦਰ ਕਿਉਂ ਮਚਾਇਆ। ਹੀਰਾ ਸਿੰਘ ਜੀ ਆਖਦੇ ਨੇ ਕਿ ਤੁਸੀਂ ਗਊ-ਵਧ ਬੰਦ ਕਰ ਦਿਓ, ਗਰੀਬਾਂ ਦੇ ਉੱਤੇ ਅਤਿਆਚਾਰ ਕਰਨਾ ਬੰਦ ਕਰ ਦਿਓ, ਇਹ ਸਾਡਾ ਦੇਸ਼ ਆ, ਸਾਨੂੰ ਦੇ ਦੇਵੋ। ਅਸੀਂ ਗਊ-ਵਧ ਨਹੀਂ ਦੇਖ ਸਕਦੇ, ਅਸੀਂ ਗਰੀਬ ਦੇ ਉੱਤੇ ਅਤਿਆਚਾਰ ਨਹੀਂ ਵੇਖ ਸਕਦੇ, ਇਸ ਕਰਕੇ ਅਸੀਂ ਮਲੇਰਕੋਟਲੇ ਦੇ ਵਿੱਚ ਸਾਕਾ ਕੀਤਾ। ਹੁਣ ਇਸ ਤਰ੍ਹਾਂ ਦੇ ਹੋਰ ਸਵਾਲ ਜਵਾਬ ਹੁੰਦੇ ਨੇ। ਫਿਰ ਉਹ ਕਹਿਣ ਲੱਗਾ ਕਿ ਤੁਸੀਂ ਪਿੱਠ ਕਰਕੇ ਤੁਹਾਨੂੰ ਤੋਪ ਵੱਲ ਖਲੋ ਜਾਓ। ਭਾਈ ਹੀਰਾ ਸਿੰਘ ਜੀ ਆਖਦੇ ਨੇ ਕਿ ਅਸੀਂ ਸ਼ਹਾਦਤ ਦੇਣ ਆਏ ਹਾਂ, ਨਾ ਕਿ ਅਸੀਂ ਪਿੱਠ ਕਰਕੇ ਖਲੋਣ ਆਏ ਹਾਂ। ਗੋਲਾ ਤੂੰ ਤੋਪ ਦਾ ਗੋਲਾ ਤੂੰ ਚਲਾ, ਅਸੀਂ ਛਾਤੀ ਤਾਣ ਕੇ ਤੇਰੇ ਨਾਲ ਬੈਠਾਂਗੇ, ਤੇਰੇ ਨਾਲ ਵੇਖਾਂਗੇ। ਸਾਧ ਸੰਗਤ ਜੀ, ਇਹ 17 ਤਰੀਕ ਦੀ ਗੱਲ ਆ। ਮੈਂ ਇੱਕ ਸਟੈਪ ਹੋਰ ਤੁਹਾਨੂੰ ਅਰਜ਼ ਕਰ ਦੇਵਾਂ। ਜਦੋਂ ਮਲੌਦ ਵਿੱਚ ਸਿੱਖ ਹਮਲਾ ਕਰਕੇ ਇੱਥੋਂ ਬਦਨ ਸਿੰਘ ਕੋਲੋਂ ਲੈ ਕੇ ਸਮਾਨ ਚਲੇ ਗਏ, ਇੰਸਪੈਕਟਰ ਨੇ ਜਾ ਕੇ ਪੁਲਿਸ ਸੁਪਰਡੈਂਟ ਜਿਹੜਾ ਪੁਲਿਸ ਲੈਫਟੀਨੈਂਟ ਸੀਗਾ ਕਰਨਲ PN ਪਾਰਕਿੰਸ, ਉਹਨੇ ਜਾ ਕੇ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਜੀ ਨੂੰ ਆਖਿਆ ਕਿ ਤੁਹਾਡੇ ਸਿੱਖਾਂ ਨੇ ਮਲੌਦ ਵਿੱਚ ਹਮਲਾ ਕੀਤਾ ਹੈ, ਉੱਥੇ ਲੋਕ ਮਾਰੇ ਗਏ ਨੇ, ਅਤੇ ਚਲੋ ਤੁਹਾਨੂੰ ਜਾ ਕੇ ਮਲੌਦ ਵਿੱਚ ਥਾਣੇ ਵਿੱਚ ਬੁਲਾਇਆ। ਸਤਿਗੁਰੂ ਰਾਮ ਸਿੰਘ ਜੀ ਸੂਬੇ ਕਾਹਨ ਸਿੰਘ ਜੀ ਨਾਲ ਮਲੌਦ ਥਾਣੇ ਵਿੱਚ ਆਉਂਦੇ ਨੇ। ਜਦੋਂ ਮਲੌਦ ਦੇ ਨਗਰ ਦੇ ਵਿੱਚ ਵੜਦੇ ਨੇ, ਕੰਬਲੀ ਲਈ ਸੀ, ਥਾਣੇ ਵੱਲ ਨੂੰ ਜਾਂਦੇ ਨੇ, ਲੋਕ ਦੁਕਾਨਾਂ ਦੇ ਉੱਤੇ ਚੜ੍ਹ ਕੇ, ਆਪਣੇ ਕੋਠਿਆਂ 'ਤੇ ਚੜ੍ਹ ਕੇ ਇਹ ਗੱਲ ਆਖਦੇ ਨੇ ਕਿ ਦੇਖੋ ਹੁਣ ਕਿਸ ਤਰ੍ਹਾਂ ਸਾਊ ਬਣ ਕੇ ਨੀਵੀਂ ਪਾ ਕੇ ਜਾ ਰਿਹਾ ਹੈ।
ਉਦੋਂ ਜਦੋਂ ਆਪਣੇ ਸਿੱਖ ਭੇਜ ਕੇ ਸਾਰੇ ਪਿੰਡ ਵਿੱਚ ਇਹਨੇ ਫਤੂਰ ਮਚਾ ਦਿੱਤਾ ਹੈ, ਸਾਡੇ 'ਤੇ ਇੱਕ ਕਿਸ ਤਰ੍ਹਾਂ ਦੀ ਬਿਪਤਾ ਬਣ ਕੇ ਆ ਗਈ ਸੀ। ਜਦੋਂ ਜਾ ਕੇ ਉਹ ਥਾਣੇਦਾਰ ਨਾਲ ਮਿਲਦੇ ਨੇ ਮਲੌਦ ਸਾਧੂ ਰਾਮ ਸਿੰਘ ਜੀ, ਅਤੇ ਉਹ ਕਹਿੰਦਾ ਵੀ ਤੁਹਾਨੂੰ ਨਹੀਂ, ਸਾਧੂ ਰਾਮ ਸਿੰਘ ਨੂੰ ਪੁੱਛਦਾ ਵੀ ਤੁਹਾਡੇ ਸਿੱਖਾਂ ਨੇ ਕੀਤਾ ਹੈ। ਸੱਚ ਪਾਤਸ਼ਾਹ ਹੁਕਮ ਕਰਦੇ ਨੇ ਸਾਡੇ ਸਿੱਖਾਂ ਨੇ ਕੀਤਾ ਹੈ, ਪਰ ਅਸੀਂ ਤੁਹਾਨੂੰ ਪਹਿਲਾਂ ਇਤਲਾਹ ਕਰ ਦਿੱਤੀ ਸੀ ਕਿ ਸਾਡੇ ਤੋਂ ਸਿੱਖ ਬਾਹਰੋਂ ਨੇ, ਹੁਣ ਇੰਤਜ਼ਾਮ ਕਰ ਲਓ। ਤੁਸੀਂ ਇੰਤਜ਼ਾਮ ਨਹੀਂ ਕੀਤਾ ਤੇ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ, ਇਹਦਾ ਜ਼ਿੰਮੇਵਾਰ ਤੁਸੀਂ ਹੋਵੋਗੇ, ਅਸੀਂ ਤਾਂ ਤੁਹਾਨੂੰ ਪਹਿਲਾਂ ਸੁਨੇਹਾ ਭੇਜ ਦਿੱਤਾ ਸੀ। ਹੁਣ ਇਸ ਗੱਲ 'ਚ ਉਹ ਝੂਠੇ ਹੋ ਗਏ, ਸੁਨੇਹਾ ਤੇ ਵਾਕਈ ਭੇਜਿਆ ਹੋਇਆ ਸੀ। ਫਿਰ ਉਹ ਕਹਿੰਦਾ, ਅਰਜ਼ ਕਰਦਾ ਸਾਧੂ ਰਾਮ ਸਿੰਘ ਨੂੰ, ਕਹਿੰਦਾ ਕਿ ਤੁਸੀਂ ਹੁਣ ਜਾਓ ਅਤੇ ਤੁਹਾਨੂੰ ਫਿਰ ਲੁਧਿਆਣੇ ਸੱਦਿਆ ਜਾਏਗਾ ਅਤੇ ਤੁਸੀਂ ਲੁਧਿਆਣੇ ਹਾਜ਼ਰ ਹੋਣਾ। ਸਾਧੂ ਰਾਮ ਸਿੰਘ ਜੀ ਇੱਥੋਂ ਮਲੌਦ ਤੋਂ ਸਿਆੜ ਪਿੰਡ ਆ ਜਾਂਦੇ ਨੇ। 16 ਤਰੀਕ ਰਾਤ ਸਿਆੜ ਆ ਕੇ ਇੱਥੇ ਅਗਲੇ ਦਿਨ ਸਵੇਰੇ ਵੀ ਸਾਧੂ ਰਾਮ ਸਿੰਘ ਜੀ 17 ਤਰੀਕ ਨੂੰ ਸਿਆੜ ਵਿੱਚ ਸਨ। ਇੱਧਰ ਸ਼ਾਮ ਦਾ ਸਮਾਂ ਹੋ ਜਾਂਦਾ ਹੈ। ਸ਼ੇਰਪੁਰ ਥਾਣੇ 'ਚੋਂ ਸਿੱਖਾਂ ਨੂੰ ਲਿਆ ਕੇ ਮਲੇਰਕੋਟਲੇ ਤੋਪਾਂ ਬੀੜ ਕੇ ਸਾਰੀ ਤਿਆਰੀ ਕਰਦਿਆਂ ਨੂੰ ਸ਼ਾਮ ਦਾ ਸਮਾਂ ਹੋ ਗਿਆ। ਸ਼ਾਮ ਦੇ 4-5 ਵੱਜ ਜਾਂਦੇ ਨੇ ਜਦੋਂ ਉਹ ਤਿਆਰੀ ਕਰਕੇ ਸਿੱਖਾਂ ਨੂੰ ਤੋਪਾਂ ਦੇ ਨਾਲ ਉਡਾਉਣਾ ਚਾਹੁੰਦੇ ਨੇ। 7 ਤੋਪਾਂ ਬੀੜੀਆਂ ਸੀ, 7 ਸਿੱਖ ਅੱਗੇ ਆਣ ਕੇ ਖਲੋ ਜਾਂਦੇ ਨੇ। ਹੁਣ ਕਾਮਨ ਜਿਹੜਾ DC ਸੀ ਉਹ ਹੁਕਮ ਦਿੰਦਾ ਕਿ ਤੁਸੀਂ ਤੋਪ ਨੂੰ ਪਲੀਤਾ ਲਾਓ ਅਤੇ ਤੋਪ ਜਿਹੜੀ ਉਹ ਫਾਇਰ ਕਰੇ। ਸੰਗਤ ਜੀ, ਤੋਪ ਦਾ ਫਾਇਰ ਕਰਨ ਲਈ ਪਲੀਤਾ ਦਾਗਿਆ ਜਾਂਦਾ ਤੋਪ ਨੂੰ, ਪਰ ਉਹ ਤੋਪ ਜਿਹੜੀ ਸੀ ਉਹ ਪਲੀਤਾ ਚੱਟ ਜਾਂਦੀ ਹੈ। ਭਾਵ ਜਦੋਂ ਉਹਨੂੰ ਅੱਗ ਲਾਈ ਜਾਂਦੀ ਹੈ ਉਹ ਫਾਇਰ ਨਹੀਂ ਕਰਦੀ, ਮਿਸ ਫਾਇਰ ਹੋ ਜਾਂਦਾ ਹੈ। ਜਦੋਂ ਇਸ ਤਰ੍ਹਾਂ ਹੁੰਦਾ ਆ, ਮਿਸ ਫਾਇਰ ਹੋ ਜਾਂਦਾ ਹੈ, ਸਤਿਗੁਰੂ ਰਾਮ ਸਿੰਘ ਜੀ ਸਿਆੜ ਚੁਬਾਰੇ ਵਿੱਚ ਬੈਠੇ ਸੂਬੇਦਾਰ ਕਾਹਨ ਸਿੰਘ ਨੂੰ ਹੁਕਮ ਕਰਦੇ ਨੇ, ਕਿਉਂਕਿ ਉਹ ਸੂਬੇਦਾਰ ਸਨ, ਉਹਨਾਂ ਨੂੰ ਪੂਰਾ ਪਤਾ ਸੀ ਕਿ ਕਿਸ ਤਰ੍ਹਾਂ ਤੋਪ ਦੀ ਆਵਾਜ਼ ਖਾਲੀ ਚੱਲੇ ਦੀ ਜਾਂ ਭਰੀ ਚੱਲੇ ਦੀ ਆਉਂਦੀ। ਉਹਨਾਂ ਨੇ ਆਖਿਆ ਜੀ, ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਹੁਣ ਕੀ ਹੋਇਆ ਹੈ? ਸੂਬੇਦਾਰ ਜੀ ਕਹਿੰਦੇ ਜੀ ਤੋਪ ਪਲੀਤਾ ਚੱਟ ਗਈ ਹੈ। ਫਿਰ ਦੂਜੀ ਵਾਰੀ ਜਿਹੜਾ ਸੀ DC ਉਹ ਆਪ ਮੁਆਇਨਾ ਕਰਦਾ ਕਿ ਸ਼ਾਇਦ ਇਹ ਤੋਪ ਵਿੱਚ ਕੋਈ ਖਰਾਬੀ ਹੋਵੇ। ਉਹ ਦੂਜੀ ਵਾਰੀ ਮੁਆਇਨਾ ਆਪ ਕਰਕੇ, ਇੰਸਪੈਕਸ਼ਨ ਆਪ ਕਰਕੇ ਫਿਰ ਦੁਬਾਰਾ ਹੁਕਮ ਕਰਦਾ ਹੈ ਕਿ ਤੋਪ ਦਾ ਫਿਰ ਦਾਗੀ ਜਾਵੇ। ਉਹ ਤੋਪ ਜਿਹੜੀ ਸੀ ਉਹ ਸਾਰੀਆਂ ਤੋਪਾਂ ਫਿਰ ਦੂਜੀ ਵਾਰੀ ਪਲੀਤਾ ਚੱਟ ਜਾਂਦੀਆਂ ਨੇ, ਦੂਜੀ ਵਾਰੀ ਵੀ ਨਹੀਂ ਚੱਲਦੀਆਂ। ਫਿਰ ਉਹ ਦੇਖਦਾ ਹੈ ਕਿ ਅੱਗੇ ਤੋਪਾਂ ਦੇ ਸ਼ਹੀਦ ਹੋਣ ਵਾਲੇ, ਮਰਨ ਵਾਲੇ ਸਿੱਖ ਉਹ ਵੀ ਹਿੰਦੁਸਤਾਨੀ, ਤੋਪਾਂ ਨੂੰ ਚਲਾਉਣ ਵਾਲੇ ਹਿੰਦੁਸਤਾਨੀ, ਸ਼ਾਇਦ ਇਹ ਕੁਝ ਗੜਬੜ ਕਰਦੇ ਹੋਣ। ਉਹਨੇ ਜਿਹੜੇ ਤੋਪਚੀ ਸਨ ਉਹ ਸਾਰੇ ਬਦਲ ਕੇ ਉਹਨੇ ਜਿਹੜੇ ਫਰੰਗੀ ਸਨ, ਗੋਰੇ ਸਨ, ਉਹ ਤੋਪਚੀ ਲਾਏ ਕਿ ਤੁਸੀਂ ਪਲੀਤਾ ਦਾਗੋ, ਤੁਸੀਂ ਫਾਇਰ ਕਰਨਾ ਹੈ। ਫਿਰ ਉਹ ਤੀਸਰੀ ਵਾਰੀ ਜਦੋਂ ਇਹ ਹੁਕਮ ਦਿੰਦਾ ਹੈ ਅਤੇ ਤੋਪ ਤੀਸਰੀ ਵਾਰੀ ਫਿਰ ਪਲੀਤਾ ਚੱਟ ਜਾਂਦੀ ਹੈ। ਸਰਦਾਰ ਹੀਰਾ ਸਿੰਘ ਜੀ ਹੱਸ ਕੇ, ਤੋਪ ਜਦੋਂ ਤੀਜੀ ਵਾਰੀ ਪਲੀਤਾ ਚੱਟ ਜਾਂਦੀ ਹੈ, ਬਾਏ ਲਾ ਜੇ ਕਿਸੇ ਨੂੰ ਫਾਂਸੀ ਦੇਣੀ ਹੋਵੇ, ਰੱਸੀ ਟੁੱਟ ਜਾਵੇ, ਉਹ ਬਰੀ ਹੋ ਜਾਂਦਾ ਹੈ। ਜੇ ਇਸ ਤਰ੍ਹਾਂ ਤੋਪ ਪਲੀਤਾ ਚੱਟ ਜਾਵੇ ਉਹ ਬਰੀ ਹੋ ਜਾਂਦਾ। 3 ਵਾਰੀ ਤੋਪ ਪਲੀਤਾ ਚੱਟ ਗਈ ਸੀ। ਇਸ ਕਰਕੇ ਉਹ ਸਰਦਾਰ ਹੀਰਾ ਸਿੰਘ ਜੀ ਕਹਿੰਦੇ ਨੇ, ਬਿੱਲਿਆ ਤੇਰਾ ਕਾਨੂੰਨ ਝੂਠਾ ਕਰਕੇ ਜਾਣਾ ਸੀ। ਆ ਮੂੰਹ 'ਤੇ ਹੱਥ ਫੇਰ ਕੇ ਆਂਦੇ ਨੇ, ਅਸੀਂ ਫਿਰ ਕਿਸੇ ਮਾਂ ਦਾ ਪੇਟ ਗੰਦਾ ਕਰਕੇ 9 ਮਹੀਨੇ ਪੇਟ ਵਿੱਚ ਰਹਿ ਕੇ ਗੰਦਾ ਕਰਕੇ ਆਵਾਂਗੇ ਅਤੇ ਤੈਨੂੰ ਜਿੰਨਾ ਚਿਰ ਅਸੀਂ ਕੱਢ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਬਾਰ-ਬਾਰ ਜਨਮ ਲੈਂਦੇ ਰਹਾਂਗੇ, ਤੈਨੂੰ ਕੱਢ ਕੇ ਹੀ ਸਾਹ ਲਵਾਂਗੇ। ਹੁਣ ਚਲਾ, ਮੇਰੇ ਸਤਿਗੁਰ ਦਾ ਹੁਕਮ ਆ, ਹੁਣ ਤੋਪ ਚੱਲੇਗੀ। ਤੇਰਾ ਕਾਨੂੰਨ ਝੂਠਾ ਕਰਨਾ ਸੀ, ਤੇਰਾ ਕਾਲਾ ਕਾਨੂੰਨ ਹੈ। ਹੁਣ ਜਿਹੜੇ ਸੱਤੇ ਸਿੱਖ ਸਨ ਉਹ ਬਰੀ ਦੇ ਹੱਕਦਾਰ ਸਨ, ਪਰ ਫਿਰ ਵੀ ਉਹੀ ਗੱਲ ਨਾ ਵੀ ਕਾਲਾ ਕਾਨੂੰਨ ਵਰਤਿਆ ਗਿਆ ਸੀ। ਕੋਈ ਉਹ ਇਹਨਾਂ ਦੇ ਉੱਤੇ ਕੋਈ ਕੋਰਟ ਵਿੱਚ ਜਾ ਕੇ ਕੋਈ ਕੇਸ ਨਹੀਂ ਸੀ ਚਲਾਇਆ ਗਿਆ। ਉਸੇ ਵੇਲੇ ਦਵਾ ਫੜ ਕੇ ਉਹਨਾਂ ਨੂੰ ਸ਼ਹੀਦ ਕਰਨ ਦੀ ਸੋਚ ਦਿੱਤੀ। ਫਿਰ ਉਹ ਸ਼ਰਮਿੰਦਾ ਜਿਹਾ ਹੋਇਆ, ਨੀਵੀਂ ਪਾ ਕੇ ਉਹ ਆਖਦਾ ਕਿ ਦੁਬਾਰਾ ਤੋਪ ਦਾਗਣ ਦਾ ਹੁਕਮ ਦਿੰਦਾ ਹੈ, ਫਾਇਰ ਦਾ ਆਦੇਸ਼ ਦਿੰਦਾ ਹੈ। ਉਹ ਤੋਪ ਜਿਹੜੀ ਸੀ ਚੌਥੀ ਵਾਰੀ ਭਰ ਕੇ ਚੱਲਦੀ ਏ। ਉਹ ਜਿਹੜੇ ਸੱਤੇ ਸਿੱਖ ਸਨ, ਸੱਤੇ ਸਿੱਖ ਸ਼ਹੀਦ ਹੋ ਜਾਂਦੇ ਨੇ। ਸਰਦਾਰ ਹੀਰਾ ਸਿੰਘ ਦਾ ਸੀਸ ਜਿਹੜਾ ਸੀ ਉਹ ਧੜ ਦੇ ਨਾਲੋਂ ਸਣੇ ਦਸਤਾਰ ਵੱਖਰਾ ਹੋ ਜਾਂਦਾ ਹੈ। ਉੱਚੀ ਸਾਰੀ ਆਕਾਸ਼ ਵਿੱਚ ਜਾ ਕੇ ਵਾਪਸ ਧਰਤੀ 'ਤੇ ਡਿੱਗਦਾ। 2-3 ਵਾਰ ਉਹ ਬੁੜਕਦਾ ਹੋਇਆ, ਤੜਫਦਾ ਹੋਇਆ ਉਹਨਾਂ ਦਾ ਸੀਸ ਜਿਹੜਾ ਸੀ ਉਹ ਸ਼ਾਂਤ ਹੋ ਜਾਂਦਾ ਹੈ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕਰਦੇ ਨੇ ਭਾਈ ਸੂਬੇਦਾਰ ਕਾਹਨ ਸਿੰਘ ਨੂੰ, ਹੁਣ ਕੀ ਹੋਇਆ? ਉਹ ਕਹਿੰਦਾ ਜੀ ਹੁਣ ਤੋਪ ਭਰ ਕੇ ਚੱਲੀ ਏ। ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ, ਚੰਗਾ ਹੋਇਆ ਇਹ ਸਿੱਧੇ ਮੂੰਹ ਸਤਿਗੁਰ ਦੇ ਚਰਨਾਂ ਵਿੱਚ ਗਏ ਨੇ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਸ਼ਾਇਦ ਇਹ ਬੇਸ਼ਰਦ ਹੋ ਜਾਂਦੇ। ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਉਹਨਾਂ ਨੂੰ ਇਸ ਤਰ੍ਹਾਂ ਬਖਸ਼ਿਸ਼ ਕਰਦੇ ਨੇ। ਇਹ ਸਾਰੀਆਂ ਤੋਪਾਂ ਸਤਿਗੁਰੂ ਰਾਮ ਸਿੰਘ ਜੀ ਆਪ ਚੱਲਦੀਆਂ ਸੁਣੀਆਂ ਸਿਆੜ ਪਿੰਡ ਵਿੱਚ ਬੈਠ ਕੇ। ਸਿਆੜ ਪਿੰਡ ਮਲੇਰਕੋਟਲੇ ਤੋਂ 20-25 ਕਿਲੋਮੀਟਰ ਦੂਰ ਹੈ। ਪਰ ਸਾਧ ਸੰਗਤ ਜੀ ਅੱਜ ਕੱਲ੍ਹ ਵਾਲਾ ਸਮਾਂ ਨਹੀਂ ਸੀ। ਉਸ ਸਮੇਂ ਅੱਜ ਕੱਲ੍ਹ ਜਿਵੇਂ ਮਸ਼ੀਨਰੀ ਚੱਲਦੀ ਹੈ, ਆਵਾਜ਼ ਜਿਹੜੀ ਬਹੁਤ ਆ, ਸਾਊਂਡ
ਦਾ ਲੈਵਲ ਅੱਜ ਕੱਲ੍ਹ ਹਾਈ ਹੈ, ਉਸ ਸਮੇਂ ਸਾਊਂਡ ਦਾ ਲੈਵਲ ਬਹੁਤ ਹਾਈ ਲੋ ਹੁੰਦਾ ਸੀ, ਜਿਸ ਕਰਕੇ ਆਵਾਜ਼ ਬਹੁਤ ਦੂਰ ਤੱਕ ਚਲੀ ਜਾਂਦੀ ਸੀ। ਹੁਣ ਜਦੋਂ ਸਿੱਖ ਸ਼ਹੀਦ ਹੁੰਦੇ ਨੇ, 49 ਸਿੱਖ ਤੋਪਾਂ ਦੇ ਨਾਲ ਸ਼ਹੀਦ ਕਰ ਦਿੱਤੇ। ਇੱਕ 12 ਸਾਲ ਦਾ ਛੋਟਾ ਸਿੱਖ ਬਿਸ਼ਨ ਸਿੰਘ, ਉਹ ਜਦੋਂ ਅੱਗੇ ਆਉਂਦਾ ਆ, ਉਸ ਸਿੱਖ ਨੂੰ ਬੱਚੇ ਨੂੰ ਵੇਖ ਕੇ ਜਿਹੜੀ ਕਾਮਨ ਦੀ ਮੇਮ ਸੀ, ਉਹਦਾ ਜਿਹੜਾ ਮਨ ਸੀ ਉਹ ਬੜਾ ਪਸੀਜ ਜਾਂਦਾ ਹੈ ਕਿ ਇਹ ਛੋਟਾ ਜਿਹਾ ਬਾਲਕ ਆ, ਬੱਚਾ ਹੈ 12 ਸਾਲ ਦਾ, ਇਹਨੂੰ ਕੀ ਪਤਾ ਕਿ ਕੌਣ, ਕੀ ਆਜ਼ਾਦੀ, ਕੀ ਦੇਸ਼, ਕੀ ਧਰਮ, ਅਤੇ ਕਿਸੇ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾਵੇ ਕਿ ਇਹਨੂੰ ਬਚਾਇਆ ਜਾਵੇ। ਉਹ ਇਸ ਤਰ੍ਹਾਂ ਦੀ ਮਨ ਵਿੱਚ ਸੋਚ ਕੇ ਉਹਨੇ ਕਾਮਨ ਨੂੰ ਆਖਿਆ ਵੀ ਕਿਸੇ ਤਰੀਕੇ ਹੁੰਦਾ ਤਾਂ ਇਹਨੂੰ ਛੱਡ। ਕਾਮਨ ਕਹਿੰਦਾ ਹੈ ਕਿ ਇਹ ਜੇ ਕੰਨ ਵਿੱਚ ਜੇ ਮੈਨੂੰ ਇਹ ਗੱਲ ਆਖ ਦੇਵੇ ਕਿ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ, ਤਾਂ ਮੈਂ ਇਹਨੂੰ ਛੱਡ ਦਿਆਂਗਾ। ਮੇਮ ਕਹਿੰਦੀ ਇਹ ਕਿਹੜੀ ਗੱਲ ਹੈ, ਛੋਟਾ ਜਿਹਾ ਬੱਚਾ, ਇਹਨੂੰ ਕੀ ਇਹਨਾਂ ਗੱਲਾਂ ਦਾ ਪਤਾ ਮੈਂ ਸਿੱਖ ਹੈਗਾ ਕਿ ਨਹੀਂ ਹੈਗਾ, ਮੰਨ ਜਾਏਗਾ। ਉਹ ਬੱਚੇ ਨੂੰ ਆਖਦੀ ਕਿ ਤੂੰ ਇਹ ਗੱਲ ਆਖ ਦੇ। ਸ਼ਹੀਦ ਬਿਸ਼ਨ ਸਿੰਘ ਇਹ ਗੱਲ ਆਖਦਾ ਹੈ ਆਣ ਕੇ, ਕਹਿੰਦਾ ਕਿ ਮੈਂ ਕਾਮਨ ਦੇ ਕੰਨ ਵਿੱਚ ਗੱਲ ਕਹਿਣੀ ਚਾਹਾਂਗਾ। ਜਦੋਂ ਉਹ ਕਾਮਨ ਦਾੜੀ ਲੰਮੀ ਸੀ, ਪਾਦਰੀ ਸੀ, ਉਹ ਬਹੁਤ ਉੱਚੇ ਲੰਮੇ ਕੱਦ ਦਾ ਜਵਾਨ ਸੀ, ਉਹ ਜਦੋਂ ਆਪਣਾ ਸਿਰ ਝੁਕਾ ਕੇ ਬਿਸ਼ਨ ਸਿੰਘ ਦੇ ਕੋਲ ਆਉਂਦਾ ਹੈ, ਅਤੇ ਬਿਸ਼ਨ ਸਿੰਘ ਐਸਾ ਜ਼ੋਰ ਦੀ ਝਟਕਾ ਮਾਰਦਾ ਉਹਦੀ ਦਾੜੀ ਤੋਂ ਫੜ ਕੇ ਉਹਨੂੰ ਥੱਲੇ ਸੁੱਟ ਲੈਂਦਾ ਹੈ, ਅਤੇ ਉਹਦੀ ਛਾਤੀ ਦੇ ਉੱਤੇ ਆਪ ਚੜ੍ਹ ਕੇ ਬੈਠ ਜਾਂਦਾ ਹੈ। ਜਦੋਂ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਅਤੇ ਜੋ ਸਿਪਾਹੀ ਕੋਲੋਂ ਭੱਜੇ ਹੁੰਦੇ ਨੇ, ਛਡਾਉਣ ਦੀ ਕੋਸ਼ਿਸ਼ ਕਰਦੇ ਨੇ, ਉਹ ਉਹਦੇ ਹੱਥ ਨਹੀਂ ਛਡਾ ਸਕਦੇ, ਫਿਰ ਉਹ ਤਲਵਾਰ ਨਾਲ ਉਹਦੇ ਗੁੱਟ ਕੱਟ ਦਿੰਦੇ ਨੇ। ਜਦੋਂ ਗੁੱਟ ਕੱਟੇ ਜਾਂਦੇ ਨੇ, ਫਿਰ ਉਸ ਤੋਂ ਬਾਅਦ ਉਹਦਾ ਕੱਲਾ ਕੱਲਾ ਅੰਗ ਕੱਟ ਕੇ ਸਿਰ ਧੜ ਨਾਲੋਂ ਵੱਖਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਉਸ 12 ਸਾਲ ਦੇ ਸ਼ਹੀਦ ਬਿਸ਼ਨ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ ਹੈ। ਉਹ ਕਹਿੰਦਾ ਤੂੰ ਕੌਣ ਹੁੰਨਾ ਮੈਨੂੰ ਵੇਖਣ ਵਾਲਾ ਕਿ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ। ਇਸ ਤਰ੍ਹਾਂ ਦੇ ਸਿੱਖ ਸਨ ਸਤਿਗੁਰੂ ਰਾਮ ਸਿੰਘ ਦੇ। 12 ਸਾਲ ਦਾ ਛੋਟਾ ਜਿਹਾ ਬੱਚਾ ਹੈ, ਉਹ ਕਿਸ ਤਰ੍ਹਾਂ ਸ਼ਹਾਦਤ ਦੇ ਗਿਆ, ਜਿਹੜਾ ਕਿਸੇ ਤੋਂ ਡਰਿਆ ਨਹੀਂ। ਇਹ 17 ਤਰੀਕ ਨੂੰ 50 ਸਿੱਖ ਸ਼ਹੀਦ ਹੁੰਦੇ ਨੇ, 49 ਤੋਪਾਂ ਨਾਲ, ਇੱਕ ਤਲਵਾਰ ਦੇ ਨਾਲ। ਅਗਲਾ ਦਿਨ ਚੜ੍ਹਦਾ, ਪਿੱਛੋਂ ਆਰਡਰ ਆਇਆ ਸੀ ਕਾਮਨ ਨੂੰ ਕਿ ਇਹਨਾਂ ਨੂੰ ਫੜ ਲੈ, ਤੋਪਾਂ ਨਾਲ ਜਾਂ ਕੋਈ ਵੀ ਇਹਨਾਂ 'ਤੇ ਕਾਰਵਾਈ ਨਹੀਂ ਕਰਨੀ। ਅਗਲਾ ਦਿਨ ਚੜ੍ਹਦਾ, ਉਹਨੇ ਚਿਰ ਨੂੰ ਹੋਰ DC ਜਿਹੜਾ ਸੀ ਇੱਕ ਉਹ ਪੁਲਿਸ ਆਫੀਸਰ ਵੱਡਾ, ਉਹ ਆ ਜਾਂਦਾ ਹੈ। ਉਹ ਆਣ ਕੇ ਅਗਲੇ ਦਿਨ ਵੇਖਦਾ ਹੈ ਕਿ ਕੱਲ੍ਹ ਕਾਮਨ ਨੇ 50 ਸਿੱਖ ਮਾਰ ਦਿੱਤੇ ਨੇ, ਸ਼ਹੀਦ ਕਰ ਦਿੱਤੇ ਨੇ। ਜਿਹੜੇ ਬਾਕੀ 16 ਬਚੇ ਨੇ, ਜੇ ਇਹਨਾਂ ਨੂੰ ਨਾ ਉਡਾਇਆ ਗਿਆ ਤਾਂ ਇਹ ਇੱਕ ਪ੍ਰੂਫ ਬਚ ਜਾਵੇਗਾ, ਇਸ ਕਰਕੇ ਇਹ ਸਾਰਾ ਪ੍ਰੂਫ ਹੀ ਖ਼ਤਮ ਕਰ ਦਿਓ। ਅਗਲੇ ਦਿਨ ਤੋਪਾਂ ਦੇ ਨਾਲ ਉਹ 16 ਸਿੱਖਾਂ ਨੂੰ ਵੀ ਸ਼ਹੀਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਇੱਥੇ ਸਿੱਖ ਜਿਹੜੇ ਸੀ ਉਹ ਤੋਪਾਂ ਦੇ ਨਾਲ ਸ਼ਹੀਦ ਕੀਤੇ ਜਾਂਦੇ ਨੇ। ਜਿਹੜਾ ਪ੍ਰਸੰਗ ਤਾਂ ਇਸ ਤੋਂ ਅੱਗੇ ਵੀ ਹੈਗਾ, ਖੈਰ ਮੈਨੂੰ ਲੱਗਦਾ ਵੀ ਟਾਈਮ ਹੋ ਗਿਆ ਹੈ ਆਪਣਾ। ਸਾਧ ਸੰਗਤ ਜੀ, ਇਸ ਤੋਂ ਅੱਗੇ ਜਿਹੜਾ ਪ੍ਰਸੰਗ ਹੈ, ਕਿਸ ਤਰ੍ਹਾਂ ਸਿੱਖਾਂ ਨੇ ਜਿਹੜੀ ਇੱਥੇ ਸ਼ਹਾਦਤ ਪਾਈ, ਕਾਨੂੰਨ ਜਿਹੜਾ ਸੀ ਉਹ ਕੀ ਕਹਿੰਦਾ ਸੀ, ਕਿਸ ਤਰ੍ਹਾਂ ਦੀ ਵਾਰਤਾਲਾਪ ਚੱਲਦੀ ਹੈ, ਉਹ ਸਾਧ ਸੰਗਤ ਦੇ ਚਰਨਾਂ 'ਚ ਮੈਂ ਕੱਲ੍ਹ ਨੂੰ ਅਰਜ਼ ਬੇਨਤੀ ਕਰਾਂਗਾ। ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।